ਇਹ ਜੀ ਸਰਕਾਰੀ ਬਾਬਾ ਹੈ, ਇਹਦੇ ਨਾਲ ਇਹਨੂੰ ਸਰਕਾਰ ਸ਼ਹਿ ਦਿੰਦੀ ਹੈ। ਹੁਣ ਬੰਦਾ ਕਰੇ ਕਿ ਜਦੋਂ ਥ੍ਰੈਟ ਆਉਣਗੇ ਪਿਛਲੇ 4-5 ਸਾਲਾਂ ਤੋਂ ਬਾਅਦ, ਸ਼ਬੀਲ ਤੋਂ ਬਾਅਦ 6 ਵਾਰ ਇਦਾਂ ਦੇ ਥ੍ਰੈਟ ਆਏ ਹੈ। ਜੀਵਨ ਮਰਨ ਸ਼ਾਇਦ ਪ੍ਰਮਾਤਮਾ ਦੇ ਹੱਥ ਹੈ ਤੇ ਡਰਨਾ ਨਹੀਂ ਚਾਹੀਦਾ ਹੈਗਾ ਮੌਤ ਤੋਂ। ਬਹੁਤ ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ, ਸਿਕਿਉਰਿਟੀ ਲੈਣੀ ਚਾਹੀਦੀ ਆ, ਨਹੀਂ ਲੈਣੀ ਚਾਹੀਦੀ। ਤੁਹਾਡਾ ਇਸ ਸੰਬੰਧੀ ਕੀ ਵਿਚਾਰ ਹੈ? ਵੀ ਤੁਸੀਂ ਅਗਲਾ ਤੁਹਾਨੂੰ ਮਾਰੇ ਤਾਂ ਤੁਸੀਂ ਉਹਨੂੰ ਮਾਰੋ, ਜਾਂ ਚੁੱਪ ਕਰਕੇ ਅੱਖਾਂ ਬੰਦ ਕਰਕੇ ਬਹਿ ਜਾਓ, ਲਓ ਜੀ ਆ ਜਾਓ ਸਾਨੂੰ ਮਾਰੋ। ਤੁਹਾਡੇ ਕੋਲ ਪਹਿਲਾਂ ਹੀ ਹੈਗੇ ਨੇ ਸਿਕਿਉਰਿਟੀ ਗਾਰਡ, ਤੁਹਾਡੇ ਪੰਜਾਬ ਪੁਲਿਸ ਦੇ ਸਿਕਿਉਰਿਟੀ ਗਾਰਡ ਤਾਂ ਹੈਗੇ ਨੇ? ਹਾਂ, ਮੇਰਾ ਖਿਆਲ ਉਹ 10-12 ਬੰਦੇ ਹੈਗੇ ਨੇ ਜੀ। ਉਹ ਵਾਰੀ-ਵਾਰੀ ਸਿਰ 2-2 ਜਣੇ ਉਹਨਾਂ ਦੀਆਂ ਡਿਊਟੀਆਂ ਹੁੰਦੀਆਂ ਨੇ, ਉਹਨਾਂ ਉਹ ਆਪਣਾ ਕਰੀ ਜਾਂਦੇ ਨੇ। ਪਰ ਤੁਸੀਂ ਆਪਣੇ ਨਾਲ ਕੁਝ ਜਿਹੜੇ ਆਪਣੇ ਜਿਹੜੇ ਤੁਹਾਡੇ ਸਾਥੀ ਕਹਿ ਲਈਏ ਉਹਨਾਂ ਕੋਲ ਵੈਪਨਸ ਤਾਂ ਨੇ? ਹਾਂ, ਉਹ ਹੈਗੇ ਨੇ 5-7 ਬੰਦਿਆਂ ਕੋਲ, ਹੋ ਸਕਦਾ 10 ਕੋਲ ਹੀ ਹੋਣਗੇ। ਮੈਂ ਕੈਨੇਡਾ ਗਿਆ ਸੀ ਪ੍ਰੋਗਰਾਮ ਕਰਨ ਪਿਛਲੇ ਸਾਲ, ਤੇ ਬਾਥਰੂਮ ਦੇ ਵਿੱਚ ਰਿਵਾਲਵਰ ਰੱਖ ਕੇ ਗਿਆ, ਕੋਈ ਉੱਤੇ ਲਾ ਕੇ ਗਿਆ ਵੀ ਅਸੀਂ ਏਦਾਂ ਆਏ ਆ, ਕੱਲ ਇਹ ਏਦਾਂ ਹੋਣਾ। ਉੱਪਰ ਬੈਠਿਆ ਸੀ ਦੀਵਾਨ 'ਚ, ਮੈਂ ਚੱਲਿਆ ਸੀ, ਉਹ ਇਕੱਠੇ ਹੋ ਕੇ ਬੰਦੇ 50-60 ਆ ਗਏ ਤਲਵਾਰਾਂ ਲੈ ਕੇ, ਦਰਵਾਜੇ ਭੰਨਦੇ ਰਹੇ। ਉਦੋਂ ਇਹ ਕਹਿ ਲੋ ਵੀ ਉਹ ਅੰਦਰ ਬੰਦੇ ਖੜੇ ਰਹੇ ਗੇਟ ਫੜ ਕੇ, ਉਹ ਬਚਾਅ ਹੋ ਗਿਆ ਉਦੋਂ। ਤੁਹਾਨੂੰ ਛੇਕਣ ਦੀ ਗੱਲ ਹੋ ਰਹੀ ਹੈ, ਤੁਹਾਨੂੰ ਕਿਉਂ ਲੱਗਦਾ ਹੈ ਵਾਰ-ਵਾਰ, ਹਰ ਵਾਰ ਕਿਉਂ ਲੱਗਦਾ ਹੈ ਕਿ ਬਹੁਤ ਵਾਰ ਤੁਸੀਂ ਕਹਿ ਚੁੱਕੇ ਹੋ ਕਿ ਮੈਨੂੰ ਖਦਸ਼ਾ ਹੈ ਇਸ ਤਰ੍ਹਾਂ ਦਾ? ਇੱਕ ਫੋਟੋ ਵੀ ਆਈ ਹੈ ਸੁਖਦਰਸ਼ਨ ਸਿੰਘ ਨਾਂ ਦੇ ਵਿਅਕਤੀ ਦੀ, ਜਿਹੜੀ ਮੇਰੇ ਨਾਲ ਕੋਈ ਬੰਦਾ ਇੱਥੇ ਫੋਟੋ ਖਿਚਾ ਗਿਆ। ਮੈਂ ਪੁੱਛਿਆ ਸੀ ਵੀ ਜੇ ਜਥੇਦਾਰ ਜੀ ਨਾਲ ਕੋਈ ਫੋਟੋ ਖਿਚਾ ਕੇ ਕੱਲ ਨੂੰ ਕਤਲ ਕਰ ਦੂਗਾ ਤਾਂ ਇਹਦਾ ਜ਼ਿੰਮੇਵਾਰ ਜਥੇਦਾਰ ਜੀ ਹੋਣਗੇ। ਵੀ ਇਹੋ ਜਿਹੇ ਬੰਦੇ ਸਾਡੇ ਨਹੀਂ ਹੋ ਸਕਦੇ ਜਿਹੜੇ ਭੱਦੀ ਸ਼ਬਦਾਵਲੀ ਵਰਤਦੇ। ਪਰ ਇੱਕ ਪਿੱਛੇ ਮਿਸਾਲ ਆਈ ਹੈ ਇਸ ਤਰ੍ਹਾਂ ਦੀ ਕਿ ਬਾਬਾ ਬੰਦਾ ਸਿੰਘ ਬਹਾਦਰ ਬਾਰੇ, ਇਤਿਹਾਸ ਬਾਰੇ ਇੱਕ ਬੰਦੇ ਨੇ ਟਿੱਪਣੀ ਕੀਤੀ। 50,000 ਬੰਦਾ ਦੀਵਾਨ ਸੁਣਨ ਆਇਆ, ਕਿਸੇ ਨੂੰ ਗੁਰਮਤ ਬਾਰੇ ਪਤਾ ਹੈ, ਕਿਸੇ ਨੂੰ ਨਹੀਂ ਪਤਾ। ਉਹਨੂੰ ਕੋਈ ਪੁੱਛਿਆ, ਹਾਂਜੀ ਤੂੰ ਦੱਸ, ਉਹ ਕਹਿੰਦਾ ਮੈਂ, ਤੁਸੀਂ ਕੋਲ ਖੜੇ ਸੀ। ਮਤਲਬ ਉਹ ਮੇਰੇ ਨਾਲ ਕਿੱਦਾਂ ਜੁੜ ਗਿਆ ਨਾ। ਅਰਦਾਸ ਅਸੀਂ ਸਾਰੇ ਕਰਦੇ ਹਾਂ, ਤੇ ਫਿਰ ਅਰਦਾਸ ਬਹੁਤ ਸਾਰੇ ਲੋਕ ਇਹ ਪੁੱਛਦੇ ਨੇ ਕਿ ਅਰਦਾਸ ਕਿਸ ਨੂੰ ਕੀਤੀ ਜਾਵੇ? ਫਿਰ ਅਰਦਾਸ ਦਾ ਮਤਲਬ ਆਪਣੇ ਆਪ ਨਾਲ ਵਾਅਦਾ ਕਰਨਾ ਆ, ਆਪਣੇ ਆਪ ਦੀ ਤਿਆਰੀ ਕਰਨੀ ਆ। ਪਰ ਜੇ ਤੁਸੀਂ ਚੋਲਾ ਪਾ ਲਓ, ਦਾੜੀ ਰੱਖ ਲਓ ਤੇ ਹੱਥ 'ਚ ਸਲੂਤਰ ਫੜ ਕੇ ਕੰਮ ਸੇਮ ਹੀ ਕਰੋ, ਫਿਰ ਤੁਹਾਨੂੰ ਭੰਗੀ ਨਹੀਂ ਕਿਹਾ ਜਾਣਾ, ਕਹਿਣਾ ਕਿਸੇ ਨੇ ਨਸ਼ੇੜੀ ਮੁੰਡਿਆਂ ਦਾ ਗਰੁੱਪ ਨਹੀਂ ਕਿਹਾ ਜਾਣਾ। ਫਿਰ ਇਹ ਕਿਹਾ ਜਾਣਾ ਤੁਹਾਨੂੰ ਤਾਂ ਨਾਮ ਦੀ ਮਸਤੀ ਚੜੀ ਹੈ, ਇਹ ਤਾਂ ਪ੍ਰਸ਼ਾਦ ਲੈਂਦੇ ਹੋ ਤੁਸੀਂ। ਸਿੱਧੂ ਮੂਸੇਵਾਲੇ ਮਾਮਲੇ ਦੇ ਵਿੱਚ ਵੀ ਤੁਸੀਂ ਸਟੈਂਡ ਲਿਆ ਤੇ ਉਹਨੇ ਮਾਫੀ ਮੰਗ ਲਈ। ਰਣਜੀਤ ਬਾਵਾ ਨੇ ਵੀ ਗਾਇਆ, ਉਹਦੇ ਵਾਸਤੇ ਵੀ ਤੁਸੀਂ ਹਾਂ ਦਾ ਨਾਰਾ ਮਾਰਿਆ, ਉਹਨੇ ਵੀ ਮਾਫੀ ਮੰਗ ਲਈ। ਤੁਹਾਨੂੰ ਲੱਗਦਾ ਨਹੀਂ ਕਿ ਉਹ ਤਾਂ ਆਪਣੀ ਗੱਲ ਤੇ ਖੜੇ ਵੀ ਨਹੀਂ ਹੈਗੇ ਤੇ ਤੁਸੀਂ ਉਹਨਾਂ ਦੀ ਸਪੋਰਟ? ਜਿਹੜੇ ਗ੍ਰੰਥ ਦੇ ਵਿੱਚ, ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਮਾਈ ਭਾਗੋ ਨੂੰ ਨਗਨ ਲਿਖਿਆ ਵੀ ਗੁਰੂ ਸਾਹਿਬ ਨਾਲ ਫਿਰਦੀ ਸੀ, ਯਾਰ ਤੁਸੀਂ ਕਦੋਂ ਮਾਫੀ ਮੰਗੋਗੇ? ਤੁਸੀਂ ਤਾਂ ਰਮਾਲੇ ਪਾ ਕੇ ਰੱਖਿਆ ਕਿ ਮੈਨੂੰ ਤਾਂ ਤੁਸੀਂ ਕਹਿੰਦੇ ਹੋ ਵੀ ਢੱਡਰੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਬੋਲਦਾ ਹੈ। ਮੇਰੀ ਕੋਈ ਸਟੇਟਮੈਂਟ ਦਿਖਾਓ ਜੀ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਇੰਨਾ ਕੁਝ ਲਿਖਿਆ ਹੈ, ਉਹ ਤੁਸੀਂ ਅੱਖਾਂ ਬੰਦ ਕਰਕੇ ਲੰਘ ਜਾਂਦੇ ਹੋ। ਠੀਕ ਹੈ ਕਿ ਦਿਗੰਬਰ ਸ਼ਬਦ ਲਿਖਿਆ ਹੋਇਆ ਸੀਗਾ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ, ਪਰ ਤੁਸੀਂ ਜਦੋਂ ਉਹਨੂੰ ਇੰਟਰਪ੍ਰੇਟ ਕੀਤਾ ਤਾਂ ਆਪਣੇ ਸ਼ਬਦਾਵਲੀ ਦੇ ਵਿੱਚ ਬਹੁਤ ਵਾਰ ਇਸੇ ਤਰ੍ਹਾਂ ਸੁਖਦਰਸ਼ਨ ਦੇ ਮਾਮਲੇ ਦੇ ਵਿੱਚ ਵੀ ਹੋਇਆ। ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਸਰੂਪ ਸਿੰਘ ਹੋਰੀ ਦੀ ਗੱਲ ਹੁੰਦੀ ਹੈ, ਜਿੰਨੀਆਂ ਵੀ ਗੱਲਾਂ ਹੁੰਦੀਆਂ, ਮਤਲਬ ਤੁਸੀਂ ਵਿਰੋਧ ਬਹੁਤ ਸਾਰੇ ਪਾਸੇ ਐਕਸ਼ਨ ਤੇ ਰਿਐਕਸ਼ਨ। ਤੁਸੀਂ ਟੇਬਲ ਟਾਕ ਕਰਨ ਲਈ ਤਿਆਰ ਕਿਉਂ ਨਹੀਂ ਜਥੇਦਾਰ ਸਾਹਿਬ ਨਾਲ? ਮੈਂ ਬਿਲਕੁਲ ਤਿਆਰ ਹਾਂ, ਕੈਮਰੇ ਦੇ ਸਾਹਮਣੇ ਲਾਈਵ ਕਰਕੇ। ਮੈਨੂੰ ਦੱਸ ਦੇਣ। ਕਹਿੰਦੇ ਭਾਈ ਸਾਹਿਬ ਕੱਲਾ ਅਕਾਲ ਤਖਤ ਕਹਿ ਦਿੰਦੇ ਨੇ, ਸ਼੍ਰੀ ਅਕਾਲ ਤਖਤ ਸਾਹਿਬ ਨਹੀਂ ਕਹਿੰਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅੱਜ ਸਾਡੇ ਨਾਲ ਨੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਸਵਾਗਤ ਪਹਿਲਾਂ ਤਾਂ ਤੁਹਾਡਾ। ਤੇ ਜੋ ਸਾਡੇ ਕੋਲੇ ਖਬਰਾਂ ਆ ਰਹੀਆਂ ਨੇ, ਮੀਡੀਆ ਰਿਪੋਰਟਸ ਆ ਰਹੀਆਂ ਨੇ, ਸਭ ਤੋਂ ਸ਼ੁਰੂਆਤ ਤਾਂ ਉਸੇ ਗੱਲ ਨਾਲ ਕਰਦੇ ਹਾਂ ਕਿ ਕੁਝ IB ਦਾ ਅਲਰਟ ਆਇਆ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਹੋਰਾਂ ਨੂੰ ਕੁਝ ਇਸ ਤਰ੍ਹਾਂ ਦੀਆਂ ਕੁਝ ਸਾਜ਼ਿਸ਼ਾਂ ਬੁਣੀਆਂ ਜਾ ਰਹੀਆਂ ਨੇ ਕਿ ਕੋਈ ਧਮਕੀਆਂ ਵੀ ਆ ਰਹੀਆਂ ਨੇ, ਕੋਈ ਜਾਨਲੇਵਾ ਹਮਲਾ ਵੀ ਹੋ ਸਕਦਾ, ਥ੍ਰੈਟਸ ਆ ਰਹੇ ਨੇ ਇਸ ਤਰ੍ਹਾਂ ਦੇ। ਹਾਂਜੀ, ਉਹ ਪਤਾ ਲੱਗਿਆ ਜੀ, ਮੈਨੂੰ ਵੀ ਨਿਊਜ਼ ਤੋਂ ਹੀ ਪਤਾ ਲੱਗਿਆ ਸੀ ਵੀ ਖੂਫੀਆ ਵਿਭਾਗ ਵੱਲੋਂ ਕੋਈ ISI ਵੱਲੋਂ ਹੋਇਆ ਪਾਕਿਸਤਾਨ ਵਿੱਚ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ। ਪਹਿਲਾਂ ਮੈਨੂੰ ਕੁਝ ਉਹਨਾਂ ਦੇ ਮੈਂਬਰ ਖੂਫੀਆ ਵਿਭਾਗ ਦੇ ਮਿਲਦੇ ਰਹੇ ਆ, ਮਾੜਾ ਮੋਟਾ ਉਹਨਾਂ ਨੇ ਦੱਸਿਆ ਸੀ ਵੀ ਕੋਈ ਥ੍ਰੈਟ ਤਾਂ ਹੈਗਾ ਜੀ,
ਪਰ ਇਹ ਨਹੀਂ ਸੀ ਪਤਾ ਹੁਣ ਨਿਊਜ਼ ਚੈਨਲਾਂ 'ਚ ਆਉਣ ਕਰਕੇ ਥੋੜਾ ਜਿਹਾ ਜ਼ਿਆਦਾ ਹੋ ਗਿਆ। ਹਾਂਜੀ। ਤੁਸੀਂ ਚੌਕਸ ਹੋਏ ਹੋ ਉਸ ਗੱਲ ਤੋਂ ਬਾਅਦ? ਥੋੜੀ ਸਤਰਕਤਾ ਆਲੇ ਦੁਆਲੇ, ਜਾਂ ਤੁਹਾਨੂੰ ਲੱਗਦਾ ਇਸ ਤਰ੍ਹਾਂ ਵੀ ਵਰਤਣੀ ਚਾਹੀਦੀ? ਵੈਸੇ ਵੀ ਲੋਕਡਾਊਨ ਚੱਲ ਰਿਹਾ। ਹਾਂਜੀ। ਤੇ ਹੁਣ ਜਿੱਦਾਂ ਸਾਡੇ ਜਿਹੜੇ ਵਕੀਲ ਨੇ, ਉਹ ਕੱਲ ਮੇਰੇ ਕੋਲ ਤੁਹਾਡੇ ਨਾਲ ਉਹਨਾਂ ਨੇ ਇੰਟਰਵਿਊ ਕੀਤੀ ਹੋਈ ਹੈ। ਜੀ ਜੀ ਜੀ। ਉਹਨਾਂ ਨੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਵੀ ਆਹ ਕੁਝ ਹੈਗਾ ਆ, ਔਰ ਉਹਨਾਂ ਨੂੰ ਸਾਡੇ ਤੋਂ ਪਹਿਲਾਂ ਪਤਾ ਹੈ ਬਿਲਕੁਲ ਵੀ ਕੀ ਕੁਝ ਚੱਲ ਰਿਹਾ ਜਾਂ ਕਿੱਥੇ ਕੋਈ ਸਾਜ਼ਿਸ਼ਾਂ ਚੱਲ ਰਹੀਆਂ ਨੇ। ਉਹਦੇ ਵਾਸਤੇ ਉਹ ਸ਼ਾਇਦ ਹੁਣ ਪਤਾ ਨਹੀਂ ਕਰਨਗੇ ਜਾਂ ਨਹੀਂ ਕਰਨਗੇ। ਸਾਡੇ ਵੱਲੋਂ ਜਿੰਨਾ ਪਹਿਲਾਂ ਸੀ ਅਸੀਂ ਉਦਾਂ ਕਰ ਹੀ ਰਹੇ ਹਾਂ। ਅੱਛਾ, ਕਿਉਂਕਿ ਸੰਗਤ ਤੁਹਾਡੇ ਨਾਲ ਜੁੜੀ ਹੋਈ ਹੈ, ਚਾਹੇ ਉਹ ਕਿਸੇ ਵੀ ਮਾਧਿਅਮ ਨਾਲ ਹੋਵੇ, ਸੋਸ਼ਲ ਮੀਡੀਆ ਦੇ ਰਾਹੀਂ ਜਾਂ ਵੈਸੇ ਦੀਵਾਨਾਂ ਦੇ ਰਾਹੀਂ, ਇੱਕ ਉਹਨਾਂ ਨੂੰ ਵੀ ਫਿਕਰ ਹੁੰਦਾ ਨਾ ਕਿ ਬਾਬਾ ਜੀ ਸਹੀ ਰਹਿਣ, ਕੋਈ ਇਸ ਤਰ੍ਹਾਂ ਦਾ ਅਟੈਕ, ਕਿਉਂਕਿ ਪਹਿਲਾਂ ਹੋ ਚੁੱਕਿਆ ਇੱਕ ਵਾਰੀ ਤਾਂ ਹੁੰਦਾ ਕਿ ਕਦੇ ਹੋਇਆ ਨਹੀਂ ਇਸ ਤਰ੍ਹਾਂ ਦਾ। ਪਹਿਲਾਂ ਜੋ 2016 ਦੇ ਵਿੱਚ ਮਈ ਦੇ ਵਿੱਚ ਹੋਇਆ, ਪਹਿਲਾਂ ਵੀ ਉਹ ਦੱਸ ਰਹੇ ਸੀ ਤੁਹਾਡੇ ਐਡਵੋਕੇਟ ਸਾਹਿਬ ਕਿ ਪਹਿਲਾਂ ਵੀ ਇਸ ਤਰ੍ਹਾਂ ਦੀ ਧਮਕੀਆਂ ਆਈਆਂ, ਉਹ ਤੋਂ ਬਾਅਦ ਅਟੈਕ ਹੋਇਆ। ਹਾਂ, ਪਹਿਲਾਂ ਜਦੋਂ ਉਹ ਹੋਇਆ ਸੀ ਨਾ, ਸ਼ਬੀਲ ਲੱਗੀ ਸੀ ਜੀ, ਉਸ ਤੋਂ ਪਹਿਲਾਂ ਇਦਾਂ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਇਦਾਂ ਕਰ ਦੇਣਾ, ਇਦਾਂ ਕਰ ਦੇਣਾ। ਖਬਰਾਂ ਆਉਂਦੀਆਂ ਸੀ ਪਰ ਅਸੀਂ ਉਹਨੂੰ ਸੀਰੀਅਸ ਨਹੀਂ ਸੀ ਲਿਆ। ਜੀ, ਮੈਨੂੰ ਲੱਗਦਾ ਸੀ ਵੀ ਇਦਾਂ ਥੋੜਾ ਹੁੰਦਾ ਕਿਸੇ ਨੂੰ ਮਾਰ ਦੇਣਾ। ਕੋਈ ਵਿਚਾਰ ਦੀ ਗੱਲ ਹੁੰਦੀ ਹੈ ਵੀ ਕੋਈ ਸਾਡੇ ਤੇ ਤੁਹਾਨੂੰ ਕੁਝ ਗਲਤ ਲੱਗਦਾ ਸਾਡੇ ਬਾਰੇ, ਤੁਸੀਂ ਬੋਲ ਸਕਦੇ ਹੋ। ਜੀ ਜੀ ਜੀ। ਪਰ ਇਦਾਂ ਤਾਂ ਨਹੀਂ ਨਾ ਹੋਏਗਾ ਕੋਈ ਦਿਨ ਦਿਹਾੜੇ ਸਾਨੂੰ ਮਾਰ ਦੇਵੇਗਾ। ਪਰ ਉਹ ਜਦੋਂ ਹੋਇਆ ਵਾਕਿਆ, ਫੇਰ ਪਤਾ ਲੱਗਾ ਵੀ ਇਹ ਤਾਂ ਕਾਫੀ ਗੰਭੀਰ ਸੀ ਮਸਲਾ। ਪਹਿਲਾਂ ਅਸੀਂ ਇਹਨੂੰ ਗੰਭੀਰਤਾ ਨਾਲ ਲਿਆ ਨਹੀਂ ਸੀ। ਹੁਣ ਇਸ ਵਾਰੀ ਵੀ ਮੈਂ ਤਾਂ ਆਪਣੇ ਵੱਲੋਂ ਤਾਂ ਮੈਂ ਕਹਿੰਦਾ ਵੀ ਠੀਕ ਹੈ, ਜੋ ਤਾਂ ਜਦੋਂ ਜਾਣਾ ਉਹ ਤਾਂ ਜਾਣਾ ਹੀ ਹੈ, ਉਹਦੇ ਵਿੱਚ ਤਾਂ ਕੋਈ ਰੌਲਾ ਹੀ ਨਹੀਂ ਹੈ ਨਾ। ਆਪਾਂ ਉਸ ਗੱਲ ਨੂੰ ਤਾਂ ਅੰਡਰਸਟੈਂਡ ਕਰਦੇ ਹੀ ਆ। ਪਰ ਫਿਰ ਵੀ ਆਲੇ ਦੁਆਲੇ ਹੁਣ ਹੁੰਦਾ ਹੀ ਹੈ, ਫਿਕਰ ਕਰਦੇ ਨੇ ਸਾਰੇ ਬੰਦੇ ਵੀ ਕੁਝ ਵੀ ਐਸਾ ਨਾ ਹੋਵੇ, ਜਾਂ ਏਡੀ ਵੱਡੀ ਪੱਧਰ ਤੇ ਜਦੋਂ ਨਾ ਹੀ ਸੁਣ ਲੈਂਦਾ ਅਗਲਾ ਵੀ ਪਾਕਿਸਤਾਨ ਚ ਰਚੀ ਜਾ ਰਹੀ ਸਾਜ਼ਿਸ਼, ਜੈਸ਼ੇ ਮੁਹੰਮਦ, ਆਈਐਸਆਈ, ਇਸ ਤਰ੍ਹਾਂ ਦੇ ਨਾਮ ਜਿਹੜੇ ਨਾ ਵੱਡੇ ਨੇ। ਜੀ ਜੀ ਜੀ। ਉਹਦੇ ਕਰਕੇ ਫਿਰ ਜਿਹੜਾ ਨਾਲ ਆਲੇ ਦੁਆਲੇ ਵਾਲੇ ਬੰਦੇ ਸਤਰਕ ਹੋ ਜਾਂਦੇ ਆ। ਔਰ ਹੋਏ ਆ, ਵੇਖ ਰਹੇ ਆ ਆਪਣਾ, ਪਤਾ ਨਹੀਂ ਹੁਣ ਕਿੱਦਾਂ ਗਵਰਨਮੈਂਟ ਨੇ ਕਰਨਾ ਹੈ ਜਾਂ ਪ੍ਰਸ਼ਾਸਨ ਨੇ ਕਰਨਾ ਹੈ। ਸਾਡੇ ਕੋਲੇ ਹੋਰ ਰਾਹ ਵੀ ਕੋਈ ਨਹੀਂ। ਠੀਕ ਹੈ। ਅੱਛਾ, ਇੱਕ ਇਹ ਵੀ ਨਾਲ ਨਾਲ ਗੱਲ ਚੱਲਦੀ ਹੈ ਕਿ ਜੀਵਨ ਮਰਨ ਸ਼ਾਇਦ ਪ੍ਰਮਾਤਮਾ ਦੇ ਹੱਥ ਹੈ, ਤੇ ਡਰਨਾ ਨਹੀਂ ਚਾਹੀਦਾ ਹੈਗਾ ਮੌਤ ਤੋਂ। ਬਹੁਤ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਸਿਕਿਉਰਿਟੀ ਲੈਣੀ ਚਾਹੀਦੀ ਹੈ, ਨਹੀਂ ਲੈਣੀ ਚਾਹੀਦੀ। ਤੁਹਾਡਾ ਇਸ ਸੰਬੰਧੀ ਕੀ ਵਿਚਾਰ ਹੈ? ਨਹੀਂ, ਦੇਖੋ, ਇਹ ਤਾਂ ਗੱਲ ਚਾਹੇ ਅਸੀਂ ਗੁਰੂ ਸਾਹਿਬ ਦੇ ਵੇਲੇ ਤੋਂ ਲੈ ਕੇ ਵੀ, ਉਹਨਾਂ ਨੇ ਵੀ ਆਪਣੇ ਟਾਈਮ ਦੇ ਉੱਤੇ ਡਿਕਟੇਟਰਸ਼ਿਪ ਸੀ। ਡਿਕਟੇਟਰਸ਼ਿਪ ਦੇ ਵਿੱਚ ਅਗਲਾ ਜੋ ਉਸ ਵੇਲੇ ਹੁੰਦਾ ਸੀ, ਆਪਣੇ ਹਥਿਆਰ ਰੱਖਦੇ ਸੀ, ਘੋੜੇ ਰੱਖਦੇ ਸੀ, ਕੋਈ ਬਚਾਅ ਰੱਖਦੇ ਸੀ। ਹੁਣ ਤੁਸੀਂ ਪੱਤਰਕਾਰ ਹੋ, ਤੁਸੀਂ ਗੱਡੀ 'ਚ ਜਾਂਦੇ ਹੋ ਤਾਂ ਅਗਲਾ ਕਹਿੰਦਾ ਮਾੜਾ ਮੋਟਾ ਯਾਰ ਕੋਈ ਡੰਡਾ ਹੀ ਰੱਖ ਲਓ, ਜੇ ਹਥਿਆਰ ਨਹੀਂ ਰੱਖ ਸਕਦੇ। ਮਾੜਾ ਮੋਟਾ ਇੰਨਾ ਕੁ ਅਸੀਂ ਕਰ ਸਕਦੇ ਆ ਜਦੋਂ ਡੈਮੋਕ੍ਰੈਟਿਕ ਸਿਸਟਮ ਆ ਗਿਆ ਸਾਡੇ ਇੱਥੇ। ਹੁਣ ਡਿਕਟੇਟਰਸ਼ਿਪ ਤਾਂ ਹੈ ਨਹੀਂ ਵੀ ਤੁਸੀਂ ਅਗਲਾ ਤੁਹਾਨੂੰ ਮਾਰੇ ਉਹਨੂੰ ਮਾਰੋ, ਜਾਂ ਚੁੱਪ ਕਰਕੇ ਅੱਖਾਂ ਬੰਦ ਕਰਕੇ ਬਹਿ ਜਾਓ, ਲਓ ਜੀ ਆ ਜਾਓ ਸਾਨੂੰ ਮਾਰੋ, ਜੋ ਹੁੰਦਾ ਹੋ ਜਵੇ, ਜੋ ਹੁੰਦਾ ਹੋ ਜਵੇ, ਵੀ ਜੋ ਲਿਖੀ ਹੈ ਇਦਾਂ ਵੀ ਆਪਣੇ ਆਪ ਆਪਾਂ ਬਹਿ ਜਾਓ ਸਾਰੇ ਤੇ ਸਾਨੂੰ ਆ ਕੇ ਮਾਰ ਦੋ। ਇਹ ਵੀ ਕੋਈ ਗੱਲ ਨਹੀਂ ਹੈ ਨਾ। ਜਿਹੜਾ ਅੱਜ ਦਾ ਹਾਲਾਤ ਹੈ, ਸਿਸਟਮ ਡੈਮੋਕ੍ਰੈਟਿਕ ਹੈ, ਤੁਸੀਂ ਸ਼ਿਕਾਇਤ ਕਰ ਸਕਦੇ ਹੋ। ਸਾਡੇ ਤੇ ਕੋਈ ਤੁਹਾਨੂੰ ਥ੍ਰੈਟ ਆਊਗਾ ਤਾਂ ਤੁਸੀਂ ਨੇੜੇ ਥਾਣੇ ਜਾ ਕੇ ਸ਼ਿਕਾਇਤ ਕਰੋ। ਆਹ ਰਾਹ ਇਹ ਹੈ, ਹੋਰ ਕੋਈ ਰਾਹ ਨਹੀਂ। ਮਜਬੂਰੀ ਬਣ ਜਾਂਦੀ ਹੈ, ਹਾਲਾਤਾਂ ਦੇ ਹਿਸਾਬ ਨਾਲ ਤੁਸੀਂ ਇਹੀ ਕਰ ਸਕਦੇ ਹੋ, ਹੋਰ ਤੁਹਾਡੇ ਕੋਲੇ ਕੋਈ ਰਾਹ ਨਹੀਂ ਜੀ। ਉਹੀ ਰਾਹ ਸਾਨੂੰ ਅਪਣਾਉਣਾ ਪੈਂਦਾ। ਬਾਅਦ ਵਿੱਚ ਇਹ ਵੀ ਜੀ ਸਰਕਾਰੀ ਬਾਬਾ ਹੈ, ਇਹਦੇ ਨਾਲ ਇਹਨੂੰ ਸਰਕਾਰ ਸ਼ਹਿ ਦਿੰਦੀ ਹੈ। ਹੁਣ ਬੰਦਾ ਕਰੇ ਕਿ ਜਦੋਂ ਥ੍ਰੈਟ ਆਉਣਗੇ, ਪਿਛਲੇ 4-5 ਸਾਲਾਂ ਤੋਂ ਬਾਅਦ, ਸ਼ਬੀਲ ਤੋਂ ਬਾਅਦ 6 ਵਾਰ ਇਦਾਂ ਦੇ ਥ੍ਰੈਟ ਆਏ ਹੈ। 2-3 ਵਾਰ ਅਮਰੀਕਾ 'ਚ ਵੀ ਮੇਰੀ ਗੱਡੀ ਭੰਨੀ ਹੈ। ਕੋਸ਼ਿਸ਼ਾਂ ਹੋਈਆਂ ਨੇ ਤੁਹਾਡੇ ਤੇ ਅਟੈਕ ਦੀ? ਘੱਟ ਤੋਂ ਘੱਟ 4 ਵਾਰ। 4 ਵਾਰ ਅਮਰੀਕਾ ਵਿੱਚ 3 ਵਾਰ ਜੀ। ਬਾਕੀ ਇੱਥੇ ਮੈਂ ਕੈਨੇਡਾ ਗਿਆ ਸੀ ਪ੍ਰੋਗਰਾਮ ਕਰਨ ਪਿਛਲੇ ਸਾਲ, ਤੇ ਬਾਥਰੂਮ ਦੇ ਵਿੱਚ ਰਿਵਾਲਵਰ ਰੱਖ ਕੇ ਗਿਆ, ਕੋਈ ਉੱਤੇ ਲਾ ਕੇ ਗਿਆ ਵੀ ਅਸੀਂ ਇਦਾਂ ਆਏ ਆ, ਕੱਲ ਇਹ ਇਦਾਂ ਹੋਣਾ। ਮਤਲਬ ਇਦਾਂ ਦੇ ਥ੍ਰੈਟ ਸਦਾ ਹੀ ਆਏ ਆ। ਮੈਂ ਤੁਹਾਡੀ ਵੀਡੀਓ ਦੇਖ ਰਿਹਾ ਸੀਗਾ, ਸ਼ਾਇਦ ਉਹ ਬਾਹਰ ਦੀ ਸੀਗੀ, ਕਿ ਸੰਗਤ ਕੋਈ ਬਾਹਰੋਂ ਦਰਵਾਜ਼ਾ ਖੜਕਾ ਰਹੀ ਹੈ, ਅੰਦਰ ਆਉਣ ਦੀ ਕੋਸ਼ਿਸ਼ ਹੋ ਰਹੀ ਹੈ, ਉਹਨੂੰ ਰੋਕਿਆ ਜਾ ਰਿਹਾ। ਉਹ ਵੀ ਅਮਰੀਕਾ ਦੀ ਸੀ, ਇਸ ਤਰ੍ਹਾਂ ਦਾ ਸੀਗਾ। ਉੱਪਰ ਬੈਠਿਆ ਸੀ ਦੀਵਾਨ 'ਚ, ਮੈਂ ਚੱਲਿਆ ਸੀ, ਉਹ ਇਕੱਠੇ ਹੋ ਕੇ ਬੰਦੇ 50-60 ਆ ਗਏ ਤਲਵਾਰਾਂ ਲੈ ਕੇ, ਦਰਵਾਜ਼ੇ ਭੰਨ ਦੇ ਰਹੇ। ਉਦੋਂ ਇਹ ਕਹਿ ਲੋ ਵੀ ਅੰਦਰ ਬੰਦੇ ਖੜੇ ਰਹੇ ਗੇਟ ਫੜ ਕੇ, ਉਹ ਬਚਾਅ ਹੋ ਗਿਆ। ਉਦੋਂ ਇੱਕ ਵਾਰ ਉਹਨਾਂ ਨੂੰ ਇਹ ਲੱਗਿਆ ਕਿ ਮੇਰੀ ਗੱਡੀ ਹੈ, ਮੇਰੀ ਗੱਡੀ ਦੇ ਭੁਲੇਖੇ ਕਿਸੇ ਹੋਰ ਦੀ ਗੱਡੀ ਭੰਨਤੀ, ਵਿੱਚ ਗੱਡੀ ਮਾਰ ਕੇ। ਬਾਅਦ 'ਚ ਪਤਾ ਲੱਗਿਆ ਵੀ ਉਹ ਤਾਂ ਬੰਦਾ ਕੋਈ ਹੋਰ ਸੀ, ਮੈਂ ਹੋਰ ਗੱਡੀ 'ਚ ਸੀ। ਬਸ ਉਹ ਇਦਾਂ ਦਾ ਕੁਝ ਬਹੁਤ ਵਾਰ ਹੋਇਆ। ਕੋਈ ਵੀ ਰਾਹ ਨਹੀਂ ਬਚਦਾ ਦੁਨੀਆ ਦੇ ਵਿੱਚ, ਕਿਤੇ ਵੀ ਕਿਸੇ ਨਾਲ ਇਦਾਂ ਹੁੰਦਾ ਹੈ। ਜਾਂ ਤਾਂ ਬੰਦਾ ਲੜੇ ਬਰਾਬਰ, ਅਗਲਾ ਤੁਹਾਡਾ ਕਤਲ ਕਰ ਗਿਆ, ਤੁਸੀਂ ਉਹਦਾ ਕਰਨ ਤੁਰ ਪਓ, ਫਿਰ ਕੀ ਕਹਿਣਗੇ ਵੀ ਸਿੱਖ ਆਪਸ 'ਚ ਲੜੀ ਜਾਂਦੇ ਨੇ।
ਇੱਕ ਦੂਜੇ ਦਾ ਕਤਲ ਕਰਨ ਲੱਗ ਗਏ। ਉਹਨਾਂ ਨੇ ਇਹਨਾਂ ਨੂੰ ਵੱਢਤਾ, ਇਹਨਾਂ ਨੇ ਉਹਨਾਂ ਨੂੰ ਵੱਢਤਾ। ਵੇਖੋ ਜੀ ਸਿੱਖਾਂ 'ਚ ਲੜਾਈ ਪੈ ਗਈ, ਭਰਾ ਮਾਰੂ ਜੰਗ ਹੋ ਗਈ। ਹੁਣ ਬੰਦਾ ਕਰੂਗਾ ਕੀ? ਬਸ ਇਹੀ ਰਾਹ ਹੁੰਦਾ ਕਿ ਤੁਸੀਂ ਸ਼ਿਕਾਇਤ ਕਰ ਲਓ। ਜਿੱਡਾ ਵੱਡਾ ਥ੍ਰੈਟ ਹੁੰਦਾ ਓਡੀ ਵੱਡੀ ਸਿਕਿਉਰਿਟੀ ਗਵਰਨਮੈਂਟ ਦਾ ਜਾਂ ਸਿਸਟਮ ਦਾ ਇੱਕ ਫਰਜ਼ ਬਣਦਾ ਹੈ ਕਿ ਆਪਣੇ ਨਾਗਰਿਕ ਨੂੰ ਉਹ ਪ੍ਰੋਵਾਈਡ ਕਰੇ। ਤੁਹਾਨੂੰ ਲੱਗਦਾ ਹੈ ਕਿ ਇਹ ਰਾਹ ਸਹੀ ਹੈ ਜਿਹੜਾ ਤੁਸੀਂ ਅਡਾਪਟ ਕੀਤਾ, ਕਿ ਜਿਹੜੇ ਤੁਹਾਡੇ ਵਕੀਲ ਸਾਹਿਬ ਕਰ ਰਹੇ ਨੇ, ਅੱਗੇ ਐਪਲੀਕੇਸ਼ਨ ਦਿੱਤੀ ਹੈ, ਡੀਜੀਪੀ ਸਾਹਿਬ ਨਾਲ ਮੁਲਾਕਾਤ ਹੋਈ ਹੈ ਕਿ ਸਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਤੇ ਸਾਨੂੰ ਸਿਕਿਉਰਿਟੀ ਜਿਹੜੀ ਆ ਉਹ? ਮੈਨੂੰ ਇਕੱਲੇ ਨੂੰ ਨਹੀਂ ਜੀ ਲੱਗਦਾ। ਪਿੱਛੇ ਜੇ ਨਾ ਇਹਨਾਂ ਦਾ ਬਾਬਾ ਜਵਾਹਰ ਦਾਸ ਜੀ ਦਾ ਰੌਲਾ ਪਿਆ ਸੀ ਸੂਸਾ ਪਿੰਡ ਵਿੱਚ ਜੀ, ਬਾਬਾ ਹਰਨਾਮ ਸਿੰਘ ਹੋਣੀ ਟਕਸਾਲ ਵਾਲੇ ਜੀ, ਉਹਨਾਂ ਨੇ ਪਿੰਡ ਵਾਲਿਆਂ ਨੇ ਰੌਲਾ ਪਾਇਆ ਵੀ ਇਹਨਾਂ ਨੇ ਸਾਡੇ ਗੁਰਦੁਆਰੇ ਤੇ ਕਬਜ਼ਾ ਕਰ ਲਿਆ। ਤੇ ਉਹ ਪਿੰਡ ਵਾਲੇ ਛਡਾਉਣ ਗਏ ਵੀ ਇਸ ਤਾਂ ਦਿੱਤਾ ਸੀ ਗੁਰਦੁਆਰਾ ਇਹਨਾਂ ਨੇ ਇਦਾਂ। ਉੱਥੇ ਵੀ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਨੇ ਸੱਦਿਆ, ਪਿੰਡ ਬਾਹਰ ਖੜਾ, ਇਹ ਆਪ ਅੰਦਰ ਖੜੇ ਨੇ। ਡੈਮੋਕ੍ਰੈਟਿਕ ਰਾਹ ਸਾਰੇ ਹੀ ਇਹ ਅਪਣਾਉਂਦੇ ਨੇ। ਸਾਡਾ ਇਕੱਲਿਆਂ ਦਾ ਕੀ, ਜਥੇਦਾਰਾਂ ਨਾਲ ਕੀ ਹੁੰਦਾ? ਜਥੇਦਾਰਾਂ ਦੇ ਨਾਲ ਵੀ ਸਿਕਿਉਰਿਟੀ ਚੱਲਦੀ ਹੈ, ਬਿਲਕੁਲ ਸਕਾਟ ਗੱਡੀਆਂ ਨੇ ਨਾਲ, ਸਭ ਕੁਝ ਹੁੰਦਾ। ਉਹ ਇਹਦਾ ਹੁਣ ਹਾਲਾਤ ਨੇ, ਉਹਦੇ ਵਿੱਚ ਕੋਈ ਰਾਹ ਹੋਰ ਹੈ ਨਹੀਂ, ਮੈਨੂੰ ਇਕੱਲੇ ਨੂੰ ਨਹੀਂ ਲੱਗਦਾ। ਅੱਛਾ, ਇਹ ਵੀ ਇੱਕ ਗੱਲ ਆ ਰਹੀ ਹੈ ਕਿ ਤੁਹਾਡੇ ਕੋਲੇ ਪਹਿਲਾਂ ਹੀ ਹੈਗੇ ਨੇ ਸਿਕਿਉਰਿਟੀ ਗਾਰਡ, ਤੁਹਾਡੇ ਪੰਜਾਬ ਪੁਲਿਸ ਦੇ ਸਿਕਿਉਰਿਟੀ ਗਾਰਡ ਤਾਂ ਹੈਗੇ ਨੇ? ਹਾਂ, ਮੇਰਾ ਖਿਆਲ ਉਹ 10-12 ਬੰਦੇ ਹੈਗੇ ਨੇ ਜੀ। ਉਹ ਵਾਰੀ-ਵਾਰੀ ਸਿਰ 2-2 ਜਣੇ ਉਹਨਾਂ ਦੀਆਂ ਡਿਊਟੀਆਂ ਹੁੰਦੀਆਂ ਨੇ, ਉਹਨਾਂ ਉਹ ਆਪਣਾ ਕਰੀ ਜਾਂਦੇ ਨੇ। ਹੁਣ ਜਿਹੜਾ ਹੈਗਾ ਇਹ ਆਪਣਾ ਮਸਲਾ ਚੱਲਿਆ ਹੈ ਜੀ, ਜਿਹੜਾ ਥ੍ਰੈਟ ਆਇਆ, ਇਹ ਕਹਿੰਦੇ ਬਿਗ ਥ੍ਰੈਟ ਹੈ, ਠੀਕ ਹੈ, ਵੱਡਾ ਹੈ। ਇਹਦੇ ਹਿਸਾਬ ਨਾਲ ਹੋ ਸਕਦਾ ਉਹ ਕੁਝ ਚੇਂਜ ਕਰਨ, ਜੋ ਉਹਨਾਂ ਨੂੰ ਠੀਕ ਲੱਗੂਗਾ। ਅੱਛਾ, ਵੀਡੀਓਜ਼ ਵੀ ਆਈਆਂ ਨੇ ਕੁਝ ਯੂਕੇ ਤੋਂ, ਵੀਡੀਓਜ਼ ਆਈ ਹੈ ਕਿ ਹਾਲੇ ਤੱਕ ਕਰੋਨਾ ਕਰਕੇ ਰੁਕੇ ਹੋਏ ਆ, ਜਦੋਂ ਖਤਮ ਹੋ ਗਿਆ ਫਿਰ ਆਵਾਂਗੇ, ਇਸ ਤਰ੍ਹਾਂ ਦੀ ਵੀ ਆਈਆਂ ਨੇ ਵੀਡੀਓ? ਹਾਂ, ਉਹ ਵੀ ਆ, ਹਾਂਜੀ ਆਈਆਂ ਨੇ। ਉਹ ਸਿੰਘ ਟਕਸਾਲ ਨਾਲ ਜ਼ਿਆਦਾ ਰਿਲੇਟਡ ਨੇ ਬੰਦੇ, ਇਹ ਵੀ ਟਕਸਾਲ ਨਾਲ ਰਿਲੇਟਡ ਨੇ ਜਿਹੜੇ ਬੰਦਿਆਂ ਦਾ ਹੁਣ ਆਇਆ ਹੈ। ਹੋ ਸਕਦਾ ਜਿਹੜੇ ਪਾਕਿਸਤਾਨ 'ਚ ਬੈਠੇ ਹੋਣ ਉਹ ਵੀ ਇਸ ਗਰੁੱਪ ਦੇ ਨਾਲ ਹੀ ਜੁੜੇ ਹੋਏ ਹੋਣ, ਉਹਨਾਂ ਨੇ ਇਦਾਂ ਦਾ ਕੁਝ ਪਲਾਨ ਕੀਤਾ, ਹੋ ਸਕਦਾ ਹੈ। ਠੀਕ ਹੈ, ਤੇ ਚਲੋ ਉਹ ਤਾਂ ਹੁਣ ਸਰਕਾਰ ਸੋਚੇਗੀ ਇਸ ਦੇ ਬਾਰੇ। ਸ਼ਾਇਦ ਡੀਜੀਪੀ ਸਾਹਿਬ ਕਿਸ ਤਰ੍ਹਾਂ ਦੇਖਦੇ ਨੇ, ਜਿਹੜੀਆਂ ਥ੍ਰੈਟਸ ਆਈਆਂ ਨੇ, ਕਿੰਨੀ ਕੁ ਸਿਕਿਉਰਿਟੀ ਦੇਣੀ ਹੈ, ਮੈਨੂੰ ਲੱਗਦਾ। ਪਰ ਤੁਸੀਂ ਆਪਣੇ ਨਾਲ ਕੁਝ ਜਿਹੜੇ ਤੁਹਾਡੇ ਸਾਥੀ ਕਹਿ ਲਈਏ, ਉਹਨਾਂ ਕੋਲ ਵੈਪਨਸ ਤਾਂ ਨੇ? ਹਾਂ, ਉਹ ਹੈਗੇ ਨੇ। 5-7 ਬੰਦਿਆਂ ਕੋਲ, ਹੋ ਸਕਦਾ 10 ਕੋਲ ਹੀ ਹੋਣਗੇ ਜੀ। ਉਹਨਾਂ ਦੇ ਲਾਇਸੈਂਸ ਬਣੇ ਹੋਏ ਨੇ, ਉਹ ਆਪਣਾ ਰੱਖਦੇ ਹੀ ਨੇ। ਮਤਲਬ ਠੀਕ ਹੈ, ਸੈਲਫ ਪ੍ਰੋਟੈਕਸ਼ਨ ਜ਼ਰੂਰੀ ਹੈ ਆਪਣਾ, ਹਰ ਇੱਕ ਨੂੰ ਹੱਕ ਹੈ ਜੀ। ਉਹ ਤਾਂ ਹਰ ਕੋਈ ਬੰਦਾ ਲਾਇਸੈਂਸ ਲੈ ਸਕਦਾ ਔਰ ਉਹ ਕਰ ਸਕਦਾ ਹੈ। ਠੀਕ ਹੈ। ਇੱਕ ਜਥੇਦਾਰ ਸਾਹਿਬ ਦੇ ਬਿਆਨ ਆਏ ਨੇ ਪਿਛਲੇ ਦਿਨੀ ਮੀਡੀਆ ਦੇ ਵਿੱਚ, ਤੁਸੀਂ ਵੀ ਉਸ ਤੇ ਰਿਐਕਟ ਕੀਤਾ ਸੀਗਾ ਕਿ ਹਾਲੇ ਜਲਦੀ ਕਾਰਵਾਈ ਅਸੀਂ ਕਰ ਰਹੇ ਹਾਂ, ਤੇ ਤੁਸੀਂ ਬਹੁਤ ਖਦਸ਼ਾ ਪ੍ਰਗਟਾਉਂਦੇ ਹੋ, ਬਾਰ-ਬਾਰ ਖਦਸ਼ਾ ਪ੍ਰਗਟਾਉਂਦੇ ਹੋ ਕਿ ਮੇਰੇ ਖਿਲਾਫ ਇਸ ਤਰ੍ਹਾਂ ਗਰਾਊਂਡ ਬਣਾਈ ਜਾ ਰਹੀ ਹੈ, ਜਾਂ ਤੁਹਾਨੂੰ ਛੇਕਣ ਦੀ ਗੱਲ ਹੋ ਰਹੀ ਹੈ। ਤੁਹਾਨੂੰ ਕਿਉਂ ਲੱਗਦਾ ਹੈ ਵਾਰ-ਵਾਰ, ਹਰ ਵਾਰ ਕਿਉਂ ਲੱਗਦਾ ਹੈ ਕਿ ਬਹੁਤ ਵਾਰ ਤੁਸੀਂ ਕਹਿ ਚੁੱਕੇ ਹੋ ਕਿ ਮੈਨੂੰ ਖਦਸ਼ਾ ਇਸ ਤਰ੍ਹਾਂ ਦਾ? ਨਹੀਂ, ਖਦਸ਼ਾ ਤਾਂ ਜਿਹੜਾ ਨਾ ਜੀ, ਉਹ ਤਾਂ ਕਲੀਅਰ ਹੈ ਗੱਲ ਵੀਰ ਜੀ। ਜਿਸ ਤਰ੍ਹਾਂ ਦੇ ਇਲਜ਼ਾਮ ਲਾਏ ਜਾਂਦੇ ਆ, ਮੈਂ ਹੁਣੇ ਬਾਰ-ਬਾਰ ਗੱਲ ਕਰਦਾ ਵੀ ਅੱਜ ਟਕਸਾਲ ਦਾ ਇੱਕ ਗਰੁੱਪ ਪ੍ਰਚਾਰਕ ਉੱਥੇ ਜਾਂਦੇ ਆ, ਸ਼ਿਕਾਇਤ ਕਰਨ ਜਾਂਦੇ ਆ, ਜਾਂ ਜਿਹੜਾ ਸਾਰਾ ਕੁਝ ਦਿਸਦਾ ਹੈ, ਜਿਹੜੀ ਰਣਨੀਤੀ ਬਣਾਈ ਜਾ ਰਹੀ ਹੈ, ਉਹਨੂੰ ਵੇਖ ਕੇ ਆਈਡੀਆ ਇਹੋ ਹੀ ਲੱਗਦਾ ਵੀ ਜਾਂ ਤਾਂ ਭਾਈ ਤੂੰ ਆ ਕੇ ਸਾਡੇ ਸਾਹਮਣੇ ਝੁਕ, ਸਾਡੇ ਨਾਲ ਗੱਲਬਾਤ ਕਰ, ਤੇ ਜਾਂ ਫਿਰ ਰਾਹ ਹੀ ਦੂਜਾ ਹੋਰ ਕਿਹੜਾ ਹੈਗਾ। ਹੁਣ ਜਥੇਦਾਰ ਜੀ ਦਾ ਜਿਹੜੇ ਹੁਣ ਸਟੇਟਮੈਂਟ ਆਈ ਹੈ ਵੀ ਮੈਂ ਆਪਣੇ ਬੰਦਿਆਂ ਨੂੰ ਕਿਹਾ ਵੀ ਫਟਾਫਟ ਤੁਸੀਂ ਕਰੋ। ਮੇਰੀ ਸਟੇਟਮੈਂਟ ਹਮੇਸ਼ਾ ਇਹ ਰਹੀ ਹੈ ਵੀ ਕਿਸੇ ਚੈਨਲ ਦੇ ਉੱਤੇ ਜਥੇਦਾਰ ਜੀ ਆ ਜਾਣ, ਮੈਨੂੰ ਮੇਰੀਆਂ ਗਲਤੀਆਂ ਦੱਸਣ, ਵੀ ਮੈਂ ਗੁਰੂ ਸਾਹਿਬ ਬਾਰੇ ਕੁਝ ਬੋਲਦਾ। ਹੁਣ ਤੁਸੀਂ ਦੇਖੋ ਵੀ ਜਿਹੜੇ ਵੀ ਸਿੰਘ ਪਲੈਨਿੰਗ ਕਰ ਰਹੇ ਨੇ, ਕੋਈ ਪਾਕਿਸਤਾਨ 'ਚ ਬਹਿ ਕੇ ਕਰ ਰਿਹਾ, ਕੋਈ ਯੂਕੇ ਦੇ ਵਿਦੇਸ਼ੀ ਫੰਡਿੰਗ ਹੋ ਰਹੀ ਹੈ, ਜੋ ਵੀ ਉਹਨਾਂ ਨੂੰ ਹੋਇਆ ਮੈਨੂੰ ਨਹੀਂ ਪਤਾ, ਪਰ ਹੁਣ ਉਹ ਕਦੇ ਤਾਂ ਬਹਿ ਕੇ ਸੋਚਦੇ ਹੋਣਗੇ ਵੀ ਗਲਤ ਕੀ ਕਿਹਾ ਇਹਨੇ, ਮਤਲਬ ਵੇਖ ਤਾਂ ਲਈਏ ਅਸੀਂ ਵੀ ਜਿਹੜੇ ਵੀ ਬੰਦੇ ਸ਼ਿਕਾਇਤ ਕਰਨ ਜਾਂਦੇ ਨੇ। ਕੱਲ ਇੱਕ ਵੀਡੀਓ ਆਈ ਬਾਬੇ ਬਲਜੀਤ ਸਿੰਘ ਦਾਦੂਵਾਲ ਦੀ ਜੀ, ਉਹ ਵੀਡੀਓ ਦੇ ਵਿੱਚ ਉਹ ਬੋਲ ਰਹੇ ਨੇ ਵੀ ਢੱਡਰੀਆਂ ਵਾਲੇ ਦੀ ਇੰਟਰਪ੍ਰੀਟੇਸ਼ਨ ਦੇ ਨਾਲ ਲੋਕੀ ਗੁਰੂ ਸਾਹਿਬ ਨੂੰ ਗਾਲਾਂ ਕੱਢ ਰਹੇ ਨੇ। ਇੱਕ ਫੋਟੋ ਵੀ ਆਈ ਹੈ ਸੁਖਦਰਸ਼ਨ ਸਿੰਘ ਨਾਂ ਦੇ ਵਿਅਕਤੀ ਦੀ, ਜਿਹੜੀ ਮੇਰੇ ਨਾਲ ਕੋਈ ਬੰਦਾ ਇੱਥੇ ਫੋਟੋ ਖਿਚਾ ਗਿਆ। ਮੈਂ ਪੁੱਛਿਆ ਸੀ ਵੀ ਜੇ ਜਥੇਦਾਰ ਜੀ ਨਾਲ ਕੋਈ ਫੋਟੋ ਖਿਚਾ ਕੇ ਕੱਲ ਨੂੰ ਕਤਲ ਕਰ ਦੂਗਾ ਤਾਂ ਇਹਦਾ ਜ਼ਿੰਮੇਵਾਰ ਜਥੇਦਾਰ ਜੀ ਹੋਣਗੇ। ਤੁਹਾਡੇ ਕਲੋਜ਼ ਹੋ ਸਕਦਾ ਕੋਈ ਬੰਦਾ ਇਸ ਤਰ੍ਹਾਂ? ਨਹੀਂ, ਇਦਾਂ ਦਾ ਬੰਦਾ, ਮਤਲਬ ਕੋਈ ਬੰਦਾ ਇੱਥੇ ਆਇਆ, ਪਤਾ ਨਹੀਂ ਕਦੋਂ ਸਾਲ ਆਇਆ, 2 ਸਾਲ ਪਹਿਲਾਂ ਕਦੇ ਪ੍ਰੋਗਰਾਮ ਦੇ ਵਿੱਚ ਆਇਆ, ਮੇਰੇ ਨਾਲ ਉਹਨੇ ਫੋਟੋ ਖਿਚਾ ਲਈ। ਫੋਟੋ ਖਿਚਾਉਣ ਤੋਂ ਬਾਅਦ ਇਹ ਕਿਵੇਂ ਹੋ ਗਿਆ ਵੀ ਉਹ ਮੇਰਾ ਬੰਦਾ, ਵੀ ਅਸੀਂ ਗੁਰੂ ਸਾਹਿਬ ਨੂੰ ਬਲਾਤਕਾਰੀ ਕਹਿ ਰਹੇ ਹਾਂ? ਤੁਹਾਡੇ ਕਲੋਜ਼ ਨਹੀਂ ਹੈਗੇ ਇਸ ਤਰ੍ਹਾਂ ਦੇ? ਮਤਲਬ ਹੀ ਨਹੀਂ ਕੋਈ। ਮੇਰੇ ਵੱਲੋਂ ਤਾਂ ਬਾਰ-ਬਾਰ ਜਿੱਦਣ ਕੋਈ ਬੰਦੇ ਦਾ ਗਲਤ ਕਮੈਂਟ ਹੋਵੇ,
ਅਸੀਂ ਤਾਂ ਉਹਦੀ ਫੋਟੋ ਪਾ ਕੇ ਫੇਸਬੁੱਕ ਤੇ ਕਹਿੰਦੇ ਆ ਵੀ ਇਹੋ ਜਿਹੇ ਬੰਦਿਆਂ ਨਾਲ ਸਾਡਾ ਕੋਈ ਸੰਬੰਧ ਨਹੀਂ। ਜਿਹੜਾ ਭਾਈ ਅਮਰੀਕ ਸਿੰਘ ਵਰਗੇ ਨੂੰ ਵੀ ਭੱਦੀ ਸ਼ਬਦਾਵਲੀ ਵਰਤੇ, ਗੁਰੂ ਸਾਹਿਬ ਨੂੰ ਕਿੱਦਾਂ ਵਰਤ ਦਿਆਂਗੇ? ਠੀਕ ਹੈ, ਤੁਹਾਡੀ ਵੀਡੀਓ ਆਈ ਹੈ ਕਿ ਇਸ ਤਰ੍ਹਾਂ ਦੇ ਰਿਐਕਟ ਨਾ ਕੀਤਾ ਜਾਵੇ। ਮੈਂ ਵੀ ਦੇਖੀ ਕਿ ਤੁਹਾਡੀ ਸੰਗਤ ਦੇ ਵਿੱਚੋਂ ਕੋਈ ਇਸ ਤਰ੍ਹਾਂ ਨਾ ਕਰੇ, ਤੁਸੀਂ ਅਪੀਲ ਕੀਤੀ। ਮਤਲਬ ਅਸੀਂ ਇਹ ਮੰਨ ਹੀ ਨਹੀਂ ਸਕਦੇ। ਅਸੀਂ ਤਾਂ ਭਾਈ ਅਮਰੀਕ ਸਿੰਘ ਵਰਗੇ ਦੀ ਫੋਟੋ ਗਲਤ ਬਣਾਉਣ ਵਾਲੇ ਬੰਦੇ ਨਾਲੋਂ ਵੀ ਨਾਤਾ ਤੋੜ ਲੈਂਦੇ ਆ ਵੀ ਇਹੋ ਜਿਹੇ ਬੰਦੇ ਸਾਡੇ ਨਹੀਂ ਹੋ ਸਕਦੇ ਜਿਹੜੇ ਭੱਦੀ ਸ਼ਬਦਾਵਲੀ ਵਰਤਦੇ। ਪਰ ਇੱਕ ਪਿੱਛੇ ਮਿਸਾਲ ਆਈ ਹੈ ਇਸ ਤਰ੍ਹਾਂ ਦੀ ਕਿ ਬਾਬਾ ਬੰਦਾ ਸਿੰਘ ਬਹਾਦਰ ਬਾਰੇ, ਇਤਿਹਾਸ ਬਾਰੇ ਇੱਕ ਬੰਦੇ ਨੇ ਟਿੱਪਣੀ ਕੀਤੀ। ਉਹ ਟਿੱਪਣੀ ਇੱਕ ਪੱਤਰਕਾਰ ਹੈ, ਚੈਨਲ ਵਾਲੇ ਦੀਵਾਨ ਚ ਗਏ, ਦੀਵਾਨ ਚੋਂ ਬਾਹਰ ਨਿਕਲਣ ਲਈ ਸੰਗਤ ਨੂੰ ਮਾਈਕ ਫੜਾਤਾ। ਹੁਣ ਲੱਖ ਬੰਦਾ ਆਇਆ, ਉਹ ਮੇਰੀ ਸੰਗਤ ਹੈ। 50,000 ਬੰਦਾ ਦੀਵਾਨ ਸੁਣਨ ਆਇਆ, ਕਿਸੇ ਨੂੰ ਗੁਰਮਤ ਬਾਰੇ ਪਤਾ ਹੈ, ਕਿਸੇ ਨੂੰ ਨਹੀਂ ਪਤਾ। ਉਹਨੂੰ ਕੋਈ ਪੁੱਛਿਆ ਹਾਂਜੀ ਤੂੰ ਦੱਸ, ਉਹ ਕਹਿੰਦਾ ਮੈਂ, ਤੁਸੀਂ ਕੋਲ ਖੜੇ ਸੀ। ਮਤਲਬ ਉਹ ਮੇਰੇ ਨਾਲ ਕਿੱਦਾਂ ਜੁੜ ਗਿਆ ਨਾ, ਮੇਰੀ ਸਟੇਟਮੈਂਟ ਹੈਗੀ ਹੈ ਕਿਤੇ ਨਹੀਂ। ਮਤਲਬ ਮੇਰੇ ਬੰਦੇ, ਹੋ ਸਕਦਾ ਮੇਰੇ ਜਥੇ ਵਾਲੇ ਨੂੰ ਕਿਸੇ ਨੂੰ ਇੰਨੀ ਅਕਲ ਨਾ ਹੋਵੇ, ਉਹ ਸਟੇਟਮੈਂਟ ਗਲਤ ਦੇ ਦੇਵੇ, ਮੇਰੇ ਨਾਲ ਤਾਂ ਮਤਲਬ ਸਾਰਿਆਂ ਦੀ ਜ਼ਿੰਮੇਵਾਰੀ ਤੁਸੀਂ ਨਹੀਂ ਲੈ ਸਕਦੇ ਹੈਗੇ। ਲੈ ਕਿਸੇ ਦੀ ਹੋ ਹੀ ਨਹੀਂ ਸਕਦੀ। ਮੰਨ ਲਓ ਕੋਈ ਵੀ ਸਟੇਟਮੈਂਟ ਜਿਹੜਾ ਵੀ ਕੋਈ ਬੰਦਾ ਦਿੰਦਾ ਆ, ਉਹਦੀ ਜ਼ਿੰਮੇਵਾਰੀ ਮੇਰੇ ਨਾਲ ਕਿੱਦਾਂ ਜੁੜਦੀ ਹੈ? ਕਿਸੇ ਬੰਦੇ ਨੂੰ ਤੁਸੀਂ, ਉਹ ਬੰਦਾ ਲਫ਼ਜ਼ ਗਲਤ ਬੋਲ ਦਿੰਦਾ ਹੈ, ਮਤਲਬ ਢੱਡਰੀਆਂ ਵਾਲਾ, ਮੇਰੀ ਸਟੇਟਮੈਂਟ ਕਿੱਥੇ ਹੈ? ਗੁਰੂ ਸਾਹਿਬ ਦੇ ਪ੍ਰਤੀ ਜਾਂ ਕੋਈ ਗੁਰੂ ਗ੍ਰੰਥ ਸਾਹਿਬ ਪ੍ਰਤੀ ਮੇਰੀ ਸ਼ਬਦਾਵਲੀ ਕਿੱਥੇ ਹੈ ਗਲਤ? ਵੀ ਮੈਂ ਗਲਤ ਬੋਲਦਾ? ਜਿਹੜੇ ਇਸ ਤਰ੍ਹਾਂ ਹੁਣ ਪ੍ਰਚਾਰ ਕਰ ਰਹੇ ਨੇ ਕਿ ਕੋਈ ਨਾਸਤਕ ਵਾਲਾ ਪ੍ਰਚਾਰ ਕਰ ਰਹੇ ਨੇ, ਤੁਸੀਂ ਵੀ ਉਹ ਗੱਲ ਕਹੀ ਹੈ ਕਿ ਕੁਝ ਲੋਕ ਇਸ ਤਰ੍ਹਾਂ ਕਹਿਣ ਲੱਗੇ ਕਿ ਸੰਗਤ ਨੂੰ ਹੋਰ ਪਾਸੇ ਨੂੰ ਲਿਜਾਇਆ ਜਾ ਰਿਹਾ। ਨਹੀਂ, ਉਹ ਇਹ ਬਣਾ ਰਹੇ ਨੇ ਨਾ ਜੀ, ਇਹ ਜਿਹੜੇ ਅਸਲ 'ਚ ਪਤਾ ਕੀ ਹੈ ਵੀਰ ਜੀ, ਤੁਸੀਂ ਪੜ੍ਹੇ ਲਿਖੇ ਹੋ, ਪੜ੍ਹਿਆ ਲਿਖਿਆ ਬੰਦਾ ਹਮੇਸ਼ਾ ਲੌਜੀਕਲ ਮਾਈਂਡ ਦਾ ਹੁੰਦਾ ਆ, ਉਹਦਾ ਦਿਮਾਗ ਦਲੀਲ ਨੂੰ ਸਮਝਦਾ ਹੈ ਤੇ ਹਮੇਸ਼ਾ ਦਲੀਲ ਹੈ ਜਿਹੜੀ ਨਾ ਉਹ ਹਿੱਟ ਕਰਦੀ ਹੈ ਜੀ ਤੁਹਾਡੇ ਬ੍ਰੇਨ ਨੂੰ। ਮੈਂ ਜਿਹੜੀ ਵੀ ਗੱਲ ਦੀਵਾਨ ਵਿੱਚ ਕਰਦਾ, ਮੈਂ ਕੋਸ਼ਿਸ਼ ਕਰਦਾ ਵੀ ਅੱਜ ਦੀ ਪੀੜ੍ਹੀ ਨੂੰ ਅਸੀਂ ਮੋਟੀਵੇਟ ਕਰੀਏ। ਬਿਲਕੁਲ ਆਪਣੇ ਤਰੀਕੇ ਨਾਲ ਮੈਂ ਕਰਦਾ। ਮੈਂ ਹਮੇਸ਼ਾ ਇਹ ਕਹਿੰਦਾ ਵੀ ਗੁਰੂ ਸਾਹਿਬ ਕਹਿੰਦੇ ਸੀ ਰੱਬ ਤੁਹਾਡੇ ਵਿੱਚ ਹੈ ਜੀ, ਤੇ ਮਤਲਬ ਜਦੋਂ ਮੈਂ ਕਹਿੰਦਾ ਹੁੰਨਾ ਵੀ ਰੱਬ ਤੇ ਭਰੋਸਾ ਕਰੋ, ਰੱਬ ਕਿੱਥੇ ਹੈ? ਤੁਹਾਡੇ ਵਿੱਚ। ਹੁਣ ਭਰੋਸਾ ਕਿਤੇ ਕਰੋ? ਆਪਣੇ ਆਪ ਤੇ। ਰੱਬ ਕਰੂਗਾ, ਰੱਬ ਕਿੱਥੇ ਹੈ? ਤੁਹਾਡੇ ਵਿੱਚ। ਤੇ ਕੌਣ ਕਰੂਗਾ? ਹੁਣ ਤੁਸੀਂ ਆਪਣੇ ਆਪ ਕਰੋਗੇ। ਆਪਣੇ ਪੈਰਾਂ ਤੇ ਖੜੇ ਹੋਵੋ। ਮੋਟੀਵੇਟ ਕਰਨ ਵਾਸਤੇ ਮੈਂ ਹਰ ਯਤਨ ਕਰਦਾ ਵੀ ਕਿਸੇ ਤੇ ਡਿਪੈਂਡ ਨਾ ਹੋਵੋ। ਅਰਦਾਸ ਦੀ ਗੱਲ ਜਦੋਂ ਆਉਂਦੀ ਹੈ, ਅਰਦਾਸ ਤੇ ਬਹੁਤ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਅਰਦਾਸ ਅਸੀਂ ਸਾਰੇ ਕਰਦੇ ਹਾਂ, ਤੇ ਫਿਰ ਅਰਦਾਸ ਬਹੁਤ ਸਾਰੇ ਲੋਕ ਇਹ ਪੁੱਛਦੇ ਨੇ ਕਿ ਅਰਦਾਸ ਕਿਸ ਨੂੰ ਕੀਤੀ ਜਾਵੇ? ਫਿਰ ਨਹੀਂ, ਗੱਲ ਦੇਖੋ ਵੀਰ ਜੀ, ਵਿਧਾਨ ਬਣਿਆ ਹੁੰਦਾ ਹੈ ਜੀ, ਇੱਕ ਸਾਡੀ ਕੌਮ ਦਾ ਕਨਸੈਪਟ ਹੈ, ਵਿਧਾਨ ਬਣਿਆ ਹੋਇਆ ਹੈ, ਉਹ ਵਿਧਾਨ ਅਸੀਂ ਨਿਭਾਉਂਦੇ ਆ। ਅਸੀਂ ਰੋਜ਼ ਅਰਦਾਸ ਕਰਦੇ ਆ, ਅਰਦਾਸਾਂ 'ਚ ਖੜਦੇ ਆ, ਪਰ ਮੈਂ ਇਹ ਬਾਰ-ਬਾਰ ਰਿਪੀਟ ਕਰਦਾ ਵੀ ਜਿਹੜੀ ਵੀ ਤੁਸੀਂ ਅਰਦਾਸ ਕਰਨ ਗਏ ਹੋ, ਗੁਰੂ ਪਾਤਸ਼ਾਹ ਨੇ ਤੁਹਾਨੂੰ, ਤੁਸੀਂ ਕਿਹਾ ਮਹਾਰਾਜ ਮੇਰਾ ਕਾਰਜ ਸਵਾਰ ਦਿਓ ਜੀ, ਤੇ ਉਹਨਾਂ ਨੇ ਅੱਗੇ ਜਦੋਂ ਤੁਹਾਨੂੰ ਇਹ ਕਹਿਣਾ ਹੈ ਵੀ ਇੱਕ ਓੰਕਾਰ ਇੱਕ ਹੀ ਸਾਰੇ ਪਾਸੇ ਫੈਲਿਆ, ਉਹਦਾ ਤੇਰੇ 'ਚ ਵੀ ਅੰਸ਼ ਹੈ, ਤੇ ਉਹ ਡਿਊਟੀ ਲਾ ਕੇ ਤੇਰੀ ਭੇਜਤੀ। ਹੁਣ ਆਪਣੇ ਆਪ ਨਾਲ ਪ੍ਰੋਮਿਸ ਕਰ ਵੀ ਇਹ ਕੰਮ ਜਿਹੜਾ ਮੈਂ ਕਰ ਰਿਹਾ ਮੈਂ ਕਰਨਾ ਹੈ। ਅਰਦਾਸ ਦਾ ਮਤਲਬ ਆਪਣੇ ਆਪ ਨਾਲ ਵਾਅਦਾ ਕਰਨਾ ਆ, ਆਪਣੇ ਆਪ ਦੀ ਤਿਆਰੀ ਕਰਨੀ ਹੈ। ਮਤਲਬ ਇਹ ਨਹੀਂ ਕਿ ਕੋਈ ਹੋਰ ਥਰਡ ਪਰਸਨ ਜਾਂ ਤੀਜੀ ਸ਼ਕਤੀ ਕੋਈ ਆਊਗੀ, ਆਪਣੇ ਆਪ ਦੀ ਅਸੀਂ ਤਿਆਰੀ ਕਰੀਏ, ਆਪਣੇ ਆਪ ਨੂੰ ਪਛਾਣੀਏ, ਆਪਣੀ ਤਾਕਤ ਕੀ ਹੈ। ਮਨ ਤੂੰ ਜੋਤ ਸਰੂਪ ਹੈ। ਕਿਉਂਕਿ ਅੱਜ ਹੋਇਆ ਕੀ ਹੈ ਕਿ ਅਸੀਂ ਗੁਰੂ ਘਰਾਂ 'ਚ ਬਹੁਤ ਲੋਕ ਜਾਂਦੇ ਨੇ ਤੇ ਉਹ ਮੰਗਦੇ ਉਹੀ ਨੇ ਕਿ ਮੁੰਡਾ ਹੋ ਜਵੇ, ਕੋਠੀ, ਕਾਰ, ਇਸ ਤਰ੍ਹਾਂ ਸਮਝ ਲਿਆ ਗਿਆ ਕਿ ਸ਼ਾਇਦ ਗੁਰੂ ਗ੍ਰੰਥ ਸਾਹਿਬ ਨੇ ਸਭ ਕੁਝ ਨੂੰ ਇਸ ਤਰ੍ਹਾਂ ਦੇ ਦੇਣਾ ਤੁਹਾਨੂੰ। ਮਤਲਬ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਅਕਲ ਦੇ ਦੇਣੀ ਹੈ, ਸਮਝ ਦੇ ਦੇਣੀ ਹੈ, ਤੇ ਸਮਝ ਤੋਂ ਬਾਅਦ ਤੁਸੀਂ ਆਪਣੀ ਲਾਈਫ ਕੱਢ ਲੈਣੀ ਹੈ। ਠੀਕ ਹੈ, ਇਹ ਕ੍ਰੈਡਿਟ ਵੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮਿਲਣਾ ਨਾ। ਅਸੀਂ ਮੰਨ ਲਓ ਤੁਸੀਂ ਗੁਰੂ ਗ੍ਰੰਥ ਸਾਹਿਬ ਕੋਲ ਗਏ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਪੜ੍ਹ ਕੇ ਤੁਹਾਡੇ 'ਚ ਕੌਨਫੀਡੈਂਸ ਆ ਗਿਆ ਵੀ ਮਹਾਰਾਜ ਤਾਂ ਕਹਿੰਦੇ ਵੀ ਤੂੰ ਹੀ ਕਰਨਾ ਹੈ, ਹਿੰਮਤ ਆ ਗਈ। ਤੁਸੀਂ ਉਹ ਆਪਣੀ ਲਾਈਫ ਨੂੰ ਫਿਰ ਆਪ ਬਣਾਇਆ, ਸੋਹਣਾ ਜੀਵਨ ਬਣਾ ਲਿਆ। ਹੁਣ ਤੁਸੀਂ ਮੈਨੂੰ ਪੁੱਛੋ ਆ ਕੇ ਵੀ ਭਾਈ ਸਾਹਿਬ ਮੇਰਾ ਧਰਮ ਤੁਸੀਂ ਕਿੱਦਾਂ ਸਮਝਦੇ ਹੋ? ਮੰਨ ਲਓ ਜੇ ਤੁਸੀਂ ਬਾਬਿਆਂ ਨੂੰ ਪੁੱਛੋਗੇ ਭਾਈ ਸਾਹਿਬ ਇਹਨਾਂ ਦਾ ਧਰਮ ਕੀ ਹੈ, ਇਹ ਕਹਿਣਗੇ ਵੀ ਤੂੰ ਧਰਮੀ ਨਹੀਂ ਹੈਗਾ ਵੀਰਾਣਾ ਜੀ, ਤੁਸੀਂ ਨਹੀਂ ਧਰਮੀ ਜੀ, ਤੂੰ ਤਾਂ ਦਾੜੀ ਨਹੀਂ ਰੱਖੀ, ਤੂੰ ਪਾਪੀ ਬੰਦਾ, ਇਹ ਤਾਂ ਗਲਤ ਹੈ। ਸਿੱਧੀ ਗੱਲ ਇਹ ਕਹਿਣਗੇ। ਠੀਕ ਹੈ, ਮੈਨੂੰ ਜੇ ਤੁਸੀਂ ਇਹੀ ਸਵਾਲ ਪੁੱਛੋਗੇ ਮੇਰੇ ਬਾਰੇ ਤੁਹਾਡੀ ਰਾਏ ਕੀ ਹੈ, ਮੈਂ ਕਹੂੰਗਾ ਵੀ ਤੁਸੀਂ ਭਾਈ ਇਹ ਸਾਡਾ ਕੌਮ ਦਾ ਕਨਸੈਪਟ ਹੈ, ਪੱਗ ਬੰਨੀ ਹੈ ਤੇ ਦਾੜੀ ਵੀ ਰੱਖ ਲਿਓ। ਠੀਕ ਹੈ, ਪਰ ਜੇ ਤੁਸੀਂ ਮੈਨੂੰ ਧਰਮ ਦੀ ਵਿਆਖਿਆ ਮੇਰੇ ਤੋਂ ਪੁੱਛਦੇ ਹੋ, ਉਹ ਹੈਗਾ ਤੁਹਾਡਾ ਫਰਜ਼, ਜਿਹਨੂੰ ਗੁਰੂ ਨਾਨਕ ਨੇ ਧਰਮ ਕਿਹਾ ਜੀ। ਉਹਨਾਂ ਨੇ ਕਿਹਾ ਸੀ ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ। ਜਦੋਂ ਕੋਈ ਬੰਦਾ ਆਪਣੀ ਡਿਊਟੀ ਛੱਡ ਦਿੰਦਾ ਉਹ ਧਰਮ ਛੱਡ ਦਿੰਦਾ।
ਫਰਜ਼ ਨਿਭਾਉਣੇ, ਧਰਮ ਨਿਭਾਉਣਾ, ਵਧੀਆ ਪੱਤਰਕਾਰਤਾ ਕਰਨੀ, ਇਹ ਤੁਹਾਡਾ ਧਰਮ ਹੈ ਜੀ। ਮੈਂ ਜਿਹੜੀ ਡਿਊਟੀ ਕਰਦਾ, ਜਿਸ ਜਗ੍ਹਾ ਮੈਨੂੰ ਲੋਕਾਂ ਨੇ ਬਿਠਾਇਆ ਵੀ ਤੂੰ ਸਾਨੂੰ ਸਮਝਾ, ਮੈਂ ਗਲਤ ਸਮਝਾਵਾਂ, ਮੈਂ ਧਰਮ ਨਹੀਂ ਕਮਾ ਰਿਹਾ, ਭਾਵੇਂ ਮੈਂ ਚੋਲਾ ਪੈਰਾਂ ਤੱਕ ਲੰਮਾ ਪਾਉਣਾ, ਮੈਂ ਤਾਂ ਕਿਰਪਾਨ ਕਦੇ ਲਾਈ ਨਹੀਂ, ਮੈਂ ਤਾਂ 2 ਪਾ ਕੇ ਰੱਖਦਾ, ਮੈਂ ਤੇ ਦਾੜੀ ਬਚਪਨ ਤੋਂ ਨਹੀਂ ਕਟਾਈ, ਮੈਂ ਤਾਂ ਪੱਗ ਹਮੇਸ਼ਾ ਬੰਨੀ ਹੈ, ਮੇਰਾ ਸਿਰ ਨੰਗਾ ਨਹੀਂ ਵੇਖਿਆ ਕਿਸੇ ਨੇ, ਮੈਂ ਹਰ ਮਰਿਆਦਾ ਨੂੰ ਪੂਰਾ ਕੀਤਾ ਹੈ। ਪਰ ਉਹ ਕਹਿਣਗੇ ਹੋਰ ਰੱਖ ਲੈ, ਭਾਵੇਂ ਡਬਲ ਕਰ ਲੈ, ਪਰ ਜੇ ਝੂਠ ਬੋਲਦਾ ਹੈ, ਪਰਦਾ ਰੱਖਦਾ ਹੈ, ਤਾਂ ਤੂੰ ਧਰਮੀ ਨਹੀਂ ਹੋ ਸਕਦਾ। ਗੁਰਬਾਣੀ ਮੁਤਾਬਕ ਮੇਰਾ ਧਰਮ ਮੇਰਾ ਫਰਜ਼ ਹੈ, ਮੇਰੀ ਡਿਊਟੀ ਹੈ, ਇਹ ਸਾਡਾ ਕੌਮੀ ਕਨਸੈਪਟ ਹੈ, ਸਾਡੀ ਯੂਨੀਫਾਰਮ ਹੈ, ਸਾਡੀ ਵਰਦੀ ਹੈ। ਇਹ ਸਾਨੂੰ ਚਾਹੀਦਾ ਹੈ ਕਿ ਅਸੀਂ ਕੌਮ ਦਾ ਕਨਸੈਪਟ ਨੂੰ ਸਮਝਦੇ ਹੋਏ ਅਸੀਂ ਇਹਦੇ ਲਈ ਵੀ ਜੇ ਨਹੀਂ ਕੋ ਅਡਾਪਟ ਕਰਦਾ ਤਾਂ ਉਹ ਪਾਪੀ ਨਹੀਂ ਹੋ ਜਾਂਦਾ, ਐਦਾਂ ਨਹੀਂ ਹੋ ਜਾਂਦਾ, ਬਸ ਇੰਨਾ ਫਰਕ ਹੈ। ਹੁਣ ਵੀਰ ਜੀ ਇੱਥੇ ਪੰਗਾ ਇਹ ਪਿਆ, ਇਹਨਾਂ ਲੋਕਾਂ ਨੇ ਇੱਕ ਚੀਜ਼ ਨੂੰ ਪ੍ਰਮੋਟ ਕਰਤਾ, ਬਾਣੇ ਨੂੰ, ਬਾਹਰੀ ਰੂਪ ਨੂੰ, ਬਾਕੀ ਤੁਹਾਡਾ ਸਾਰਾ ਮਾਈਨਸ। ਤੂੰ ਅਗਲਾ ਕਹਿੰਦਾ ਜੋ ਮਰਜ਼ੀ ਚੰਗਾ ਹੋਏਗਾ, ਪਰ ਆਹ ਸ਼ਰਤਾਂ ਪੂਰੀਆਂ ਨਹੀਂ ਕਰਦਾ ਤੇ ਤੂੰ ਪਾਪੀ ਹੈ, ਠੀਕ ਹੈ ਜੀ। ਹੁਣ ਕਾਰਨ ਵੱਡਾ ਇਹ ਵੀ ਵਾਪਰਦਾ ਹੈ ਕਿ ਤੁਸੀਂ ਨਾ ਜੀ, ਜੇ ਪਿੰਡ ਦੇ ਵਿੱਚ ਭੰਗ ਘੋਟੋ, ਲੋਕੀ ਕੀ ਕਹਿਣਗੇ ਵੀ ਰਾਣਾ ਪੱਤਰਕਾਰ ਸੀ ਤੇ ਰਾਣਾ ਬਣ ਗਿਆ ਭੰਗੀ, ਇਹ ਸ਼ਬਦ ਵਰਤਿਆ ਜਾਣਾ। ਪਰ ਜੇ ਤੁਸੀਂ ਚੋਲਾ ਪਾ ਲਓ, ਦਾੜੀ ਰੱਖ ਲਓ ਤੇ ਹੱਥ 'ਚ ਸਲੂਤਰ ਫੜ ਕੇ ਕੰਮ ਸੇਮ ਹੀ ਕਰੋ, ਫਿਰ ਤੁਹਾਨੂੰ ਭੰਗੀ ਨਹੀਂ ਕਹਿਣਾ ਕਿਸੇ ਨੇ, ਨਸ਼ੇੜੀ ਮੁੰਡਿਆਂ ਦਾ ਗਰੁੱਪ ਨਹੀਂ ਕਿਹਾ ਜਾਣਾ, ਫਿਰ ਇਹ ਕਿਹਾ ਜਾਣਾ ਤੁਹਾਨੂੰ ਤਾਂ ਨਾਮ ਦੀ ਮਸਤੀ ਚੜੀ ਹੈ, ਇਹ ਤਾਂ ਪ੍ਰਸ਼ਾਦ ਲੈਂਦੇ ਹੋ ਤੁਸੀਂ। ਪਰ ਉਹ ਤਾਂ ਕਹਿੰਦੇ ਨੇ ਕਿ ਦੇਗਾਂ ਸ਼ਕੀਆਂ ਨੇ, ਇਸ ਤਰ੍ਹਾਂ ਕਿਹਾ ਜਾਂਦਾ ਨਾ, ਸ਼ਬਦ ਬਦਲ ਗਿਆ ਨਾ, ਕੰਮ ਸੇਮ ਹੈ। ਵਿਦੇਸ਼ਾਂ ਦੇ ਵਿੱਚ ਭੰਗ ਹੁੰਦੀ ਹੈ, ਵਿਦੇਸ਼ਾਂ ਦੇ ਵਿੱਚ ਜਿਹੜਾ ਪੀਂਦਾ ਬੱਚੇ ਪਿੰਡਾਂ ਵਾਲੇ ਜਿਹੜੇ ਵੀ ਨੇ, ਹੁਣ ਪਿੰਡਾਂ ਵਾਲੇ ਬੱਚਿਆਂ ਨੂੰ ਕੀ ਅਸੀਂ ਇਹ ਮੰਨ ਸਕਦਾ ਕੋਈ ਬੰਦਾ ਵੀ ਸਾਰੇ ਪਿੰਡ ਦੇ ਨੌਜਵਾਨ? ਇਹਦੇ ਵਿੱਚ ਮੈਂ ਰੋਕ ਰਿਹਾ ਤੁਹਾਨੂੰ, ਇਹ ਸ਼ੁਰੂਆਤ ਕਿੱਥੋਂ ਹੋ ਗਈ ਇਸ ਚੀਜ਼ ਦੀ? ਇਹ ਜਿਹੜੀਆਂ ਚੀਜ਼ਾਂ ਨੇ, ਫਿਰ ਜਿਨ੍ਹਾਂ ਨੇ ਪੀਣਿਆ ਹੁੰਦਾ ਉਹਨਾਂ ਨੇ ਗੁਰੂ ਸਾਹਿਬ ਨਾਲ ਜੋੜ ਲਿਆ ਇਹਨਾਂ ਚੀਜ਼ਾਂ ਨੂੰ। ਗੁਰੂ ਸਾਹਿਬ ਤਾਂ ਕਦੇ, ਉਹ ਤਾਂ ਕਹਿੰਦੇ ਸੁਖ ਨਿਧਾਨ, ਜਿਹੜਾ ਸੁਖ ਨਿਧਾਨ ਪ੍ਰਭ ਨਾਮ ਹੈ, ਸੁਖ ਨਿਧਾਨ ਜਿਹੜਾ ਹੈ ਉਹ ਗੁਰੂ ਦਾ ਗਿਆਨ ਹੈ ਜੀ, ਜਿਹੜਾ ਤੁਹਾਨੂੰ ਸੁੱਖ ਦਿੰਦਾ। ਗਿਆਨ ਜਿਹੜਾ ਹੈ ਉਹਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਅਕਲ ਆਉਂਦੀ ਹੈ, ਸਮਝ ਆਉਂਦੀ ਹੈ, ਗਿਆਨ ਤੁਹਾਡੇ ਵਾਸਤੇ ਸੁੱਖਾਂ ਦਾ ਖਜ਼ਾਨਾ ਹੈ, ਠੀਕ ਹੈ। ਇਹਨਾਂ ਨੇ ਉਹ ਗਿਆਨ ਸੁੱਖ ਨਿਧਾਨ ਬਣਾ ਲਿਆ ਸੁੱਖੇ ਨੂੰ। ਹੁਣ ਮੈਂ ਅਰਜ਼ ਇਹ ਕਰਦਾ ਵੀਰ ਜੀ ਵੀ ਜੇ ਤੁਸੀਂ ਚੋਲਾ ਪਾ ਕੇ, ਬਾਣਾ ਪਾ ਕੇ ਭੰਗ ਪੀ ਰਹੇ ਹੋ ਤਾਂ ਲੋਕਾਂ ਨੇ ਤੁਹਾਨੂੰ ਮਾੜਾ ਨਹੀਂ ਕਹਿਣਾ, ਲੋਕੀ ਸਗੋਂ ਆਪ ਲਿਆ ਕੇ ਦਿੰਦੇ ਨੇ, ਫਿਰ ਕੋਈ ਮਾੜਾ ਨਹੀਂ। ਬੱਕਰਾ ਵੱਢ ਕੇ ਟੰਗ ਲਓ ਤੇ ਕਸਾਈ ਹੋ, ਬੱਕਰਾ ਵੱਢਦੇ ਹੋ, ਧਰਮ ਦਾ ਬਾਣਾ ਪਾ ਕੇ ਵੱਢ ਲਓ, ਫਿਰ ਤੁਸੀਂ ਧਰਮੀ ਬਣਦੇ ਹੋ। ਨਾਲੇ ਗੁਰੂ ਸਾਹਿਬ ਨੂੰ ਆਖੇ ਭੋਗ ਲੱਗਦਾ, ਅਸੀਂ ਗੁਰੂ ਸਾਹਿਬ ਨੂੰ ਛਕਾਉਂਦੇ ਆ, ਤੁਸੀਂ ਖਾਣਾ ਖਾ ਲਓ, ਪਰ ਇਹ ਕਿਉਂ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਵੀ ਛਕਦੇ ਨੇ? ਇਹ ਮਰਿਆਦਾ ਕਿੱਥੋਂ ਸ਼ੁਰੂ ਹੋਈ ਜੋ ਤੁਸੀਂ ਜਿਹੜੀ ਤੇ ਗੱਲ ਤੇ ਆ ਰਹੇ ਹੋ? ਤਖਤ ਸ੍ਰੀ ਹਜੂਰ ਸਾਹਿਬ ਦੇ ਵਿੱਚ ਉੱਥੇ ਲਵਾਇਆ ਜਾਂਦਾ ਖੂਨ ਦੀ, ਉਹ ਵੀ ਹੋ ਗਿਆ, ਉਹ ਕਿੱਥੋਂ ਹੋ ਗਿਆ ਸ਼ੁਰੂ? ਮੈਂ ਤੁਹਾਨੂੰ ਇਹੀ ਪੂਰੀ ਗੱਲ ਮੇਰੀ ਤੁਸੀਂ ਸਮਝ ਗਏ, ਮੈਂ ਤੁਹਾਨੂੰ ਦੱਸਦਾ। ਜਦੋਂ ਜਿਹੜੀਆਂ ਚੀਜ਼ਾਂ ਦਾ ਸਾਡੇ ਵਰਗਿਆਂ ਦਾ ਜੀ ਕਰਦਾ ਹੈ, ਸਾਡੇ ਵਰਗਿਆਂ ਦਾ, ਗੁਰੂ ਸਾਹਿਬ ਨਾਲ ਨਹੀਂ ਕਨੈਕਟੀਵਿਟੀ ਹੈ, ਉਹਨੂੰ ਧਰਮ ਨਾਲ ਜੋੜ ਲਿਆ ਜਾਂਦਾ। ਗੁਰੂ ਸਾਹਿਬ ਕਿੱਦਾਂ ਇਸ ਗੱਲ ਨੂੰ ਪਰਮਿਸ਼ਨ ਦੇ ਸਕਦੇ ਨੇ? ਉਹ ਕਹਿੰਦੇ ਆਪਸ ਕੋ ਮੁਨੀਵਰ ਕਰ ਥਾਪੋ, ਕਾਕੋ ਕਹੋ ਕਸਾਈ। ਉਹ ਕਹਿੰਦੇ ਆਪਣੇ ਆਪ ਨੂੰ ਤਾਂ ਤੂੰ ਮੁਨੀਵਰ ਬਣਾ ਲਿਆ, ਜੀ ਬੱਧੋ ਸੋ ਧਰਮ ਕਰ ਥਾਪੋ। ਕਹਿੰਦੇ ਤੂੰ ਉਹਨੂੰ ਬੰਨ ਲਿਆ ਤੇ ਥਾਪਿਆ ਸਮਾਜ ਵਿੱਚ। ਪਤਾ ਤੂੰ ਕੀ ਬਣ ਗਿਆ? ਅਸੀਂ ਧਰਮੀ ਹੁੰਨੇ ਆ, ਬੱਕਰਾ ਵੱਢ ਕੇ ਬਲੀ ਦੇ ਕੇ ਮੰਦਿਰ ਦੇ ਵਿੱਚ, ਤੇ ਤੂੰ ਇਹ ਕਿਆ ਬਣ ਗਿਆ ਵੀ ਅਸੀਂ ਜੀ ਧਰਮੀ ਹੁੰਨੇ ਆ, ਜੀ ਬੱਧੋ ਸੋ ਧਰਮ ਕਰ ਥਾਪੋ। ਲੋਕਾਂ 'ਚ ਤੂੰ ਧਰਮ ਥਾਪ ਲਿਆ। ਅਧਰਮ ਕਹੋ ਕਤ ਭਾਈ, ਫਿਰ ਅਧਰਮੀ ਕੌਣ ਹੁੰਦਾ? ਆਪਸ ਕੋ ਮੁਨੀਵਰ ਕਰ ਥਾਪੋ, ਆਪਣੇ ਆਪ ਨੂੰ ਤੂੰ ਬਣਾ ਲਿਆ ਧਰਮੀ। ਕਾਕੋ ਕਹੋ ਕਸਾਈ, ਵੀ ਉਹ ਵੱਡੇ ਤੇ ਕਸਾਈ, ਤੂੰ ਵੱਡੇ ਤੇ ਧਰਮੀ, ਠੀਕ ਹੈ। ਮਤਲਬ ਸਾਡਾ ਤਰੀਕਾ ਵੀਰ ਜੀ ਇੱਕ, ਉਹਨਾਂ ਨੂੰ ਪਤਾ ਆ ਕਿ ਆ ਜਿਹੜਾ ਅਸੀਂ ਰੂਪ ਬਣਾ ਲੈਂਦੇ ਆ, ਇਹਦੇ ਵਿੱਚ ਅਸੀਂ ਜੋ ਮਰਜ਼ੀ ਗੁੰਡਾਗਰਦੀ ਕਰ ਲਈਏ, ਗੁੰਡਾਗਰਦੀ ਉਦਾਂ ਕਰਾਂਗੇ ਪਿੰਡ ਦੇ ਵਿੱਚ ਤੇ ਲੋਕੀ ਕਹਿਣਗੇ ਗੁੰਡੇ ਗੈਂਗ ਜਾਂਦਾ, ਤੇ ਜੇ ਬਾਣਾ ਪਾ ਕੇ ਕਰ ਲਾਂਗੇ ਫਿਰ ਲੋਕੀ ਪਤਾ ਕੀ ਕਹਿਣਗੇ, ਜੋਧੇ ਨੇ, ਬਹਾਦਰ ਨੇ। ਹੁਣ ਮੈਂ ਕਹਿ ਰਿਹਾ ਉਹਨਾਂ ਨੇ ਇਹਨੂੰ ਮਹਾਨਤਾ ਦਿੱਤੀ ਹੈ, ਮੈਂ ਕਹਿੰਦਾ ਇਹ ਹੈਗਾ, ਇਹ ਸਾਡੀ ਯੂਨੀਫਾਰਮ ਹੈ, ਪਰ ਸਾਨੂੰ ਆਪਣਾ ਕਿਰਦਾਰ, ਕਰੈਕਟਰ ਘੜਨਾ ਪੈਣਾ। ਇਹਦੇ ਵਿੱਚ ਕਿਹਾ ਗਿਆ ਨਾ ਕਿ ਗੁਰੂ ਦੀਆਂ ਲਾਡਲੀਆਂ ਫੌਜਾਂ, ਅਸੀਂ ਹਮੇਸ਼ਾ ਕਹਿੰਦੇ ਕਿ ਗੁਰੂ ਦੀਆਂ ਲਾਡਲੀਆਂ ਫੌਜਾਂ, ਮਾਰਸ਼ਲ ਕੌਮ ਦੀ ਗੱਲ ਹੁੰਦੀ ਹੈ। ਫਿਰ ਇਹ ਵੀ ਇੱਕ ਵਾਕ ਆਉਂਦਾ ਹੈ ਕਿ
ਆ ਗਏ ਨਿਹੰਗ ਕੁੰਡੇ ਖੋਲ ਦੋ ਨਿਸ਼ੰਗ, ਇਸ ਤਰ੍ਹਾਂ ਦੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ। ਨਹੀਂ ਉਹ ਠੀਕ ਹੈ ਜੀ, ਮੈਂ ਇਹ ਨਹੀਂ ਕਹਿ ਰਿਹਾ ਵੀਰ ਜੀ, ਮੈਂ ਕਹਿ ਰਿਹਾ ਕਿ ਅਸੀਂ ਸਿਰਫ ਇਸੇ ਗੱਲ ਨੂੰ ਪ੍ਰਮੋਟ ਨਾ ਕਰੀਏ। ਠੀਕ ਹੈ, ਅਸੀਂ ਸਿਰਫ ਇਹ ਨਾ ਕਹੀਏ, ਇਦਾਂ ਹੋਰ ਵੀ ਬੜੀ ਦੁਨੀਆ ਹੈਗੀ ਹੈ ਜਿਹੜੀਆਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਬਚਾਉਂਦੀ ਹੈ। ਤੁਹਾਡੇ ਸਾਹਮਣੇ ਜੇ ਤੁਸੀਂ ਨਹੀਂ ਨੰਗਾਲਾ ਵਾਣਾ ਪਾਇਆ ਤੇ ਕੀ ਕਿਸੇ ਦੀ ਧੀ ਬਾਹ ਤੋਂ ਫੜ ਲੂਗਾ ਤੁਹਾਡੇ ਸਾਹਮਣੇ ਕੋਈ? ਤੁਸੀਂ ਜਿੰਨੇ ਜੋਗੇ ਹੈਗੇ ਉਹ ਕਰੋਗੇ। ਅੱਛਾ, ਇਹਦੇ ਵਿੱਚ ਵੀ ਹੁਣ ਸਵਾਲ ਪੈਦਾ ਹੋ ਜਾਣਾ ਸ਼ਾਇਦ ਇਸ ਇੰਟਰਵਿਊ ਦੇ ਵਿੱਚ ਵੀ ਕਿ ਸ਼ਾਇਦ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਸ ਗੱਲ ਨੂੰ ਪ੍ਰਵੋਕ ਕਰਦੇ ਨੇ ਕਿ ਜਿਹੜੇ ਦਾੜੀ ਕੱਟੇ ਹੋਏ ਨੇ ਉਹ ਵੀ ਸਹੀ ਨੇ। ਨਹੀਂ, ਮੈਂ ਇਹ ਗੱਲ ਕਹਿਣਾ ਵੀ ਜੇ ਤਾਂ ਧਰਮ ਪਰਖਣਾ ਫਿਰ ਤਾਂ ਕਰੈਕਟਰ ਦੇਖੋ ਜੀ। ਜਿਹੜਾ ਕੌਮ ਦਾ ਕਨਸੈਪਟ ਹੈ ਬਾਣਾ ਆ, ਮੈਂ ਤਾਂ ਯਾਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ 8 ਲੱਖ ਲੋਕਾਂ ਨੂੰ ਅੰਮ੍ਰਿਤ ਛਕਾਇਆ 20 ਸਾਲਾਂ 'ਚ। ਮੈਂ ਜੀ ਅਸੀਂ ਬਹੁਤ ਜਗ੍ਹਾ ਜਗ੍ਹਾ ਜਾ ਕੇ ਪ੍ਰਚਾਰ ਹੀ ਦਾੜੀ ਕੇਸ ਦਾ ਕੀਤਾ। ਮੈਂ ਵਿਰੋਧੀ ਕਿੱਥੋਂ ਹੋ ਗਿਆ ਦਾੜੀ ਕੇਸ ਦਾ? ਮੈਂ ਕਹਿ ਰਿਹਾ ਸਿਰਫ ਇੰਨਾ ਨਾ ਕਹੋ, ਲੋਕਾਂ ਦੇ ਵਿੱਚ ਹਿੰਮਤ ਰਹੂਗੀ। ਬੰਦਾ ਮੇਰੇ ਸਾਹਮਣੇ ਆਉਣ ਸਾਰੀ ਨਕੰਮਾ ਹੋ ਜਾਂਦਾ ਹੈ, ਜਿੰਨਾ ਵਧੀਆ ਜੱਜ ਬਣਿਆ ਹੋਇਆ ਪੜ੍ਹਿਆ ਲਿਖਿਆ ਬੰਦਾ ਹੈ, ਪਰ ਉਹਨੂੰ ਇਹ ਲੱਗਦਾ ਕਈ ਚੀਜ਼ਾਂ 'ਚ ਕਮੀਆਂ ਕਰਕੇ ਉਹ ਆਪਣੇ ਆਪ ਨੂੰ ਪਾਪੀ ਸਮਝੀ ਜਾਂਦਾ, ਉਹਦਾ ਕੌਨਫੀਡੈਂਸ ਮਰਦਾ। ਉਹਦੇ 'ਚ ਕੌਨਫੀਡੈਂਸ ਭਰ ਕੇ ਰੱਖੋ ਵੀ ਭਰਾਵਾ ਤੂੰ ਜਿੱਦਾਂ ਦਾ ਵੀ ਹੈਗਾ ਪਰਫੈਕਟ ਹੈ, ਹਾਂ ਇਹਦੇ ਵਾਸਤੇ ਤੂੰ ਤਿਆਰੀ ਕਰ। ਠੀਕ ਹੈ, ਹੌਲੀ ਹੌਲੀ ਆ। ਅਗਲੇ ਸਵਾਲ ਤੇ ਆਉਂਦੇ ਆ ਭਾਈ ਸਾਹਿਬ ਕਿ ਪਿੱਛੇ ਜੇ ਤੁਸੀਂ ਕਿਹਾ ਕਿ ਹੁਣ ਤਾਂ ਜਥੇਦਾਰ ਸਾਹਿਬ ਨੇ ਵੀ ਕਹਿਤਾ ਕਿ ਇੱਕ ਬਲਬ ਲਾਓ, ਸਾਡੇ ਸ਼ਬਦ ਗੁਰੂ ਨੇ, ਪਰ ਅਸੀਂ ਹੁਣ ਪਿੰਡਾਂ ਦੇ ਵਿੱਚ ਦੇਖਦੇ ਕੀ ਆ ਕਿ 2-2 ਏਸੀ 4-4 ਏਸੀ ਸੁੱਖ ਆਸਨ ਦੀ ਜਗ੍ਹਾ ਤੇ ਉਹ ਕਹਿੰਦੇ ਕਿ ਸਾਡੇ ਗੁਰੂ ਸਾਹਿਬ ਨੇ ਤੇ ਅਸੀਂ ਉਹਨਾਂ ਨੂੰ ਜਾਗਤ ਜੋਤ ਮੰਨਦੇ ਆ ਤੇ ਗਰਮੀਆਂ 'ਚ ਏਸੀ ਲੱਗਦੇ ਨੇ, ਸਰਦੀਆਂ 'ਚ ਹੀਟਰ ਲੱਗਦੇ ਨੇ, ਬਹੁਤ ਵਧੀਆ ਦਸ਼ਾਲੇ ਕਦੇ ਮਤਲਬ ਹਰ ਚੀਜ਼ ਤੁਹਾਨੂੰ ਪਤਾ ਹੈ ਕਿ ਇਸ ਤਰ੍ਹਾਂ ਸਤਿਕਾਰ ਕੀਤਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦਾ। ਤੇ ਜਦੋਂ ਸਿਰਫ ਬਲਬ ਵਾਲੀ ਗੱਲ ਹੋਈ ਆ, ਪਹਿਲਾਂ ਤੁਸੀਂ ਵੀ ਇਹ ਗੱਲ ਕਹੀ, ਹੁਣ ਤਾਂ ਚਲੋ ਉਧਰ ਵਾਲੇ ਪਾਸੇ ਨੂੰ ਵੀ ਆਉਣ ਲੱਗੇ, ਪਰ ਹਾਲੇ ਲੋਕ ਇਸ ਤੇ ਅਡਾਪਟ ਨਹੀਂ ਕਰ ਰਹੇ ਇਸ ਨੂੰ। ਨਹੀਂ, ਮੇਰੀ ਬੇਨਤੀ ਪਤਾ ਕੀ ਹੈ ਵੀਰ ਜੀ, ਅਸੀਂ ਵੇਖਦੇ ਆ ਕਿ ਬੱਚੇ ਦਾ ਜਿਹੜੀ ਦੇਹ ਹੈ ਨਾ ਸਾਡੇ ਬੱਚੇ ਦੀ, ਉਹਦੀ ਖੁਰਾਕ ਬੱਚੇ ਦੀ ਹੋਰ ਹੈ ਜੀ। ਬੱਚੇ ਨੂੰ ਤੁਸੀਂ ਇਹ ਥੋੜਾ ਹੈਗਾ ਕਿ ਬੱਚੇ ਨੂੰ ਤੁਸੀਂ ਰੋਟੀ ਖਵਾ ਦਿਓਗੇ। ਬੱਚਾ ਸਾਲ ਦਾ ਦੁੱਧ ਹੀ ਪੀਂਦਾ, ਸਾਲ ਤੱਕ ਤਾਂ ਉਹਨੂੰ ਪਾਣੀ ਵੀ ਨਹੀਂ ਪਿਆਇਆ ਜਾਂਦਾ, ਦੁੱਧ ਦੇ ਵਿੱਚ ਹੀ ਸਭ ਕੁਝ ਹੁੰਦਾ। ਫਿਰ ਉਹਨੂੰ ਰੋਟੀ ਸ਼ੁਰੂ ਕਰਦੇ ਆ ਅਸੀਂ। ਜਵਾਨ ਦੀ ਖੁਰਾਕ ਹੋਰ ਹੈ, ਬਜ਼ੁਰਗ ਦੀ ਖੁਰਾਕ ਹੋਰ ਹੈ। ਸਾਡੇ ਪਾਤਸ਼ਾਹ ਦੀ ਦੇਹ ਹੈ ਜਿਹੜੀ ਉਹ ਗ੍ਰੰਥ ਰੂਪ 'ਚ ਹੈ, ਗੁਰੂ ਗ੍ਰੰਥ ਸਾਹਿਬ ਜੀ, ਉਹ ਦੇਹ ਗ੍ਰੰਥ ਰੂਪ 'ਚ ਹੈ। ਇਸ ਕਰਕੇ ਅਸੀਂ ਉਹਨਾਂ ਦੀਆਂ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਕਰੀਏ। ਉਹ ਕੀ ਨੇ ਵੀ ਸਲਾਬ ਤੋਂ ਬਚਾ ਕੇ ਰੱਖਿਓ, ਅੱਗ ਤੋਂ ਬਚਾ ਕੇ ਰੱਖਿਓ। ਜਿੱਦਣ ਸਾਡੇ ਪਾਤਸ਼ਾਹ ਦੀ ਦੇਹ ਸਾਡੇ ਵਰਗੀ ਸੀ ਉਦੋਂ ਏਸੀ ਦੀ ਵੀ ਲੋੜ ਸੀ, ਪ੍ਰਸ਼ਾਦੇ ਦੀ ਵੀ ਲੋੜ ਸੀ। ਸਾਡੇ ਵਰਗੀ ਦੇਹ ਸੀ, ਮਤਲਬ ਸਰੀਰ ਸੀ, ਉਸ ਵੇਲੇ ਲੋੜਾਂ ਹੋਰ ਸੀ, ਅੱਜ ਲੋੜਾਂ ਹੋਰ ਨੇ। ਮੈਂ ਉਸ ਵੇਲੇ ਕਿਹਾ ਸੀ ਵੀ ਜੇ ਅਸੀਂ ਥੋੜਾ ਜਿਹਾ ਇਸ ਗੱਲ ਦਾ ਖਿਆਲ ਰੱਖੀਏ, ਖਾਸ ਕਰਕੇ ਜਿਵੇਂ ਅੱਗ ਲੱਗਦੀ ਹੈ ਜਾਂ ਹੋਰ ਕਈ ਕੁਝ ਹੁੰਦਾ, ਤੋਂ ਬਚ ਸਕਦੇ ਆ। ਬਸ ਉਹਦਾ ਕੀ ਹੋਇਆ, ਰੱਪੜੇ ਮੇਰੇ ਵਾਲੀ ਵੀ ਨਾਸਤਕ ਹੈ, ਇਹ ਇਦਾਂ ਬੋਲਦਾ। ਹੁਣ ਜਥੇਦਾਰ ਜੀ ਨੇ ਵੀ ਮੇਰਾ ਖਿਆਲ ਇਹੀ ਗੱਲ ਕਹੀ ਹੈ ਵੀ ਸਾਡੇ ਗੁਰੂ ਸ਼ਬਦ ਗੁਰੂ ਹਨ, ਇੱਕ ਬਲਬ ਲਾਇਆ ਜਾਵੇ। ਠੀਕ ਹੈ ਗੱਲ, ਜਗ੍ਹਾ ਜਗ੍ਹਾ ਜ਼ਿਆਦਾਤਰ ਬੇਅਦਬੀਆਂ 80% ਆ ਪੱਖਾ ਹੁੰਦਾ ਛੋਟਾ ਜਿਹਾ ਪਿੰਡਾਂ ਦੇ ਵਿੱਚ, ਉਹੀ ਕਿਤੇ ਨਾ ਕਿਤੇ ਸਹੀ ਗੱਲ, ਉਹ ਲਗਾਤਾਰ ਜਦੋਂ ਚੱਲਦਾ ਤਾਂ ਹੀਟ ਹੋ ਜਾਂਦੀ ਹੈ, ਹੀਟ ਹੋ ਜਾਂਦਾ। ਬਹੁਤ ਜ਼ਿਆਦਾ ਇਦਾਂ ਦਾ ਕੁਝ ਹੋਇਆ ਤੇ ਚਾਹੀਦਾ ਇਹਦੇ ਤੇ ਗੌਰ ਕੀਤੀ ਜਾਵੇ। ਭਾਈ ਸਾਹਿਬ ਤੁਸੀਂ ਐਕਟਿਵ ਰਹਿੰਦੇ ਹੋ ਸੋਸ਼ਲ ਮੀਡੀਆ ਤੇ, ਪਿੱਛੇ ਜੇ 2 ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਕਿ ਇੱਕ ਸਿੱਧੂ ਮੂਸੇਵਾਲੇ ਦੀ ਹੋਈ ਤੇ ਇੱਕ ਰਣਜੀਤ ਬਾਵਾ ਦੀ ਹੋਈ। ਸਿੱਧੂ ਮੂਸੇਵਾਲੇ ਮਾਮਲੇ ਦੇ ਵਿੱਚ ਵੀ ਤੁਸੀਂ ਸਟੈਂਡ ਲਿਆ ਤੇ ਉਹਨੇ ਮਾਫੀ ਮੰਗ ਲਈ। ਰਣਜੀਤ ਬਾਵਾ ਨੇ ਵੀ ਗਾਇਆ, ਉਹਦੇ ਵਾਸਤੇ ਵੀ ਤੁਸੀਂ ਹਾਂ ਦਾ ਨਾਰਾ ਮਾਰਿਆ, ਉਹਨੇ ਵੀ ਮਾਫੀ ਮੰਗ ਲਈ। ਤੁਹਾਨੂੰ ਲੱਗਦਾ ਨਹੀਂ ਕਿ ਉਹ ਤਾਂ ਆਪਣੀ ਗੱਲ ਤੇ ਖੜੇ ਵੀ ਨਹੀਂ ਹੈਗੇ ਤੇ ਤੁਸੀਂ ਉਹਨਾਂ ਦੀ ਸਪੋਰਟ 'ਚ? ਨਹੀਂ, ਮੈਂ ਸਟੈਂਡ ਵੀਰ ਜੀ ਨਹੀਂ ਲਿਆ। ਸਟੈਂਡ ਦਾ ਮਤਲਬ ਹੁੰਦਾ ਹੈ, ਇਸ ਗੱਲ ਨੂੰ ਧਿਆਨ ਨਾਲ ਸਮਝ ਲਿਓ, ਉਹਨੇ ਗੀਤ ਗਾਇਆ ਮਾਈ ਭਾਗੋ ਬਾਰੇ ਜੀ, ਉਹਨੇ ਮਾਫੀ ਮੰਗ ਲਈ ਸੀ ਸਿੱਧੂ ਮੂਸੇਵਾਲੇ ਨੇ। ਬਿਲਕੁਲ। ਮੈਂ ਉਸ ਤੋਂ ਬਾਅਦ ਇਹ ਗੱਲ ਕਹੀ ਵੀ ਉਹਨੇ ਮਾਈ ਭਾਗੋ ਬਾਰੇ ਬੋਲਿਆ, ਸਾਰੇ ਪੰਥ ਨੇ ਗੁੱਸਾ ਕੀਤਾ, ਉਸ ਬੰਦੇ ਨੇ ਮਾਫੀ ਮੰਗ ਲਈ। ਪਰ ਜਿਹੜੇ ਗ੍ਰੰਥ ਦੇ ਵਿੱਚ, ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਮਾਈ ਭਾਗੋ ਨੂੰ ਨਗਨ ਲਿਖਿਆ ਵੀ ਗੁਰੂ ਸਾਹਿਬ ਨਾਲ ਫਿਰਦੀ ਸੀ, ਯਾਰ ਤੁਸੀਂ ਕਦੋਂ ਮਾਫੀ ਮੰਗੋਗੇ? ਤੁਸੀਂ ਤਾਂ ਰੁਮਾਲੇ ਪਾ ਕੇ ਰੱਖਿਆ। ਸੂਰਜ ਪ੍ਰਕਾਸ਼ ਇਹ ਕਿਹਾ, ਪਰ ਇੰਟਰਪ੍ਰੀਟ ਕਹਿੰਦੇ ਗਲਤ ਕੀਤਾ ਜਾਂਦਾ। ਜਿਹੜਾ ਦਿਗੰਬਰ ਸ਼ਬਦ ਹੈ ਜ਼ਰੂਰੀ ਨਹੀਂ ਉਹ ਬਿਲਕੁਲ ਨਗਨ ਅਵਸਥਾ ਵਾਲੀ ਗੱਲ ਹੋਵੇ। ਦਿਗੰਬਰ ਦਾ ਅਰਥ ਨਗਨ ਹੀ ਹੁੰਦਾ ਵੀਰ ਜੀ। ਉਹ ਇਹ ਤਾਂ ਫਿਰ ਸਾਡੇ ਫਿਲਾਸਫਰ ਨੇ ਨਾ, ਵਿਦਵਾਨ ਨੇ, ਇਹਨਾਂ ਨੇ ਸੂਰਜ ਪ੍ਰਕਾਸ਼ ਦਾ ਜਿਹੜਾ ਇਹਨਾਂ ਨੂੰ ਪਤਾ ਹੈ ਵੀ ਜਿਹੜੀ ਗੱਲ ਹੈਗੀ ਉਹਨੂੰ ਬਚਾਉਣਾ ਕਿੱਦਾਂ। ਉਹਦੇ ਵਿੱਚ ਤਾਂ ਅੰਮ੍ਰਿਤ ਸੰਚਾਰ ਦਾ, ਇਹਨਾਂ ਨੂੰ ਕਹੋ ਵੀ ਅੰਮ੍ਰਿਤ ਸੰਚਾਰ ਦਾ ਚੈਪਟਰ ਪੜ੍ਹੋ ਵੀ ਕੀ ਲਿਖਿਆ। ਭਾਈ ਸਾਹਿਬ ਇਹ ਕਿਉਂ ਹੁੰਦਾ ਹੈ ਕਿ ਉਹ ਕਹਿੰਦੇ ਕਿ ਭਾਈ ਸਾਹਿਬ ਜਿਹੜੇ ਨੇ ਉਹ ਜਿਹੜੀਆਂ ਨੈਗੇਟਿਵ ਚੀਜ਼ਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਦੀਆਂ ਉਹ ਦੱਸਦੇ ਨੇ,
ਜਿਹੜੇ ਬਾਕੀ ਕਥਾਵਾਚਕ ਨੇ ਉਹ ਜਿਹੜੀ ਨੈਗੇਟਿਵ ਚੀਜ਼ਾਂ ਨੇ ਉਹਦੇ ਵਿੱਚ ਜੇ ਕੁਝ ਹੈ ਤਾਂ ਉਹਨੂੰ ਨਹੀਂ ਦੱਸਦੇ ਹੈਗੇ, ਉਹ ਛੱਡ ਦਿੰਦੇ ਨੇ, ਕਥਾ ਨਹੀਂ ਕਰਦੇ। ਜਿਹੜੀਆਂ ਚੰਗੀਆਂ ਚੀਜ਼ਾਂ ਨੇ ਗੁਰੂ ਸਾਹਿਬਾਨ ਦੇ ਬਾਰੇ ਉਹਦੀ ਕਥਾ ਕਰਦੇ ਨਹੀਂ ਵੀਰ ਜੀ, ਐ ਨਹੀਂ ਹੈਗੀ ਗੱਲ। ਮੈਂ ਦੱਸਦਾ ਤੁਹਾਨੂੰ, 4 ਸਾਲ ਤੋਂ ਮੈਨੂੰ ਇਹ ਕਿਹਾ ਜਾਂਦਾ ਵੀ ਇਹ ਗੁਰੂ ਸਾਹਿਬ ਦੇ ਵਿਰੁੱਧ ਬੋਲਦਾ ਹੈ, ਇੱਕ ਦੋਸ਼ ਲਾਤਾ ਮੇਰੇ ਤੇ ਜੀ। ਮੈਂ ਉਹਦੇ ਜਵਾਬ ਵਿੱਚ ਇਹਨਾਂ ਨੂੰ ਕਿਹਾ ਕਿ ਮੈਨੂੰ ਤਾਂ ਤੁਸੀਂ ਕਹਿੰਦੇ ਹੋ ਵੀ ਢੱਡਰੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਬੋਲਦਾ ਹੈ, ਮੇਰੀ ਕੋਈ ਸਟੇਟਮੈਂਟ ਦਿਖਾਓ ਜੀ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਇੰਨਾ ਕੁਝ ਲਿਖਿਆ ਹੈ, ਉਹ ਤੁਸੀਂ ਅੱਖਾਂ ਬੰਦ ਕਰਕੇ ਲੰਘ ਜਾਂਦੇ ਹੋ। ਮੈਂ ਇਹਨਾਂ ਦੇ ਐਕਸ਼ਨ ਤੇ ਰਿਐਕਸ਼ਨ ਕੀਤਾ ਹੈ, ਜਵਾਬ ਦਿੱਤਾ ਹੈ। ਬਹੁਤੇ ਸਿੱਖਾਂ ਨੂੰ ਇਹ ਗੱਲ ਦਾ ਪਤਾ ਨਹੀਂ ਸੀਗਾ ਕਿ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਕੀ ਕੀ ਲਿਖਿਆ। ਬਹੁਤ ਸਾਰੇ, ਮੈਨੂੰ ਲੱਗਦਾ ਵੀ 80% ਨੂੰ ਨਹੀਂ ਸੀ ਪਤਾ। ਜਿੰਨੇ ਕਥਾਵਾਚਕ ਨੇ ਉਹਨਾਂ ਨੇ ਪੜਿਆ ਹੋਣਾ, ਉਹਨਾਂ ਨੂੰ ਪਤਾ ਹੈ। ਪਰ ਤੁਸੀਂ ਦੱਸਿਆ ਕਿ ਉਹਦੇ ਵਿੱਚ ਗਲਤ ਚੀਜ਼ਾਂ ਨੇ। ਇੱਕ ਗੱਲ ਦੇਖੋ ਵੀਰ ਜੀ, ਤੁਸੀਂ ਦੱਸੋ, ਮੰਨ ਲਓ ਆਪਣੇ ਪਿਤਾ ਜੀ ਬਾਰੇ ਜੀ ਕਿਸੇ ਨੇ ਗਲਤ ਲਿਖਿਆ ਵੀ ਉਹ ਬੰਦਾ ਜਿਹੜਾ ਸੀ ਉਹ ਠੀਕ ਨਹੀਂ ਸੀ, ਉਹ ਐ ਕਰਦਾ ਸੀ, ਉਹ ਐ ਕਰਦਾ ਸੀ, ਜੋ ਵੀ ਲਿਖਤਾ ਜੀ। ਇੱਕ ਬੰਦਾ ਕਹਿੰਦਾ ਹੈ ਵੀ ਇਹਨੂੰ ਯਾਰ ਤੁਸੀਂ ਕੱਢੋ ਇਹਦੇ ਵਿੱਚੋਂ, ਘੱਟ ਤੋਂ ਘੱਟ 20 ਵਾਰੀ ਸਿੱਖਾਂ 'ਚ ਵਿਵਾਦ ਛਿੜ ਚੁੱਕਿਆ, ਇਹ ਮਸਲਿਆਂ ਤੇ ਗੱਲ ਕਰੋ, ਇਹ ਕੱਢੋ। ਇਹ ਗ੍ਰੰਥ ਜਿਹੜੇ ਨੇ ਇਹ ਟੋਟਲੀ ਸਾਨੂੰ ਸਿੱਖ ਨਹੀਂ ਰਹਿਣ ਦਿੰਦੇ, ਹੋਰ ਧਰਮਾਂ ਨਾਲ ਜੋੜਦੇ ਨੇ, ਕੱਢੋ ਇਹਨੂੰ। ਰੌਲਾ ਤਾਂ ਸਾਰਿਆਂ ਨੇ ਪਾਇਆ ਜੀ, ਮੈਂ ਵੀ ਆਪਣੀ ਗੱਲ ਕੀਤੀ। ਹੁਣ ਇੱਕ ਕਹਿੰਦਾ ਤੂੰ ਪਰਦਾ ਪਾ, ਗੱਲ ਸਾਡੇ ਪਿਓ ਦੀ ਹੈ। ਇੱਕ ਕਹਿੰਦਾ ਪਰਦਾ ਪਾ, ਨਾ ਦੱਸ। ਇੱਕ ਕਹਿੰਦਾ ਇਹਦੇ 'ਚ ਗਲਤ ਲਿਖਿਆ, ਸਾਡੇ ਗੁਰੂ ਸਾਹਿਬ ਦੀ ਬਦਨਾਮੀ ਹੁੰਦੀ ਹੈ। ਫਿਰ ਪਿਆਰ ਗੁਰੂ ਸਾਹਿਬ ਨਾਲ ਕੌਣ ਕਰਦਾ? ਜਿਹੜਾ ਕੱਢਣ ਦੀ ਗੱਲ ਕਰਦਾ ਕਿ ਜਿਹੜਾ ਪਰਦਾ ਪਾਓ? ਪਿਆਰ ਰਹਿਣ ਦਿਓ ਯਾਰ, ਪਿਆਰ ਰਹਿਣ ਦਿਓ। ਤੁਸੀਂ ਵੀਰ ਜੀ ਇੱਕ ਨਾਰਮਲ, ਤੁਸੀਂ ਕਥਾ ਤਾਂ ਸਿੱਖੀ ਨਹੀਂ ਜੀ। ਤੁਸੀਂ ਜੇ ਸੂਰਜ ਪ੍ਰਕਾਸ਼ ਲੈਣਾ, ਤੁਸੀਂ ਤਾਂ ਸਾਰਾ ਖਰੀਦੋਗੇ, ਉੱਥੇ ਨਿਸ਼ਾਨੀਆਂ ਤਾਂ ਲਾ ਕੇ ਨਹੀਂ ਦੇਣੀਆਂ ਕਿਸੇ ਨੇ ਵੀ ਆਹ ਪੜਾ ਨਾ ਪੜ। ਸੂਰਜ ਪ੍ਰਕਾਸ਼ ਦੀਆਂ ਤੁਸੀਂ ਪੋਥੀਆਂ ਖਰੀਦ ਲਓ ਜੀ। ਤੁਸੀਂ ਜਦੋਂ ਉਹਦੀਆਂ 14 ਪੋਥੀਆਂ ਖਰੀਦ ਕੇ ਘਰੇ 1 2 ਸਾਰਾ ਇਤਿਹਾਸ ਤਾਂ ਉਹਦੇ 'ਚ, ਜਦੋਂ ਤੁਸੀਂ ਤਾਂ ਲੜੀਵਾਰ ਪੜੋਗੇ ਤੇ ਲੜੀਵਾਰ ਪੜਦਿਆਂ ਤੁਸੀਂ ਕਹੋਗੇ ਯਾਰ ਸਾਰੇ ਇਹ ਤਾਂ ਕੋਈ ਵਿਸ਼ਨੂੰ ਦਾ ਅਵਤਾਰ ਸੀ, ਕੋਈ ਇਹਦਾ ਅਵਤਾਰ ਸੀ, ਕੋਈ ਇਹਦੇ ਆ, ਇਹਦਾ ਮਤਲਬ ਇਹ ਸਾਰੇ ਉਹੀ ਦੁਬਾਰਾ ਆਏ ਸੀ। ਵਿੱਚ ਤਾਂ ਨਾਗਣੀ ਦੀਆਂ ਗੱਲਾਂ ਤੱਕ ਵੀ ਜਿਹੜੀਆਂ ਵੀ ਫੀਮ ਵੀ ਖਾਂਦੇ ਸੀ, ਸੁੱਖਾ ਵੀ ਪੀਂਦੇ ਸੀ। ਫਿਰ ਤੁਹਾਡੇ ਦਿਮਾਗ, ਕਿਉਂਕਿ ਤੁਹਾਨੂੰ ਨਿਸ਼ਾਨੀਆਂ ਥੋੜਾ ਲੱਗਣਗੀਆਂ। ਇੱਕ ਆਮ ਬੱਚਾ ਉਹ ਸਾਰਾ ਕੁਝ ਪੜ੍ਹ ਕੇ ਤੇ ਫਿਰ ਉਹ ਜਾਊ ਕਿੱਧਰ? ਮੈਂ ਇਹ ਗੱਲ ਕਹੀ ਵੀ ਯਾਰ ਜਿਹੜਾ ਇੰਨਾ ਗਲਤ ਲਿਖਿਆ ਉਹਨੂੰ ਤਾਂ ਤੁਸੀਂ ਰੁਮਾਲੇ ਪਾ ਕੇ ਰੱਖਿਆ। ਪਰ ਇੱਕ ਪ੍ਰੋਬਲਮ ਪਤਾ ਕੀ ਹੋਈ ਹੈ? ਕੱਲ ਵੀ ਦਾਦੂਵਾਲ ਦੀ ਸਟੇਟਮੈਂਟ 'ਚ ਆਇਆ ਜੀ ਵੀ ਢੱਡਰੀਆਂ ਵਾਲਿਆ ਮਾਈ ਭਾਗੋ ਤੇ ਇਲਜ਼ਾਮ ਲਾਇਆ, ਐਡੀ ਮਤਲਬ ਇਲਜ਼ਾਮ ਮੈਂ ਥੋੜਾ ਲਾਇਆ, ਮੈਂ ਤਾਂ ਦੱਸਿਆ। ਇੱਕ ਗੱਲ ਇਹ ਵੀ ਹੈ ਨਾ ਕਿ ਤੁਸੀਂ ਉਹ ਸ਼ਬਦ ਨੂੰ ਵਾਰ-ਵਾਰ ਯੂਜ਼ ਕੀਤਾ। ਠੀਕ ਹੈ ਕਿ ਦਿਗੰਬਰ ਸ਼ਬਦ ਲਿਖਿਆ ਹੋਇਆ ਸੀਗਾ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ, ਪਰ ਤੁਸੀਂ ਜਦੋਂ ਉਹਨੂੰ ਇੰਟਰਪ੍ਰੇਟ ਕੀਤਾ ਤਾਂ ਆਪਣੇ ਸ਼ਬਦਾਵਲੀ ਦੇ ਵਿੱਚ ਬਹੁਤ ਵਾਰ ਇਸੇ ਤਰ੍ਹਾਂ ਸੁਖਦਰਸ਼ਨ ਦੇ ਮਾਮਲੇ ਦੇ ਵਿੱਚ ਵੀ ਹੋਇਆ। ਜਿਹੜਾ ਸ਼ਬਦ ਉਹਨਾਂ ਨੇ ਲਿਖਿਆ ਉਸ ਸ਼ਬਦ ਨੂੰ ਤੁਸੀਂ ਵਾਰ-ਵਾਰ ਬੋਲਿਆ। ਇਸੇ ਤਰ੍ਹਾਂ ਮਾਈ ਭਾਗੋ ਵਾਲੇ ਸ਼ਬਦ ਦੇ ਵਿੱਚ ਹੋਇਆ। ਜਿਹੜੇ ਜਿਸ ਗੱਲ ਨੂੰ ਲੋਕ ਕਹਿਣਾ ਔਰ ਸੁਣਨਾ ਪਸੰਦ ਨਹੀਂ ਕਰਦੇ, ਇੱਕ ਸਿੱਖ, ਉਹਨੂੰ ਤੁਸੀਂ ਵਾਰ-ਵਾਰ ਬੋਲਿਆ। ਨਹੀਂ ਵੀਰ ਜੀ, ਇਹ ਗੱਲ ਲੈ ਦੱਸੋ। ਹੁਣ ਜੇ ਕੋਈ ਕਿਸੇ ਬੰਦੇ ਨੇ ਲਿਖਿਆ ਉਹ ਠੀਕ ਹੈ, ਪੜ੍ਹ ਕੇ ਸੁਣਾਇਆ ਉਹ ਗਲਤ ਹੈ। ਇਹ ਕਿੱਧਰ ਦੀ ਇਮਾਨਦਾਰੀ? ਵੀ ਸੰਤੋਖ ਸਿੰਘ ਤਾਂ ਠੀਕ ਹੈ, ਉਹ ਤਾਂ ਚੂੜਾਮਣੀ ਹੈ, ਮਹਾਨ ਵਿਦਵਾਨ ਸੀ ਸਿੱਖ ਕੌਮ ਦਾ, ਉਹਨੇ ਲਿਖਿਆ ਉਹ ਠੀਕ ਹੈ, ਉਹਦੇ ਤੇ ਰੁਮਾਲੇ ਪਾ ਕੇ ਰੱਖਣੇ ਨੇ, ਉਹ ਸਾਡਾ ਹੈ। ਢੱਡਰੀਆਂ ਵਾਲਾ ਜੇ ਉਹਨੂੰ ਪੜ੍ਹ ਕੇ ਵੀ ਸੁਣਾਊਗਾ ਤਾਂ ਇਹ ਪਾਪੀ ਹੈ। ਅੱਛਾ, ਮਜਬੂਰੀ ਕੀ ਆ ਉਹਨੂੰ ਰੱਖਣ ਦੀ ਸੂਰਜ ਪ੍ਰਕਾਸ਼ ਗ੍ਰੰਥ? ਇਹ ਤਾਂ ਇਹ ਦੱਸਣਾ ਨਾ ਜੀ, ਇਹ ਦੱਸਣ ਚਾਹੀਦਾ। ਪਤਾ ਕੀ ਸੀ ਵੀ ਹਾਂ ਇਹਦੇ ਵਿੱਚ ਪ੍ਰੋਬਲਮ ਹੈਗੀ ਹੈ, ਅਸੀਂ ਇਹਦੇ ਤੇ ਵਿਚਾਰ ਕਰਾਂਗੇ। ਖਰੜੇ 'ਚ ਕੋਈ ਜਿਹੜਾ ਅਸਲ ਖਰੜਾ ਸੀਗਾ ਉਹਨੂੰ ਹੋ ਸਕਦਾ ਕਿ ਵਿੱਚ ਡਾਕਟਰੇਟ ਹੋ ਗਿਆ ਹੋਵੇ, ਵਿੱਚ ਐਡ ਹੋ ਗਿਆ ਹੋਵੇ ਕੁਛ? ਨਹੀਂ, ਬਹੁਤ ਕੁਛ ਨਹੀਂ ਜੀ ਉਹਦੇ ਵਿੱਚ ਤਾਂ। ਟੋਟਲੀ ਨਾ ਵੀਰ ਜੀ, ਸਾਰੇ ਦਾ ਸਾਰਾ ਜਿਹੜਾ ਸਾਡਾ ਉਹ ਹੈਗਾ ਹੈ ਸੂਰਜ ਪ੍ਰਕਾਸ਼ ਗ੍ਰੰਥ, ਉਹਦੇ ਵਿੱਚ ਬਹੁਤ ਕੁਛ ਐਸਾ ਆ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਟੋਟਲੀ ਉਲਟ ਹੈ। ਠੀਕ ਹੈ। ਜਿਹੜੀਆਂ ਗੱਲਾਂ ਤੋਂ ਗੁਰੂ ਗ੍ਰੰਥ ਸਾਹਿਬ ਰੋਕਦੇ ਹੈ, ਉਹਦੇ ਵਿੱਚ ਗੁਰੂ ਸਾਹਿਬ ਨੂੰ ਉਹੀ ਕੁਛ ਕਰਦੇ ਵਿਖਾਇਆ। ਕਥਾ ਉਹਦੀ ਹੋਈ ਹੈ, ਉਹ ਹਲੇ ਵਿੱਚ ਹੀ ਆ, ਮਸਲਾ ਨਿਬੜਿਆ ਨਹੀਂ ਹੈਗਾ ਉਹ ਸੂਰਜ ਪ੍ਰਕਾਸ਼ ਗ੍ਰੰਥ। ਇੱਕ ਤੁਸੀਂ ਭਾਈ ਸਾਹਿਬ, ਕਿਉਂਕਿ ਲੋਕ ਜਾਣਨਾ ਚਾਹੁੰਦੇ ਨੇ, ਤੁਸੀਂ ਹਮੇਸ਼ਾ ਜਦੋਂ ਕਰਦੇ ਹੋ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਹੋ, ਨਾਨਕਸਰ ਸੰਪਰਦਾ ਦੀ ਗੱਲ ਕਰਦੇ ਹੋ, ਦਮਦਮੀ ਟਕਸਾਲ ਦੀ ਗੱਲ ਕਰਦੇ ਹੋ, ਮਤਲਬ ਤੁਸੀਂ ਇੱਕ ਟਾਰਗੇਟ ਅਟੈਕਿੰਗ ਮੋਡ ਤੇ ਹੁੰਦੇ ਹੋ ਜਦੋਂ ਵੀ ਤੁਸੀਂ ਕੋਈ ਇਸ ਤਰ੍ਹਾਂ ਕਰਦੇ ਹੋ। ਤਾਂ ਜਿਵੇਂ ਹੁਣ ਕੱਲ ਤੁਸੀਂ ਪੁੱਛਿਆ ਕਿ ਅਸੀਂ ਸ਼ਿਕਾਇਤ ਕਿਸ ਨੂੰ ਕਰੀਏ, ਨਾਨਕਸਰੀਓ ਤੁਸੀਂ ਦੱਸੋ, ਦਮਦਮੀ ਟਕਸਾਲ ਵਾਲਿਓ ਤੁਸੀਂ ਦੱਸੋ। ਵੀ ਤੁਸੀਂ ਸਾਨੂੰ ਕਹਿੰਦੇ ਹੋ ਵੀ ਢੱਡਰੀਆਂ ਵਾਲਾ ਨਾਸਤਕ ਹੈ
ਤੇ ਟਕਸਾਲ ਹੀ ਕਹਿੰਦੀ ਹੈ, ਨਾਨਕਸਰ ਵਾਲੇ ਕਹਿੰਦੇ ਨੇ ਵੀ ਨਾਸਤਿਕ ਪ੍ਰਚਾਰ ਕਰਦਾ, ਸ਼ਰਧਾ ਤੋੜਦਾ। ਮੈਂ ਉਹਨਾਂ ਨੂੰ ਕਿਹਾ ਸੀ ਵੀ ਜਥੇਦਾਰ ਜੀ ਦੀ ਹੁਣ ਸਟੇਟਮੈਂਟ ਆਈ ਹੈ ਵੀ ਇੱਕ ਬਲਬ ਲਾਉਣਾ, ਤੇ ਹੁਣ ਮੈਨੂੰ ਤੁਸੀਂ ਦੱਸੋ ਵੀ ਮੈਂ ਸ਼ਿਕਾਇਤ ਕਿਹਦੇ ਕੋਲ ਕਰਾਂ। ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਸਰੂਪ ਸਿੰਘ ਹੋਰੀਂ ਦੀ ਗੱਲ ਹੁੰਦੀ ਹੈ, ਜਿੰਨੀਆਂ ਵੀ ਗੱਲਾਂ ਹੁੰਦੀਆਂ, ਮਤਲਬ ਤੁਸੀਂ ਵਿਰੋਧ ਬਹੁਤ ਸਾਰੇ ਪਾਸੇ ਵਿਰੋਧ ਐਕਸ਼ਨ ਤੇ ਰਿਐਕਸ਼ਨ। ਮੈਂ ਇਦਾਂ ਕਿਉਂ ਕਰੂੰਗਾ? ਮੰਨ ਲਓ ਵੀ ਜੇ ਤੁਸੀਂ ਹਮੇਸ਼ਾ ਜਦੋਂ ਅਗਲਾ ਫਰੂਟੀ ਦਿਵਸ ਮਨਾਊਗਾ 17 ਮਈ ਹੋਊਗੀ, ਤੇ ਫਿਰ ਤਾਂ ਮੈਂ ਪੁੱਛੂੰਗਾ ਵੀ ਲੱਖ ਲਾਹਨਤ ਹੈ ਯਾਰ ਤੁਹਾਡੇ ਕਤਲ ਕਰਕੇ, ਤੇ ਤੁਸੀਂ ਅੱਜ ਚਾਅ ਮਨਾਉਂਦੇ ਹੋ, ਖੁਸ਼ੀਆਂ ਮਨਾਉਂਦੇ ਹੋ। ਤੁਹਾਨੂੰ ਲੱਗਦਾ ਕਿ ਰਿਐਕਸ਼ਨ ਦੇਣਾ ਜ਼ਰੂਰੀ ਹੈ? ਅੱਜ ਧੱਕਾ ਹੋਇਆ 6 ਜੂਨ ਜੀ, ਕਿੰਨਾ ਰਿਐਕਸ਼ਨ ਹੋ ਰਿਹਾ ਬਿਲਕੁਲ ਹੋਣਾ ਵੀ ਚਾਹੀਦਾ। ਹੋਣਾ ਬਹੁ ਗਿਣਤੀ ਨੇ ਘੱਟ ਗਿਣਤੀ ਨਾਲ ਧੱਕਾ ਕੀਤਾ ਨਾ, ਜੀ। ਸੇਮ ਮੈਂ ਵੀ ਇਹੀ ਕਰ ਰਿਹਾ। ਠੀਕ ਹੈ, ਇਹ ਵੀ ਸੇਮ ਹੋ ਰਿਹਾ। ਬਾਬਾ ਜਰਨੈਲ ਸਿੰਘ ਦੇ ਬੰਦੇ ਕਹਿੰਦੇ ਨੇ ਵੀ ਸਾਡੇ ਨਾਲ ਧੱਕਾ ਹੋਇਆ, ਅੱਜ ਉਹਨਾਂ ਦੇ ਪੈਰੋਕਾਰ ਘੱਟ ਗਿਣਤੀ, ਮੈਂ ਉਹਨਾਂ ਸਾਹਮਣੇ ਆ, ਮੇਰੇ ਨਾਲ ਵੀ ਧੱਕਾ ਕਰਦੇ ਨੇ। ਕਿਹੜਾ ਇਲਜ਼ਾਮ ਹੈ ਜਿਹੜਾ ਨਹੀਂ ਲਾਇਆ? ਮੈਂ ਤਾਂ ਸਬੂਤ ਮੰਗਦਾ ਵੀ ਮੈਂ ਜਿਹੜੀਆਂ ਗੱਲਾਂ ਗਲਤ ਗੁਰੂ ਸਾਹਿਬ ਬਾਰੇ ਬੋਲੀਆਂ ਨੇ, ਮੈਂ ਗਲਤ ਬੋਲਿਆ ਗੁਰੂ ਸਾਹਿਬ ਬਾਰੇ, ਮੈਨੂੰ ਦੀਵਾਨ ਦੀ ਰਿਕਾਰਡਿੰਗ ਦੱਸੋ, ਮੈਂ ਉਹ ਦੀਵਾਨ ਸਾਰਾ ਸੁਣਾ ਵੀ ਕੀ ਬੋਲਿਆ। ਹੁਣ ਤਾਂ ਐਲੀਗੇਸ਼ਨ ਇਹ ਵੀ ਲੱਗਣ ਲੱਗੇ ਕਿ ਭਾਈ ਸਾਹਿਬ ਏਜੰਸੀਆਂ ਦੇ ਹੱਥ ਵਿੱਚ ਨੇ। ਫਿਰ ਐਡਾ ਖਤਰਾ ਨਹੀਂ ਹੋਣਾ ਚਾਹੀਦਾ ਸੀ ਵੀ ਏਜੰਸੀਆਂ ਕਦੇ ਤਾਂ ਕਹਿੰਦੇ ਨੇ ਕੁਛ ਕਦੇ ਕੁਛ, ਫਿਰ ਤਾਂ ਗੱਲ ਹੀ ਬਹੁਤ ਵਧੀਆ। ਮਤਲਬ ਜੇ ਏਜੰਸੀਆਂ ਦਾ ਬੰਦਾ ਮੈਨੂੰ ਕਹਿੰਦੇ ਐ, ਫਿਰ ਨਾਲੇ ਕਹੀ ਜਾਂਦੇ ਐ ਇਹਨਾਂ ਨੇ ਜੀ ਪੇਟੀਐਮ ਪਾਤਾ ਨੈਟ ਦੇ ਉੱਤੇ, ਇਹਨਾਂ ਨੇ ਪੈਸੇ ਮੰਗ ਲਏ, ਫਿਰ ਏਜੰਸੀਆਂ ਦੇ ਬੰਦੇ ਨੂੰ ਮੰਗਣ ਦੀ ਕੀ ਲੋੜ ਪਈ ਹੈ? ਫਿਰ ਆ ਕੁਛ ਮੇਰੇ, ਜੇ ਮੈਂ ਏਜੰਸੀਆਂ ਦਾ ਬੰਦਾ, ਫਿਰ 4 ਬੰਦੇ ਜਿਹੜੇ ਕੱਲ ਵਕੀਲ ਨੇ ਦੱਸੇ ਐ ਜੀ, ਸਿੱਧੂ ਵਰਗੇ, ਜਸਪਾਲ ਸਿੰਘ ਸਿੱਧੂ ਵਰਗੇ ਵੱਡੇ ਟਰਾਂਸਪੋਰਟਰ ਨੇ, ਟਕਸਾਲ ਦੇ ਹੈੱਡ ਨੇ, ਨਾਲ ਆ ਕੇ ਉਹ ਬੰਦਾ ਕਤਲ ਕਰਵਾ ਕੇ ਗਿਆ ਭੁਪਿੰਦਰ ਸਿੰਘ ਦਾ। ਮੈਂ ਏਜੰਸੀਆਂ ਦਾ ਬੰਦਾ ਹੁੰਦਾ ਤੇ ਫਿਰ ਉਹ ਖੁੱਲਾ ਫਿਰਦਾ ਹੁੰਦਾ। ਇਨਸਾਫ ਨਹੀਂ ਮਿਲਿਆ ਤੁਹਾਨੂੰ ਹਾਲੇ ਤੱਕ? ਅਜੇ ਤੱਕ ਨਹੀਂ। ਵੇਖ, ਤੁਸੀਂ ਕੱਲ ਸੁਣਿਆ ਹੀ ਹੈ ਵਕੀਲ ਜੀ। ਹਾਂਜੀ, ਮੈਂ ਏਜੰਸੀਆਂ ਦਾ ਬੰਦਾ ਹੁੰਦਾ ਤਾਂ ਫਿਰ ਆਹ ਕੁਝ ਨਹੀਂ ਸੀ ਨਾ ਹੋਣਾ ਜੀ। ਫਿਰ ਏਜੰਸੀਆਂ ਤਾਂ ਬਥੇਰਾ ਕੁਝ ਕਰ ਲੈਂਦੀਆਂ। ਤੁਸੀਂ ਸੱਚ ਦੇ ਰਾਹ ਤੇ ਹੋ? ਬਿਲਕੁਲ। ਮੇਰੇ ਨਾਲ ਕਰੋ ਗੱਲ, ਜਿੱਥੇ ਗਲਤ ਆ ਮੈਂ, ਤੁਸੀਂ ਲੈ ਆਓ। ਮੰਨ ਲਓ ਵੀ ਹਾਂ ਆ ਅਸੀਂ ਰਿਕਾਰਡ ਹੈ ਤੇ ਤੁਸੀਂ ਆਹ ਕੁਛ ਹੁਣ ਦੇਖੋ, ਕਤਲ ਐਡੀ ਵੱਡੀ ਕਿਸੇ ਪ੍ਰਚਾਰਕ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਕਿਉਂ? ਕਿਉਂਕਿ ਝੂਠੇ ਇਲਜ਼ਾਮ ਹੈ। ਹੁਣ ਬਲਾਤਕਾਰੀ ਸ਼ਬਦ ਕਿਸੇ ਨੇ ਵਰਤਿਆ, ਮੇਰੀ ਫੋਟੋ ਲਾਤੀ, ਉਹਦਾ ਮਤਲਬ ਉਹ ਮੇਰੇ ਨਾਲ ਜੁੜ ਗਿਆ, ਮਤਲਬ ਉਹ ਮੈਂ ਕੀਤਾ। ਮੇਰਾ ਫੇਕ ਆਈਡੀਆਂ ਸਾਡੇ ਸਿੰਘਾਂ ਦੀਆਂ ਕੱਲ ਹੀ ਬਣਾ ਕੇ, ਸਾਡੇ ਜਥੇ ਦਾ ਮੈਂਬਰ ਮੇਰੇ ਨਾਲ ਸਾਜ਼ ਵਜਾਉਂਦਾ, ਉਹਦੀ ਫੇਕ ਆਈਡੀ ਬਣਾਈ, ਉਹਦੇ ਤੋਂ ਗਾਲਾਂ ਕੱਢਤੀਆਂ, ਮੁੜ ਕੇ ਕਹਿੰਦਾ ਆ ਵੇਖੋ ਜੀ, ਉਹਨੇ ਫਿਰ ਪਾਇਆ ਵੀ ਵੇਖੋ ਵੀਰੋ ਕੋਈ ਸਾਡੇ ਗਲਤ ਕਰ ਰਿਹਾ, ਅਸੀਂ ਇਦਾਂ ਦਾ ਕੁਝ ਨਹੀਂ ਕਰਨਾ ਚਾਹੁੰਦੇ, ਅਸੀਂ ਨਹੀਂ ਕਿਸੇ ਨੂੰ ਗਾਲਾਂ ਕੱਢਦੇ, ਅਸੀਂ ਨਹੀਂ ਕਿਸੇ ਨੂੰ ਮਾੜਾ ਕਹਿੰਦੇ। ਤੁਸੀਂ ਜੋ ਗੁਰੂ ਗ੍ਰੰਥ ਸਾਹਿਬ ਦੀ, ਕਿਉਂਕਿ ਤੁਸੀਂ ਵੀ ਇਹ ਗੱਲ ਕਹਿੰਦੇ ਹੋ ਕਿ ਜਿਹੜੇ ਟੀਕੇ ਹੋਏ ਨੇ ਉਹਨਾਂ ਦੇ ਵਿੱਚ ਵੱਖੋ ਵੱਖਰੇ ਅਰਥ ਨੇ, ਬਿਲਕੁਲ ਜਿਹੜੇ ਇੰਟਰਪ੍ਰੀਟੇਸ਼ਨ ਹੈ ਕਿਸੇ ਦੀ ਉਹ ਵੀ ਵੱਖੋ ਵੱਖਰੇ ਤਰ੍ਹਾਂ ਦੀ ਹੈਗੀ, ਬਿਲਕੁਲ ਵੱਖੋ ਵੱਖਰੀ। ਇਹ ਕਿਵੇਂ ਸਮਝਣਗੇ? ਕਿਵੇਂ ਜਿਹੜੇ ਸਿੱਖ ਨੇ ਉਹ ਇਸ ਗੱਲ ਨੂੰ ਕਿਵੇਂ ਸਮਝਣਗੇ? ਕਿਉਂਕਿ ਉਹਨਾਂ ਨੂੰ ਤਾਂ ਜੋ ਸੁਣਾਇਆ ਜਾਂਦਾ ਉਹ ਸੁਣਦੇ। ਇੱਕ ਸੁਣੋ, ਤੁਸੀਂ ਦੁਕਾਨ ਤੇ ਗਏ ਹੋ ਜੀ, ਕੋਈ ਚੀਜ਼ ਖਰੀਦਣ ਗਏ ਹੋ, ਕੋਈ ਕਹਿੰਦਾ ਯਾਰ ਇੱਧਰ ਆ ਜਾ, ਕੋਈ ਕਹਿੰਦਾ ਇੱਧਰ ਆ ਜਾ। ਮੰਨ ਲਓ ਅਮਰੂਦ ਵਿਕਦੇ ਨੇ, ਅੰਬ ਵਿਕਦੇ ਨੇ, ਅਗਲਾ ਮੰਡੀ 'ਚ ਵਾਜਾਂ ਮਾਰਦਾ। ਸਾਨੂੰ ਪਤਾ ਜਦੋਂ ਜਾਂਦੇ ਆ ਵੀ ਮੇਰੇ ਪਰਿਵਾਰ ਲਈ ਮੈਂ ਇਹਨੂੰ 4 ਦਿਨ ਰੱਖਣਾ, ਤਾਂ ਪਿਲਪਲੇ ਨੇ, ਇਹ ਤਾਂ ਅੱਜ ਹੀ ਖਤਮ ਹੋ ਜਾਣਗੇ, ਆ 4-5 ਦਿਨ ਕੱਟ ਜਾਣਗੇ, 5 ਦਿਨਾਂ ਬਾਅਦ ਮੈਂ ਖਰੀਦ ਸਕਣਾ। ਤੁਹਾਨੂੰ ਪਤਾ ਹੈ ਨਾ ਜੀ ਤੁਹਾਡੇ ਲਈ ਠੀਕ ਕੀ ਹੈ। ਅਰਥ ਜਿਹੜੇ ਮਰਜ਼ੀ ਪੜੇ ਜੀ, ਪ੍ਰਚਾਰਕ ਜਿਹੜਾ ਮਰਜ਼ੀ ਬੋਲੇ, ਚਾਹੇ ਮੈਂ ਬੋਲਾਂ, ਤੁਹਾਨੂੰ ਵੇਖਣਾ ਪੈਣਾ ਵੀ ਮੇਰੇ ਤੇ ਮੇਰੇ ਬੱਚਿਆਂ ਦੇ ਵਿਕਾਸ ਵਾਸਤੇ ਕਿਹੜੀ ਗੱਲ ਠੀਕ ਹੈ। ਸਾਡਾ ਨੁਕਤਾ ਚਾਹੀਦਾ ਸਮਾਜ ਵਿਗਿਆਨ, ਸਮਾਜ ਦਾ ਵਿਕਾਸ, ਤੁਹਾਡੇ ਮਾਈਂਡ ਦਾ ਵਿਕਾਸ, ਤੁਹਾਡਾ ਅਵੇਅਰ ਹੋਣਾ। ਜੇ ਤੁਹਾਡੇ ਉਹਦੇ ਵਿੱਚ ਕੋਈ ਰੋੜਾ ਬਣਦਾ, ਚਾਹੇ ਢੱਡਰੀਆਂ ਵਾਲਾ, ਉਹ ਕਿਸੇ ਕੰਮ ਦਾ ਨਹੀਂ, ਤੇ ਚਾਹੇ ਉਹ ਹਰਨਾਮ ਸਿੰਘ ਧੁੰਮਾ, ਉਹ ਵੀ ਕਿਸੇ ਕੰਮ ਦਾ ਨਹੀਂ। ਜਿਹੜਾ ਬੰਦਾ ਹਿੰਮਤ ਭਰਦਾ ਹੈ, ਕੌਨਫੀਡੈਂਸ ਭਰਦਾ ਹੈ, ਅਰਥ ਤੁਹਾਡੀ ਜ਼ਿੰਦਗੀ 'ਚ ਤੁਹਾਡੀ ਲਾਈਫ ਸਪੈਸ਼ਲ ਲੱਗਦੀ ਹੈ, ਉੱਥੇ ਤੁਹਾਨੂੰ ਇਹ ਨੁਕਤਾ ਸੋਚਣਾ ਪੈਣਾ ਵੀ ਤੁਹਾਡੇ ਭਲੇ ਲਈ ਕਿਹੜਾ, ਕਿਹਨੂੰ ਸੁਣੀਏ ਕਿਹਨੂੰ ਨਾ ਸੁਣੀਏ। ਕੋਈ ਐ ਕਹਿੰਦਾ ਹੈ, ਕੋਈ ਐ ਕਹਿੰਦਾ, ਐ ਨਹੀਂ ਗੱਲ। ਤੁਹਾਨੂੰ ਵੇਖਣਾ ਪੈਣਾ ਵੀ ਠੀਕ ਕੀ ਹੈ। ਠੀਕ ਹੈ, ਇੰਨੀ ਕੁ ਸਮਝ ਸਭ ਨੂੰ ਹੈ। ਕੋਈ ਇੱਥੇ ਏਡਾ ਕਮਲਾ ਨਹੀਂ ਜਿਹਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਵੀ ਕੋਈ, ਮਤਲਬ ਪਤਾ ਲੱਗਦਾ। ਕਿਉਂਕਿ ਭਾਈ ਸਾਹਿਬ ਕੁਝ ਟਿੱਪਣੀਆਂ ਹੋਈਆਂ ਨੇ, ਕਿ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਸਰੋਵਰ ਦੀ ਗੱਲ ਹੋਈ, ਇਸ ਤਰ੍ਹਾਂ ਦੀ ਗੱਲ ਹੋਈ ਕਿ ਉੱਥੇ ਬਾਣੀ ਦਾ ਪ੍ਰਵਾਹ ਚੱਲਦਾ ਹੈ ਕਿ ਉਸ ਜਲ ਨੂੰ ਜਲ ਕਹਿ ਕੇ ਲੈ ਕੇ ਆਉਂਦੇ ਨੇ ਕਿ ਜਲ ਹੈ, ਤੇ ਕੁਝ ਟਿੱਪਣੀਆਂ ਇਸ ਤਰ੍ਹਾਂ ਹੋਈਆਂ ਕਿ
ਗੁਰਦੁਆਰਾ ਸਾਹਿਬ ਦੇ ਨਾਲ ਛੱਪੜ ਹੈ, ਉੱਥੇ ਵੀ ਪਾਣੀ ਦਾ ਪ੍ਰਵਾਹ ਚੱਲਦਾ, ਫਿਰ ਉਹ ਪਾਣੀ ਵੀ ਸ਼ੁੱਧ ਹੋਣਾ ਚਾਹੀਦਾ। ਇਹ ਕਿੰਨੇ ਕੀਤੀ ਟਿੱਪਣੀ? ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਟਿੱਪਣੀਆਂ ਨੇ, ਕਿਸੇ ਨੇ ਕੀਤੀ। ਬਸ ਫਿਰ ਪਤਾ ਨਹੀਂ ਕਿਹੜਾ ਕੌਣ ਕੀ ਕਰ ਰਿਹਾ। ਮੇਰੀ ਟਿੱਪਣੀ ਜਿਹੜੀ ਮੈਂ ਕੀਤੀ ਹੋਵੇ ਉਹ ਵੇਖਣੀ ਹੈ, ਮੈਂ ਉਹ ਸੁਣਨੀ ਜਹੇਦਾਰ ਜੀ ਤੋਂ ਬਿਠਾ ਕੇ, ਮੈਨੂੰ ਸੁਣਾਓ। ਮਤਲਬ ਮੇਰੇ ਮੂੰਹ 'ਚ ਤਾਂ ਹਰ ਕੋਈ ਗੱਲ ਪਾਈ ਜਾਂਦੀ ਵੀ ਇਹ ਇਦਾਂ ਕਹਿੰਦਾ, ਇਹ ਇਦਾਂ ਕਹਿੰਦਾ, ਇਹ ਇਦਾਂ ਕਹਿੰਦਾ। ਜਿਹੜੀਆਂ ਇਸ ਤਰ੍ਹਾਂ ਦੀ ਟਿੱਪਣੀਆਂ ਨੇ ਉਹ ਤੁਹਾਡੇ ਨਾਲ ਜੋੜ ਕੇ ਦੇਖੀਆਂ ਜਾਂਦੀਆਂ ਨੇ ਵੀ ਸ਼ਾਇਦ ਜੋੜੀਆਂ ਜਾਂਦੀਆਂ ਨੇ, ਜੋੜ ਰਹੇ ਨੇ ਜੀ। ਕਿਉਂਕਿ ਜੇ ਇਹ ਕਹਿਣਗੇ ਸਿੱਧਾ ਵੀ ਧੰਦੇ ਤੇ ਸੱਟ ਮਾਰਦਾ ਢੱਡਰੀਆਂ ਵਾਲਾ, ਸਾਰਿਆਂ ਦੇ ਵਿਰੁੱਧ ਬੋਲਦਾ ਖੁੱਲ ਕੇ, ਉਹ ਤਾਂ ਮੈਂ ਮੰਨੂਗਾ ਵੀ ਹਾਂ ਮੈਂ ਕਹਿਣਾ ਵੀ ਆਹ ਪਖੰਡ ਹੈ, ਆਹ ਪਖੰਡ ਹੈ। ਇਹ ਵਿਰੋਧ ਜਿਹੜਾ ਹੋ ਰਿਹਾ ਆਲੇ ਦੁਆਲੇ ਤੋਂ ਚੁਫੇਰਿਓਂ ਹੋ ਰਿਹਾ, ਕਾਫੀ ਪਾਸਿਓਂ ਹੋ ਰਿਹਾ। ਹਾਂ ਸਾਰੇ ਹੀ ਕਰਦੇ ਨੇ। ਮਤਲਬ ਉਹ ਤਾਂ ਮੈਂ ਕਹੂੰਗਾ ਵੀ ਹਾਂ ਮੈਂ ਸਾਧਾਂ ਦੇ ਵਿਰੁੱਧ ਆ। ਜੇ ਵੀਰ ਜੀ ਅਗਲਾ ਕਹੂਗਾ ਨਾ ਵੀ ਸਾਧਾਂ ਦੇ ਵਿਰੁੱਧ ਹੈ, ਲੋਕ ਕਹਿਣਗੇ ਫਿਰ ਤਾਂ ਠੀਕ ਹੈ। ਜੇ ਕਿ ਲੋਕਾਂ ਦੇ ਵਿੱਚ ਗੱਲ ਵੱਡੀ ਸਾਰੀ ਕਰਨੀ ਹੈ, ਫਿਰ ਕੋ ਗੁਰੂ ਸਾਹਿਬ ਦੇ ਵਿਰੁੱਧ ਹੈ। ਹਰਮੰਦਰ ਸਾਹਿਬ ਨਾਲ ਲੋਕ ਜੁੜੇ ਹੋਏ ਨੇ, ਬਿਲਕੁਲ। ਉਹਨਾਂ ਦੇ ਸਾਹਮਣੇ ਇਹ ਕਹੋ ਵੀ ਢੱਡਰੀਆਂ ਵਾਲਾ ਕਹਿੰਦਾ ਹਰਮੰਦਰ ਸਾਹਿਬ ਢਾ ਦਿਓ। ਤੁਸੀਂ ਕਦੇ ਇਹ ਕਿਹਾ ਕਿ ਹਰਮੰਦਰ ਸਾਹਿਬ ਤੇ ਬਾਕੀ ਪਿੰਡਾਂ ਦੇ ਗੁਰਦੁਆਰੇ ਇੱਕੋ ਜਿਹੇ ਨੇ, ਕਿ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਹੈ ਤੇ ਸ੍ਰੀ ਹਰਮੰਦਰ ਸਾਹਿਬ 'ਚ ਵੀ ਇੱਕੋ ਹੀ ਗੁਰਦੁਆਰਾ? ਨਹੀਂ, ਗੱਲ ਇਹ ਹੈ, ਨਹੀਂ ਮੈਂ ਜਿਹੜੀ ਹਮੇਸ਼ਾ ਗੱਲ ਇਹ ਕੀਤੀ ਵੀ ਸਾਡੇ ਗੁਰ ਅਸਥਾਨ ਨੇ, ਗੁਰ ਅਸਥਾਨ ਦਾ ਥਾਂ ਆ, ਉਸ ਜਗ੍ਹਾ ਤੇ ਜਾ ਕੇ ਸਾਨੂੰ ਪਤਾ ਲੱਗਦਾ ਵੀ ਇੱਥੇ ਆ ਇਤਿਹਾਸ ਹੈ। ਪਰ ਸਾਡੇ ਵਾਸਤੇ ਮਹਾਨਤਾ ਹੈਗੀ ਹੈ ਗੁਰ ਗਿਆਨ ਦੀ। ਸਾਡੇ ਵਾਸਤੇ ਗਿਆਨ ਇੱਕ ਨੰਬਰ ਤੇ ਚਾਹੀਦਾ, ਜਿਹੜਾ ਸਾਡੇ ਪਿੰਡ 'ਚ ਵੀ ਗੁਰੂ ਗ੍ਰੰਥ ਸਾਹਿਬ ਹੈ, ਮੇਰੇ ਘਰ ਦੇ ਵਿੱਚ ਵੀ ਹੈ, ਅਸੀਂ ਘਰ 'ਚ ਵੀ ਪੋਥੀਆਂ ਰੱਖੀਆਂ ਨੇ, ਇਤਿਹਾਸਕ ਸਥਾਨਾਂ ਤੇ ਨੇ। ਪਹਿਲੇ ਨੰਬਰ ਤੇ ਗੁਰ ਗਿਆਨ, ਇੱਕ ਨੰਬਰ ਤੇ ਆ ਸਿੱਖਾਂ ਲਈ, ਦੂਜੇ ਨੰਬਰ ਤੇ ਸਾਡੇ ਇਤਿਹਾਸਕ ਸਥਾਨ ਨੇ। ਹਮੇਸ਼ਾ ਇਹ ਗੱਲ ਕਹੀ ਹੈ, ਜਿੱਥੇ ਮਰਜ਼ੀ ਤੁਸੀਂ ਸੁਣ ਲਓ। ਇਸ ਤਰ੍ਹਾਂ ਨਹੀਂ ਹੈਗਾ ਕਿ ਕੋਈ ਹਰਮੰਦਰ ਸਾਹਿਬ ਦੇ ਬਾਰੇ ਕੋਈ ਇਸ ਤਰ੍ਹਾਂ ਦੀ ਕੋਈ ਟਿੱਪਣੀ ਹੋਵੇ ਕਿ ਜੇ ਵੀਰ ਜੀ ਏਡੀ ਹੁੰਦੀ ਨਾ, ਇੰਨਾ ਚਿਰ ਥੋੜਾ ਲੱਗਣਾ ਸੀ। ਕਹਿੰਦੇ ਕਿ ਢੱਡਰੀਆਂ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲੋਂ ਲੋਕਾਂ ਨੂੰ ਤੋੜਨਾ ਚਾਹੁੰਦੇ ਨੇ। ਨਹੀਂ ਮੇਰੀ ਸੁਣਿਓ, ਜੇ ਮੈਂ ਇਹ ਮੇਰੀਆਂ ਟਿੱਪਣੀਆਂ ਹੁੰਦੀਆਂ ਨਾ, ਫਿਰ ਇਹਨਾਂ ਨੂੰ ਕੋਈ ਮੇਰੀ ਫੋਟੋ ਲੱਗੀ ਵਾਲਾ ਬੰਦਾ ਲੱਭ ਕੇ, ਫਿਰ ਉਹਨੂੰ ਮੇਰੇ ਨਾਂ ਨਾਲ ਜੋੜ ਕੇ, ਕੱਲ ਇੱਕ ਬੰਦਾ ਕੁੱਟਿਆ ਸੁਰਿੰਦਰ ਸਿੰਘ ਠੀਕਰੀ ਵਾਲ ਹੋਣਾ ਨੇ, ਆਇਆ ਫਿਰੋਜ਼ਪੁਰ, ਪਤਾ ਨਹੀਂ ਕੋਈ ਸੀ ਕੋਈ ਬੰਦਾ, ਹਨਾ। ਅੱਜ ਤੁਸੀਂ ਦੇਖੋ ਵੀ ਉਹ ਬੰਦਾ ਮੈਂ ਪਤਾ ਕਰਵਾਇਆ ਵੀ ਕਿਤੇ ਇੱਥੇ ਆਇਆ ਕੋਈ ਫੇਸਬੁੱਕ ਤੇ, ਉਹਦੀ ਫੋਟੋ ਹੈਗੀ, ਕਹਿੰਦੇ ਨਾ ਉਹ ਵੀ ਢੱਡਰੀਆਂ ਵਾਲੇ ਦਾ ਬੰਦਾ ਜੀ। ਦੇਖੋ ਭੇਡ ਢੱਡਰੀਆਂ ਵਾਲੇ ਦੀ ਕੁੱਟੀ ਜਾ ਰਹੀ ਹੈ। ਮਤਲਬ ਕੀ ਹੈ, ਜੇ ਮੇਰੀ ਸੱਚੀ ਦੀ ਟਿੱਪਣੀ ਹੁੰਦੀ ਨਾ ਹਰਮੰਦਰ ਸਾਹਿਬ ਬਾਰੇ, ਅਕਾਲ ਤਖਤ ਬਾਰੇ ਜਾਂ ਸਰੋਵਰ ਬਾਰੇ, ਅੱਜ ਨੂੰ ਇੰਨਾ ਟਾਈਮ ਨਹੀਂ ਸੀ ਲੱਗਣਾ। ਜਹੇਦਾਰ ਜੀ ਤਾਂ ਅੱਜ ਇੱਕ ਬਾਹਰੋਂ ਬੰਦਾ ਲੱਭ ਕੇ ਗਰਾਊਂਡ ਬਣਾ ਰਹੇ ਨੇ। ਪਰ ਜਥੇਦਾਰ ਸਾਹਿਬ ਕਹਿੰਦੇ ਕਿ ਇਸ ਤਰ੍ਹਾਂ ਨਹੀਂ ਹੈ ਕਿ ਜਿਹੜੇ ਭਾਈ ਸਾਹਿਬ ਇਸ ਤਰ੍ਹਾਂ ਖਦਸ਼ਾ ਪ੍ਰਗਟ ਕਰਦੇ ਨੇ, ਇਸ ਤਰ੍ਹਾਂ ਦਾ ਮੇਰਾ ਚੇਤਾ ਰੱਖਾਂਗੇ। ਇਹ ਭਵਿੱਖ ਦੀਆਂ ਗੱਲਾਂ ਨੇ, ਤੁਸੀਂ ਪਹਿਲਾਂ ਹੀ ਬਹੁਤ ਜ਼ਿਆਦਾ ਇਸ ਤੋਂ ਨੈਗੇਟਿਵ ਚੱਲ ਰਹੇ ਹੋ। ਦੂਰਅੰਦੇਸ਼ੀ ਹੁੰਦੀ ਹੈ ਜੀ ਆਪੋ ਆਪਣੀ। ਅੱਜ ਆਪਾਂ ਨੋਟ ਕਰ ਲਓ, ਚੇਤਾ ਰੱਖਿਓ, ਇਦਾਂ ਹੀ ਹੋਊਗਾ। ਗਰਾਊਂਡ ਬਣੂਗੀ, ਫਿਰ ਇਸੇ ਤਰ੍ਹਾਂ ਹੀ ਹੋਊਗਾ। ਆਪਾਂ ਵੀ ਇੱਥੇ ਹੀ ਆ, ਤੁਸੀਂ ਵੀ ਇੱਥੇ ਹੋ, ਜਹੇਦਾਰ ਵੀ ਇੱਥੇ ਹੀ ਹੈ। ਫਿਰ ਕਹਿੰਦੇ ਮੈਨੂੰ ਤਾਂ ਮੈਸੇਜ ਇਹ ਭੇਜਦੇ ਨੇ ਵੀ ਜਹੇਦਾਰ ਜੀ ਬਹੁਤ ਚੰਗੇ ਨੇ, ਤੁਹਾਡਾ ਬਹੁਤ ਸਤਿਕਾਰ ਕਰਦੇ ਨੇ, ਪੜ੍ਹੇ ਲਿਖੇ ਨੇ, ਸਭ ਕੁਝ ਸਮਝਦੇ ਨੇ, ਤੁਸੀਂ ਇੱਕ ਵਾਰ ਗੱਲ ਕਰ ਲਓ। ਮੈਨੂੰ ਇਹ ਕਹਿੰਦੇ ਨੇ, ਪਰ ਜਦੋਂ ਮੀਡੀਆ ਵਿੱਚ ਗੱਲ ਕਰਦੇ ਨੇ, ਤੁਸੀਂ ਟੇਬਲ ਟਾਕ ਕਰਨ ਲਈ ਤਿਆਰ ਕਿਉਂ ਨਹੀਂ ਜਥੇਦਾਰ ਸਾਹਿਬ ਨਾਲ? ਮੈਂ ਬਿਲਕੁਲ ਤਿਆਰ ਹਾਂ, ਕੈਮਰੇ ਦੇ ਸਾਹਮਣੇ ਲਾਈਵ ਕਰਕੇ। ਮੈਂ ਗਲਤੀਆਂ ਸੁਣਨੀਆਂ ਨੇ ਉਹਨਾਂ ਤੋਂ, ਫਿਰ ਮੈਨੂੰ ਨਾਲ ਹੀ ਲੈ ਜਾਣ ਅਕਾਲ ਤਖਤ ਤੇ, ਪਹਿਲਾਂ ਮੇਰੀਆਂ ਗਲਤੀਆਂ ਦੱਸਣ, ਮੈਨੂੰ ਦੱਸ ਦੇਣ। ਕਹਿੰਦੇ ਭਾਈ ਸਾਹਿਬ ਕੱਲਾ ਅਕਾਲ ਤਖਤ ਕਹਿ ਦਿੰਦੇ ਨੇ, ਸ਼੍ਰੀ ਅਕਾਲ ਤਖਤ ਸਾਹਿਬ ਨਹੀਂ ਕਹਿੰਦੇ। ਹੁਣ ਇਹ ਤਾਂ ਹੋ ਗਏ ਤੇਰੇ ਖਾਂਦੇ ਦੀ ਦਾੜੀ ਹਿੱਲਦੀ ਹੈ। ਮਤਲਬ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਨਹੀਂ ਕਿਹਾ। ਮੇਰੀ ਹਮੇਸ਼ਾ ਸਪੀਡ, ਮੈਂ ਫਤਿਹ ਵੀ ਬੁਲਾਉਣਾ ਹੁੰਦਾ, ਮੈਂ ਲੰਮੀ ਐ ਨਹੀਂ ਕਹਿਣਾ ਹੁੰਦਾ ਵੀ ਏਦਾਂ ਕਰਕੇ, ਮੈਂ ਸਿੱਧਾ ਹੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧਾ ਕਹਿਣਾ ਹੁੰਦਾ। ਮੈਂ ਹਮੇਸ਼ਾ ਏਦਾਂ ਗੱਲ ਕਰਦਾ। ਕੋਈ ਜ਼ਰੂਰੀ ਨਹੀਂ ਹੁੰਦਾ ਵੀ ਇਹਦੇ ਨਾਲ ਕੋਈ ਸਾਡਾ ਕੋਈ ਸਤਿਕਾਰ ਘੱਟ ਹੈ, ਇਹ ਏਦਾਂ ਨਹੀਂ ਹੁੰਦਾ। ਹਾਂਜੀ, ਤੁਹਾਡਾ ਪੂਰਨ ਰੂਪ 'ਚ ਵਿਸ਼ਵਾਸ ਵੀ ਹੈ ਗੁਰਬਾਣੀ 'ਚ, ਉਸੇ ਨੂੰ ਲੈ ਕੇ ਤੁਸੀਂ ਵੀ, ਕਿਉਂਕਿ ਅਸੀਂ ਤੁਹਾਨੂੰ ਐਜ਼ ਅ ਸਿੱਖ ਪ੍ਰਚਾਰਕ ਹੀ ਦੇਖਦੇ ਹਾਂ, ਤੇ ਤੁਸੀਂ ਸਿੱਖ ਪ੍ਰਚਾਰਕ ਕਿਉਂ, ਸਿੱਖੀ ਦਾ ਹੀ ਪ੍ਰਚਾਰ ਅੱਗੇ ਵਧਾ ਰਹੇ ਹੋ। ਬਿਲਕੁਲ ਉਹੀ ਕਰ ਰਹੇ ਹਾਂ ਜੋ ਅਸਲ ਸਿੱਖੀ ਦਾ ਪ੍ਰਚਾਰ ਹੈ, ਜੋ ਸਾਨੂੰ ਵਧਾਉਣਾ ਚਾਹੀਦਾ ਸੀ। ਜੇ ਅਸਲ ਅਸਲ ਹੁੰਦਾ ਨਾ, ਇਦਾਂ ਦੀ ਸਿੱਖੀ ਨਹੀਂ ਸੀ ਹੋਣੀ। ਮੈਂ ਆਪ ਕਹਿੰਦਾ ਵੀ ਇਹਦਾ ਜਿਹੜਾ ਜਿੰਨਾ ਸਿੱਖੀ ਫੈਲੀ ਹੋਈ ਦਰਖਤ ਹੈ, ਇਹਦੇ ਥੱਲੇ ਚਲੇ ਜਾਓ, ਇਹਦੀ ਜੜ ਹੋਰ ਗ੍ਰੰਥਾਂ 'ਚ ਲੱਗਦੀ ਹੈ। ਇਹ ਹੋਰ ਗ੍ਰੰਥ ਫੈਲ ਕੇ ਬੀਜ ਅੱਜ ਵਾਲੀ ਸਿੱਖੀ ਬਣ ਗਈ। ਜੇ ਗੁਰੂ ਗ੍ਰੰਥ ਸਾਹਿਬ ਫੈਲੇ ਹੁੰਦੇ ਤੇ ਸਿੱਖੀ ਹੋਰ ਤਰ੍ਹਾਂ ਦੀ ਹੋਣੀ ਸੀ। ਸਿੱਖ ਗਿਆਨਵਾਨ ਸਮਝਦਾਰ ਹੋਣਾ ਸੀ,
ਸਿੱਖ ਲੌਜੀਕਲ ਸੋਚਣ ਵਾਲਾ ਹੋਣਾ ਸੀ, ਸਿੱਖ ਦਿਮਾਗੀ ਹੋਣਾ ਸੀ। ਅੱਜ ਸਿੱਖ ਭੋਲਾ ਆ। 5-7 ਸਾਲ ਪਹਿਲਾਂ ਦੀਆਂ ਤੁਹਾਡੀਆਂ ਜਿੰਨੀਆਂ ਵੀਡੀਓਜ਼ ਨੇ ਉਹ ਸੋਸ਼ਲ ਮੀਡੀਆ ਤੇ ਵਾਰ-ਵਾਰ ਪਾਈਆਂ ਜਾਂਦੀਆਂ ਨੇ ਤੇ ਕਿਹਾ ਜਾਂਦਾ ਹੈ ਕਿ ਇਹ ਕੀ ਵਿਸ਼ਵਾਸ ਹੈ ਕਿ ਜੋ ਤੁਸੀਂ ਅੱਜ ਕਹਿ ਰਹੇ ਹੋ ਅੱਜ ਤੋਂ 5 ਸਾਲ ਬਾਅਦ ਕਿਤੇ ਫਿਰ ਕਹੋ ਕਿ ਮੈਂ ਹੁਣ ਅਪਗ੍ਰੇਡ ਹੋ ਗਿਆ ਜਾਂ ਹੁਣ ਮੈਂ ਅਪਡੇਟ ਹੋ ਗਿਆ ਕਿ ਆਹ ਚੀਜ਼ਾਂ ਮੈਨੂੰ ਹੁਣ ਸਮਝ ਆ ਗਈਆਂ, ਮਤਲਬ ਤੁਸੀਂ ਇਸ ਤੇ ਖੜੋਗੇ, ਇਸ ਤੇ ਪਲਟੋਗੇ? 5-7 ਸਾਲ ਤਾਂ ਹੋ ਸਕਦਾ ਜੋਵਾਂ ਹੀ ਨਾ ਜੀ, ਜਿਹੜੇ ਹਿਸਾਬ ਨਾਲ ਮੇਰੇ ਮਗਰ ਲੱਗੇ ਹੋਏ ਨੇ। ਪਹਿਲੀ ਗੱਲ ਤਾਂ ਪਤਾ ਨਹੀਂ ਮੈਂ ਰਹਿਣਾ ਕਿ ਨਹੀਂ ਰਹਿਣਾ, ਪਰ ਐਡਾ ਕੋਈ ਪਾਗਲ ਨਹੀਂ ਹੁੰਦਾ ਜਿਹੜਾ ਬੰਦਾ ਆਪਣੀ ਜਾਨ ਜੋਖਮ ਚ ਪਾਵੇ, ਆਪਣੇ ਦੀਵਾਨ ਬੰਦ ਕਰਾਵੇ। ਉਹ ਕੰਮ ਸੌਖਾ ਸੀਗਾ ਜਿਹੜਾ ਪਹਿਲਾਂ ਕਰਦੇ ਸੀ? ਲੱਖ ਬੰਦਾ ਯਾਰ ਜਿਹਦੇ ਅੱਗੇ ਬਹਿ ਕੇ ਸੁਣਦਾ ਹੈ, ਉਹਨੂੰ ਤਾਂ ਵੈਸੇ ਹੀ ਨਸ਼ਾ ਹੁੰਦਾ। ਮੈਨੂੰ ਤਾਂ ਯਾਰ ਬੰਦੇ ਸਾਹ ਰੋਕ ਕੇ 12 ਵਜੇ ਤੱਕ ਸੁਣਦੇ ਵੀ ਮੈਂ ਮਾੜਾ ਜਿਹਾ ਯਾਰ ਜੈਸੇ ਸੈਟਿੰਗ ਜੀ ਕਰ ਲਾਂ ਮਾੜੀ ਜੀ, ਹਰ ਕੋਈ ਕਰਕੇ ਚੱਲਦਾ। ਤੁਹਾਨੂੰ ਕਿਉਂ ਲੱਗਿਆ ਵੀ ਫਿਰ ਇਹ ਰਾਹ ਤਾਂ ਔਖਾ ਰਾਹ ਹੈ ਨਾ ਹੁਣ ਜਿਹੜਾ ਚੁਣਿਆ ਤੁਸੀਂ? ਨਹੀਂ, ਫਿਰ ਮੈਨੂੰ ਇਹ ਲੱਗਦਾ ਵੀ ਜਿਹੜਾ ਗੁਰੂ ਪਾਤਸ਼ਾਹ ਦਾ ਰਾਹ ਹੈ ਜੀ ਉਹ ਔਖਾ ਹੀ ਹੈ, ਉਹਦੇ ਚ ਉੱਜੜਨ ਵਾਲਾ ਰਾਹ ਹੈ, ਸਮਝੌਤਾਵਾਦੀ ਨਹੀਂ ਹੈਗਾ। ਜਿੱਥੇ ਸਹੀ ਹੈ ਨਾ ਉੱਥੇ ਸਟੈਂਡ ਲੈਣਾ ਚਾਹੀਦਾ ਸਾਨੂੰ। ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ ਮਗਰ ਪੈ ਗਏ ਨੇ ਹੁਣ ਬਹੁਤ? ਸਾਰੇ ਪੈਣਗੇ, ਹਜੇ ਤਾਂ ਹੋਰ ਪੈਣਗੇ, ਤਾਂ ਥੋੜਾ ਹੋਇਆ, ਥੋੜਾ ਹਜੇ ਹੋਰ ਹੋਣਾ। ਮਤਲਬ ਦੁਨੀਆ ਦਾ ਕਿਹੜਾ ਗੰਦੇ ਤੋਂ ਭੈੜੇ ਤੋਂ ਭੈੜਾ ਇਲਜ਼ਾਮ ਹੈ ਜਿਹੜਾ ਲਾਇਆ ਨਹੀਂ। ਫਿਰ ਇਹਨਾਂ ਨੇ ਗੁਰੂ ਦੋਖੀ, ਗੁਰੂ ਨਿੰਦਕ, ਗਦਾਰ, ਪੰਥ ਦਾ ਦੋਖੀ, ਕਿਹੜੀਆਂ ਗੱਲਾਂ ਜਿਹੜੀਆਂ ਨਹੀਂ ਕਹੀਆਂ। ਕਹਿੰਦੇ ਸ਼ਰਧਾ ਤੋੜਦੇ ਨੇ ਢੱਡਰੀਆਂ ਸਾਹਿਬ ਵਾਲੇ। ਆਪਾਂ ਮੈਨੂੰ ਪਤਾ ਨਾ ਮੇਰੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਤੇ ਕਿੰਨੀ ਕੀ ਹੈ। ਫਿਰ ਉਹਨੇ ਇੱਕ ਗੱਲ ਦੱਸੋ, ਜਨੇਊ ਲੋਕ ਪਾਉਂਦੇ ਸੀ, ਸਰਾਧ ਕਰਦੇ ਸੀ, ਵਰਤ ਰੱਖਦੇ ਸੀ, ਸੁਚਮਤਾ ਰੱਖਦੇ ਸੀ, ਤੇ ਗੁਰੂ ਪਾਤਸ਼ਾਹ ਨੇ ਖੁੱਲ ਕੇ ਉਹਨਾਂ ਤੇ ਬੋਲਿਆ। ਫਿਰ ਕੀ ਗੁਰੂ ਪਾਤਸ਼ਾਹ ਉਹਨਾਂ ਦੀ ਸ਼ਰਧਾ ਤੋੜਦੇ ਸੀ ਲੋਕਾਂ ਦੀ? ਉਹਨਾਂ ਨੇ ਤਾਂ ਹਰਿਦੁਆਰ ਜਾ ਕੇ ਪਾਣੀ ਦੂਜੇ ਗਲਤ ਨੂੰ ਗਲਤ ਕਿਹਾ। ਸ਼ਰਧਾ ਜਿਹੜੀ ਹੈ ਉਹਨਾਂ ਨੇ ਕਿਹਾ ਸੀ ਸ਼ਰਧਾ ਸਹੀ ਗੱਲ ਤੇ ਰੱਖੋ ਯਾਰ। ਪਾਣੀ 'ਚ ਮਧਾਣੀ ਪਾ ਕੇ ਮੱਖਣ ਥੋੜਾ ਕੱਢੋਗੇ। ਪਾਣੀ 'ਚ ਮਧਾਣੀ ਨਾ ਪਾਓ, ਤੁਸੀਂ ਦੁੱਧ 'ਚ ਮਧਾਣੀ ਪਾਓ। ਜਿਹੜੀ ਸ਼ਰਧਾ ਹੈ ਦੁੱਧ 'ਚ ਮਧਾਣੀ ਹੈ, ਦੁੱਧ 'ਚ ਪਾਓ ਨਾ ਇਹਨੂੰ। ਸ਼ਰਧਾ ਗਲਤ ਥਾਂ ਤੇ ਬਣਾ ਕੇ ਬਹਿ ਜਾਓਗੇ, ਨੁਕਸਾਨ ਕਰਾਓਗੇ। ਬਸ ਉਹ ਗੱਲ ਆਪਾਂ ਵੀ ਕਰਦੇ ਆ। ਹੁਣ ਮੈਨੂੰ ਭਾਵੇਂ ਦੀਵਾਨ ਬੰਦ ਕਰਤੇ, ਹੁਣ ਅਗਲਾ ਕਹਿੰਦਾ ਇਹ ਕੌਮ 'ਚ ਫੁੱਟ ਪਾਉਂਦਾ ਹੈ। ਫੁੱਟ ਪਾਉਣ ਵਾਲਾ ਹੁੰਦਾ ਤਾਂ ਅੜੀ ਨਾਲ ਦੀਵਾਨ ਲਾਈ ਜਾਂਦਾ, ਹੋਈ ਜਾਂਦੀ ਲੜਾਈ। ਫਿਰ ਅੰਮ੍ਰਿਤਸਰ ਦੀਵਾਨ ਬੰਦ, ਮੈਂ ਕਿਹਾ ਨਹੀਂ ਯਾਰ ਮੈਂ ਨਹੀਂ ਆਉਂਦਾ। ਤਰਨਤਾਰਨ ਮੈਂ ਨਹੀਂ ਆਉਂਦਾ। ਜਿੱਥੇ ਰੌਲਾ ਪੈਂਦਾ ਰਿਹਾ ਮੈਂ ਪਿੱਛੇ ਹਟ ਗਿਆ। ਹੁਣ ਇਹਨਾਂ ਨੇ ਕਿਹਾ ਇੱਥੇ ਵੀ ਅਸੀਂ ਕਰਨ ਨਹੀਂ ਦੇਣਾ, ਇੱਥੇ ਵੀ 2 ਵਾਰੀ ਹੋ ਗਿਆ। ਮੈਂ ਕਿਹਾ ਮੈਂ ਜਾਂਦਾ ਹੀ ਨਹੀਂ ਯਾਰ। ਸਟੇਜਾਂ ਛੱਡੀਆਂ, ਮੈਂ ਮਹੀਨਾ ਘਰ ਬਹਿ ਗਿਆ, ਸ਼ਾਂਤੀ ਵਰਤ ਗਈ, ਕੋਈ ਰੌਲਾ ਨਹੀਂ, ਕੁਛ ਨਹੀਂ। ਲੋਕਡਾਊਨ ਆ ਗਿਆ, ਮੈਨੂੰ ਫੋਨ ਆਏ ਕਈਆਂ ਦੇ, ਕਹਿੰਦੇ ਜੀ ਪ੍ਰੋਗਰਾਮ ਕਰ ਲਿਆ ਕਰੋ, ਵੀ ਟਾਈਮ ਨਿਕਲ ਜਾਂਦਾ। ਮੈਂ ਫੇਰ ਲੱਗ ਗਿਆ ਨੈਟ ਤੇ ਬੋਲਣ। ਉਹ ਜਦੋਂ ਨੈਟ ਤੇ ਆਇਆ ਉਹ ਸੁਣਨ ਵਾਲੇ ਉਹ ਫੇਰ ਪਿੱਟ ਸਿਆਪਾ ਸ਼ੁਰੂ ਹੋ ਗਿਆ। ਮਤਲਬ ਉਹਨਾਂ ਨੂੰ ਵੀਰ ਜੀ ਸਿੱਧੀ ਗੱਲ ਇਹ ਹੈ, ਢੰਗ ਸੌਖਾ ਹੈ, ਸਿੱਧਾ ਹੈ। ਅਗਲੇ ਨੂੰ ਲੱਗਦਾ ਹੈ ਕਿ ਸਮਾਜਿਕ ਗੱਲਾਂ ਸਾਡੇ ਘਰ ਦੀਆਂ ਐ ਕਰਦੇ ਹੈ, ਫੈਮਿਲੀ ਦੇ ਵਿੱਚ ਕਿੱਦਾਂ ਰਹੋ, ਬੱਚਿਆਂ ਦਾ ਵਿਕਾਸ ਕਿੱਦਾਂ ਕਰੋ, ਇੰਨਾ ਸਰਲ ਢੰਗ ਹੈ। ਤੇ ਜਿਹੜੇ ਸਾਡਾ ਦੂਜਾ ਲਾਣਾ ਹੈ ਉਹਨਾਂ ਦੇ ਸਮਝ 'ਚ ਨਹੀਂ ਆਉਂਦਾ। ਉਹਨਾਂ ਨੇ ਰੱਟਿਆ ਹੋਇਆ ਜੋ ਪੁਰਾਣਾ ਪੜਾਇਆ। ਨਵੀਂ ਪੜਨਾ ਪੈਂਦਾ ਨਾ, ਸਮਝਣਾ ਪੈਂਦਾ ਗੱਲ ਨੂੰ। ਨਵੀਂ ਟੈਕਨੀਕ। ਹੁਣ ਜੇ ਮੈਨੂੰ ਤੁਸੀਂ ਪੁੱਛੋ ਵੀ ਭਾਈ ਰਣਜੀਤ ਸਿੰਘ ਜੀ ਤੁਸੀਂ ਦੱਸੋ ਵੀ ਪ੍ਰਚਾਰਕ ਪੈਦਾ ਕਰਨੇ ਨੇ ਤੇ ਕੀ ਕਰੀਏ ਜੀ, ਵੀ ਤੁਸੀਂ ਦੱਸੋ ਕਿਵੇਂ ਪੜਾਈਏ? ਮੈਂ ਕਹੂੰਗਾ ਪਹਿਲਾਂ ਤਾਂ ਮੈਨੂੰ ਪੈਂਟ ਸ਼ਰਟਾਂ ਪਾਏ ਵਾਲੇ, ਮੰਨ ਲਓ ਵੀ ਮੁੰਡੇ ਕਾਲਜ ਪੜਨ ਵਾਲੇ ਦਿਓ। ਫਿਰ ਉਹ 10-15 ਮੁੰਡਿਆਂ ਨੂੰ ਮੈਂ ਵੇਖੂੰਗਾ ਉਹ ਤੇਜ਼ ਹੋਣ, ਜਿੱਦਾਂ ਬਹੁਤ ਪੱਤਰਕਾਰ ਹੁੰਦੇ ਨੇ। ਮੰਨ ਲਓ ਵੀ ਕਿਸੇ ਨੂੰ ਹਿੰਮਤ ਹੋਵੇ ਗੱਲ ਕਰਨ ਦੀ, ਪੈਸ਼ਨ ਹੋਵੇ ਉਹਨਾਂ ਦੇ ਵਿੱਚ, ਉਹਨਾਂ ਬੰਦਿਆਂ ਨੂੰ ਅਸੀਂ ਟ੍ਰੇਨਡ ਕਰੀਏ ਜਿਹੜੇ ਗੱਲ ਗੁਰਮਤ ਦੀ ਸਮਝਦੇ ਹੋਣ ਤੇ ਖੜੇ ਹੋ ਕੇ ਕਾਲਜਾਂ ਦੇ ਵਿੱਚ ਬੱਚਿਆਂ ਦੇ ਵਿੱਚ ਗੱਲ ਕਰਨ ਤੇ ਉੱਥੇ ਕਰਦੇ ਗੱਲ ਆਪਣੀ ਬਾਣੀ ਨੂੰ ਕੋਟ ਕਰ ਦੇਣ ਵੀ ਆਹ ਗੁਰਬਾਣੀ। ਮਤਲਬ ਉਹਨਾਂ ਨਵੀਂ ਪੀੜ੍ਹੀ ਨੂੰ ਸਮਝਾ ਕੇ ਜਦੋਂ ਉਹਨਾਂ ਨੂੰ ਨਵੇਂ ਤਰੀਕੇ ਸਿਰ ਸਮਝਾਉਣਗੇ। ਅੱਜ ਉਸ ਪ੍ਰਚਾਰ ਦੀ ਲੋੜ ਹੈ। ਜਿਹੜੇ ਉਹ ਬੱਚੇ ਏਦਾਂ ਆਲੇ ਦੁਆਲੇ ਬੱਚੇ ਬੈਠੇ ਆ, ਨੌਜਵਾਨ ਖੜਾ ਹੋ ਕੇ ਬੋਲ ਰਿਹਾ, ਆਲੇ ਦੁਆਲੇ ਦੀਆਂ ਸਾਰੀਆਂ ਗੱਲਾਂ ਕਰਦਾ ਕਵੇ ਵੀ 500 ਸਾਲ ਪਹਿਲਾਂ ਡਿਕਟੇਟਰਸ਼ਿਪ ਦੇ ਵਿੱਚ ਸਾਡੇ ਨਾਨਕ ਪਾਤਸ਼ਾਹ ਜੀ ਨੇ ਆਹ ਬਚਨ ਕਿਹਾ ਸੀ, ਆਹ ਸ਼ਬਦ ਹੈ, ਵੇਖੋ ਆਹ ਅਰਥ ਹੈ। ਉਹਦੇ ਨਾਲ ਜਿਹੜੀ ਅੱਜ ਦੀ ਪੀੜ੍ਹੀ ਨੂੰ ਅਸੀਂ ਬਿਠਾ ਸਕਦੇ ਹਾਂ। ਨਹੀਂ ਤੇ ਨਵੀਂ ਪੀੜ੍ਹੀ ਤਾਂ ਗੁਰਦੁਆਰੇ ਵੱਲ ਆਪਾਂ ਨੂੰ ਪਤਾ ਹੀ ਹੈ ਜੀ ਕਿੰਨਾ ਕੁ ਉਹਨਾਂ ਦਾ ਮਨ ਲੱਗਦਾ, ਕਿੰਨਾ ਕੁ ਬੱਚੇ ਜਾ ਕੇ ਰਾਜੀ ਨੇ। ਸਾਨੂੰ ਨਵੇਂ ਤਰੀਕੇ ਸਿਰ ਬੱਚਿਆਂ ਨੂੰ ਸਮਝਾਉਣਾ ਪੈਣਾ। ਜੋ ਸਾਡਾ ਗਿਆਨ ਹੈ ਉਹ ਸਾਨੂੰ ਦੱਸਣਾ ਪੈਣਾ। ਠੀਕ ਹੈ। ਤੇ ਤੁਹਾਨੂੰ ਲੱਗਦਾ ਹੈ ਕਿ ਇਹ ਚਲੋ ਸੱਚ ਦਾ ਰਾਹ ਤੁਸੀਂ ਕਹਿੰਦੇ ਹੋ ਕਿ ਸੱਚ ਦਾ ਰਾਹ ਤੇ ਤੁਸੀਂ ਚੱਲ ਰਹੇ ਹੋ, ਸੱਚ ਦੀ ਆਵਾਜ਼ ਨੂੰ ਹੁਣ ਦਬਾਉਣ ਦੀ ਕੋਸ਼ਿਸ਼ ਹੈ, ਪਰ ਤੁਸੀਂ ਇਸੇ ਤਰ੍ਹਾਂ ਕਰਦੇ ਰਹੋਗੇ, ਇਸੇ ਤਰ੍ਹਾਂ ਚੱਲਦਾ ਰਹੂਗਾ ਪ੍ਰਚਾਰ? ਨਹੀਂ, ਮੈਂ ਤਾਂ ਚੱਲ ਹੀ ਰਿਹਾ ਜੀ। ਮੈਂ ਹੁਣ ਜੇ ਮੈਂ ਬੰਦ ਰੁਕਣਾ ਹੁੰਦਾ ਫਿਰ ਮੈਂ ਦੀਵਾਨ ਨਾ ਬੰਦ ਕਰਦਾ। ਮੈਂ ਸਮਝੌਤਾ ਉਦੋਂ ਕਰਦਾ ਜਦੋਂ ਮੇਰਾ ਇੱਕ
ਸਾਡੇ ਫਿਊਚਰ ਦੀ ਗੱਲ ਸੀ। ਮੈਂ ਡੇਰੇ ਅਸਥਾਨ ਦੇ ਵਿੱਚ ਕਹਿ ਲਓ ਕੈਦੀ ਹੋ ਕੇ ਨਾ ਰਹਿੰਦਾ ਜੀ ਜੀ, ਪਰ ਮੈਂ ਖੁਸ਼ ਹਾਂ, ਮੈਨੂੰ ਚੰਗਾ ਲੱਗਦਾ, ਠੀਕ ਹੈ, ਮੈਂ ਆਪਣੀ ਗੱਲ ਕਰਦਾ ਹੀ ਰਹਿਣਾ। ਜਾਂਦੇ ਜਾਂਦੇ ਜਿਹੜੇ ਕਿੰਤੂ ਪਰੰਤੂ ਬਹੁਤ ਕਰਦੇ ਨੇ, ਜਾਂ ਉਹਨਾਂ ਨੂੰ ਕੀ ਕਹੋਗੇ, ਕੀ ਸਮਝਣ, ਤੁਹਾਨੂੰ ਕਿਵੇਂ ਸਮਝਣ, ਤੁਹਾਡੀ ਕਿਵੇਂ ਗੱਲਬਾਤ ਪੂਰੀ ਸੁਣਨ? ਬਸ ਇੰਨਾ ਹੀ ਬੇਨਤੀ ਹੈ ਵੀ ਇਸ ਦੀਵਾਨ ਸਾਰੇ ਸੁਣ ਲੈਣ, ਠੀਕ ਹੈ, ਜਿਹੜੇ ਲੱਗੇ ਵੀ ਆ ਕਲਿੱਪ ਹੈ ਇੱਕ। ਹੁਣ ਤੁਸੀਂ ਦੇਖੋ, ਮੈਨੂੰ ਵੀਰ ਜੀ ਇੱਥੇ ਮੈਨੂੰ ਨੌਜਵਾਨ ਕਹਿੰਦਾ, ਮੈਂ ਕਿਹਾ ਕੀ ਤੁਹਾਨੂੰ ਲੱਗ, ਕਹਿੰਦੇ ਤੁਸੀਂ ਇੱਕ ਸਟੇਟਮੈਂਟ ਦਿੱਤੀ ਵੀ ਗੁਰੂ ਗੋਬਿੰਦ ਸਿੰਘ ਝੂਠੇ ਤੇ ਗੰਗੂ ਸੱਚਾ, ਇਹ ਚੱਲੀ ਵਾਇਰਲ ਹੋਈ। ਮੈਂ ਕਿਹਾ ਅੱਛਾ, ਮੈਂ ਕਿਹਾ ਤੁਸੀਂ ਸੁਣੀ ਹੈ? ਕਹਿੰਦੇ ਮੈਨੂੰ ਦੱਸਿਆ। ਮੈਂ ਕਿਹਾ ਅੱਛਾ, ਮੈਂ ਦੱਸਦਾ ਵੀ ਗੱਲ ਕੀ ਹੈ। ਮੈਂ ਕਿਹਾ ਜੀ ਸੱਚ ਬੋਲਣਾ ਚਾਹੀਦਾ ਕਿ ਝੂਠ? ਮੈਂ ਸੰਗਤ ਨੂੰ ਪੁੱਛਿਆ, ਸਾਰੇ ਕਹਿੰਦੇ ਜੀ ਸੱਚ। ਮੈਂ ਕਿਹਾ ਫਿਰ ਗੰਗੂ ਨੇ ਤਾਂ ਸੱਚ ਬੋਲਿਆ ਸੀ, ਉਹਨੇ ਕਿਹਾ ਸੀ ਵੀ ਮੇਰੇ ਘਰੇ ਨੇ ਸਾਹਿਬਜ਼ਾਦੇ, ਕਹਿੰਦੇ ਠੀਕ ਹੈ। ਮੈਂ ਕਿਹਾ ਉੱਚ ਦੇ ਪੀਰ ਗੁਰੂ ਗੋਬਿੰਦ ਸਿੰਘ ਨੇ, ਉਹ ਉੱਚ ਦੇ ਪੀਰ ਸੀ ਕਿ ਗੁਰੂ ਗੋਬਿੰਦ ਸਿੰਘ ਸੀ? ਕਹਿੰਦੇ ਜੀ ਉੱਚ ਗੁਰੂ ਗੋਬਿੰਦ ਸਿੰਘ। ਪਰ ਮੈਂ ਕਿਹਾ ਕੀ ਸਿੰਘਾਂ ਨੇ? ਕਹਿੰਦੇ ਉੱਚ ਦੇ ਪੀਰ। ਮੈਂ ਕਿਹਾ ਝੂਠ ਹੋ ਗਿਆ ਇਹ, ਮੈਂ ਕਿਹਾ ਸਿੰਘਾਂ ਨੇ ਝੂਠ ਬੋਲਤਾ ਉੱਥੇ। ਪਰ ਹੁਣ ਇੰਨੀ ਗੱਲ ਕੱਟ ਲਈ ਜਿੰਨੀ ਮੈਂ ਬੋਲੀ, ਇੰਨੀ ਕੱਟ ਕੇ ਐਡਾ ਇਸ਼ੂ ਬਣਾਤਾ। ਅੱਛਾ ਹੁਣ ਮੈਂ ਅੱਗੇ ਗੱਲ ਕਰਦਾ, ਉਹਦੇ ਚ ਪੂਰਾ ਕਲਿੱਪ ਹੈ। ਮੈਂ ਕਿਹਾ ਵੀ ਹੁਣ ਤੁਸੀਂ ਇਹ ਸੱਚ ਝੂਠ ਬਾਹਰੋਂ ਨਹੀਂ ਵੇਖ ਸਕਦੇ, ਤੁਹਾਨੂੰ ਵੇਖਣਾ ਪੈਣਾ ਵੀ ਦੋਨਾਂ ਦੀ ਭਾਵਨਾ ਕੀ ਹੈ। ਸਿੰਘ ਕਲਗੀਆਂ ਵਾਲੇ ਨੂੰ ਬਚਾਉਣਾ ਚਾਹੁੰਦੇ ਹੈ, ਉਹਨਾਂ ਦਾ ਝੂਠ ਵੀ 100, ਉਹਨਾਂ ਦਾ ਜਿਹੜਾ ਝੂਠ ਹੈ ਉਹ 100 ਸੱਚਾਂ ਤੋਂ ਚੰਗਾ ਹੈ ਸਮੇਂ ਦੀ ਨਜ਼ਾਕਤ ਦੇ ਹਿਸਾਬ ਨਾਲ। ਤੇ ਜਿਹੜਾ ਗੰਗੂ ਹੈ ਉਹ ਲੱਖ ਲਾਹਨਤ ਉਹਦੇ ਇਹੋ ਜਿਹੇ ਸੱਚ ਬੋਲਣ ਦੇ, ਜਿਹਨੇ ਸਾਹਿਬਜ਼ਾਦੇ ਫੜਾਤੇ। ਮਤਲਬ ਗੱਲ ਪੂਰੀ ਨਹੀਂ ਨਾ ਹੋਣ ਦਿੱਤੀ, ਇੰਨੀ ਗੱਲ ਕੱਟ ਲਈ। ਮੇਰੀਆਂ ਬਹੁਤੀਆਂ ਗੱਲਾਂ ਕੱਟ ਕੇ ਦਿਖਾਈ ਜਾਂਦੀ, ਹਰ ਚੀਜ਼ ਨੂੰ ਕੱਟਿਆ, ਉਹਦਾ ਇੱਕ ਰੂਪ, ਨਿੱਕੀ ਜੀ ਗੱਲ ਕੱਟਤੀ ਬਣਾ ਕੇ। ਇਸ ਇੰਟਰਵਿਊ ਦੇ ਵਿੱਚੋਂ 10 ਕੱਟ ਲਓ, ਭਾਵੇਂ ਕੱਟੀਆਂ ਜਾਣਗੀਆਂ। ਮਤਲਬ ਗੱਲ ਪੂਰੀ ਸੁਣੀ ਨਹੀਂ ਹੈਗੀ, ਕੱਟ ਲਓ। ਕਿੱਥੇ ਇਹ ਕਹਿੰਦਾ ਜੀ ਦਾੜੀਆਂ ਕਟਾ ਦਿਓ, ਪੇਟੀਐਮ ਰਾਹੀਂ ਪੈਸੇ ਮੰਗਦੇ ਨੇ ਹੁਣ। ਆਹੋ ਬਸ ਫਿਰ ਕਹਿਣਾ ਹੀ ਹੈ। ਹੁਣ ਸਾਡੇ ਬੰਦੇ ਸੀ, ਸਾਡੇ ਮੰਨ ਲਓ ਇੱਥੇ ਪਰਮੇਸ਼ਰ ਦੁਆਰਾ ਇੱਕ ਸੰਸਥਾ ਚੱਲਦੀ ਹੈ ਜੀ, ਉਹਨਾਂ ਨੇ ਕਹਿ ਦਿੱਤਾ ਵੀ ਭਾਈ ਸਾਹਿਬ ਅਸੀਂ ਕੋਈ ਸਾਨੂੰ ਹੋਵੇ ਮਾੜਾ ਮੋਟਾ, ਅਸੀਂ ਲੱਗੇ ਹਰ ਮਹੀਨੇ ਆਉਂਦੇ ਆ ਵੀ ਚਲੋ ਅਸੀਂ, ਉਹਨਾਂ ਨੇ ਆਪਣੇ ਬੰਦਿਆਂ ਨੂੰ ਉੱਥੇ ਪੇਟੀਐਮ ਪਾਤਾ ਵੀ ਜਿੰਨਾ ਠੀਕ ਹੈ ਤੁਸੀਂ ਲੋਕ ਆਪਣਾ ਸੰਸਥਾ ਹੈਗੀ ਹੈ। ਨਾਲੇ ਤਾਂ ਕਹਿੰਦੇ ਨੇ ਵੀ ਪੇਟੀਐਮ ਪਾਤਾ, ਇਹ ਡਿਜੀਟਲ ਮੰਗਤਾ ਬਣ ਗਿਆ। ਨਾਲੇ ਤਾਂ ਐ ਕਹਿੰਦੇ ਨੇ, ਨਾਲੇ ਕਹਿੰਦੇ ਏਜੰਸੀਆਂ ਦਾ ਬੰਦਾ ਵੀ ਏਜੰਸੀਆਂ ਦੇ ਬੰਦੇ ਨੂੰ ਪੇਟੀਐਮ ਦੀ ਕੀ ਲੋੜ ਆ, ਉਹ ਤਾਂ ਅਗਲਾ ਕਹਿੰਦਾ ਕਰੋੜਾਂ ਰੁਪਇਆ ਵੈਸੇ ਹੀ ਦੇ ਦੂ। ਇਸ ਕਰਕੇ ਉਹ ਗੱਲ ਨੂੰ ਸੋਚਦੇ ਨਹੀਂ ਹੈਗੇ ਵੀ ਇਹ ਗੱਲ ਜਾਂਦੀ ਕਿੱਧਰ। ਚਲੋ ਬਹੁਤ ਧੰਨਵਾਦ। ਹਾਂ ਬਹੁਤ ਚੰਗਾ ਭਾਈ ਸਾਹਿਬ, ਗੱਲਬਾਤ ਕਰਨ ਦੇ ਲਈ, ਸਮਾਂ ਦੇਣ ਦੇ ਲਈ। ਸੋ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਰਾਂ ਨਾਲ ਬੇਬਾਕ ਗੱਲਾਂ ਬਾਤਾਂ ਤੁਸੀਂ ਸੁਣੀਆਂ, ਹਰ ਗੱਲ ਦਾ ਜਵਾਬ ਉਹਨਾਂ ਨੇ ਦਿੱਤਾ। ਤੁਸੀਂ ਵੀ ਜ਼ਰੂਰ ਸਮਝੋ, ਇਹ ਇੰਟਰਵਿਊ ਦੇ ਵਿੱਚੋਂ ਵੀ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਹੋ ਸਕਦਾ ਕਿ ਕੁਝ ਟਿੱਪਣੀਆਂ ਕੱਟ ਕੇ ਇੱਧਰ ਉੱਧਰ ਕੀਤੀਆਂ ਜਾਣ, ਪਰ ਜਦੋਂ ਤੁਸੀਂ ਸਾਰੇ ਵਾਰਤਾਲਾਪ ਨੂੰ ਸੁਣੋਗੇ ਤਾਂ ਤੁਹਾਨੂੰ ਸਮਝ ਆਏਗੀ ਕਿ ਸੱਚਾਈ ਕੀ ਹੈ। ਫਿਲਹਾਲ ਕੈਮਰਾਮੈਨ ਪਰਵਿੰਦਰ ਅਤਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ